ਗ੍ਰੈਗਰੀ ਐਚ ਸਟੈਂਟਨ ਦੇ ਵੱਲੋਂ ਉਹਨਾਂ ਦੀ ਜਿਹੜੀ ਸੰਸਥਾ ਆ ਜੈਨੋਸਾਈਡ ਵਾਚ ਉਹਦੇ ਵੱਲੋਂ ਇੰਡੀਆ ਦੇ ਵਿੱਚ ਹੁਣ ਦੁਬਾਰਾ ਜੈਨੋਸਾਈਡ ਦੀ ਜਿਹੜੀ ਵਾਰਨਿੰਗ ਆ ਉਹ ਜਾਰੀ ਕੀਤੀ ਗਈ ਹੈ। ਉਹਨਾਂ ਨੇ ਬਕਾਇਦਾ ਇਸ ਸੰਬੰਧ ਦੇ ਵਿੱਚ ਆਪਣੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਇੱਥੋਂ ਦੇ ਘੱਟ ਗਿਣਤੀ ਭਾਈਚਾਰੇ ਨੇ ਜਾਂ ਖਾਸ ਕਰਕੇ ਦਲਿਤ ਵਰਗ ਆ, ਮੁਸਲਮਾਨ ਨੇ, ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਕਿ ਜਿਹਦੇ ਨਾਲ ਜਿਹੜੀ ਜੈਨੋਸਾਈਡਲ ਇੰਪਲਸ ਆ ਜਾਂ ਨਸਲਕੁਸ਼ੀ ਦੀ ਤਰੰਗ ਆ ਜਿਹੜੀ ਕਿਸੇ ਵੀ ਸਮਾਜ 'ਚ ਮੌਜੂਦ ਰਹਿੰਦੀ ਆ ਉਹ ਦੱਬੀ ਰਹਿੰਦੀ ਆ। ਪਰ ਕੁਝ ਇੱਕ ਖਾਸ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਿਨ੍ਹਾਂ ਦੇ ਵਿੱਚ ਉਹ ਪ੍ਰਗਟ ਹੋ ਜਾਂਦੀ ਤੇ ਕਤਲੇਆਮ ਦਾ ਰੂਪ ਜਿਹੜਾ ਉਹ ਧਾਰਨ ਕਰ ਜਾਂਦੀ, ਉਹ ਲਗਾਤਾਰ ਪ੍ਰਚੰਡ ਹੁੰਦੀ ਜਾ ਰਹੀ। ਸੋ ਇਸ ਸਾਰੇ ਸਮੇਂ ਦੇ ਦੌਰਾਨ ਇਹ ਗੱਲ ਜ਼ਰੂਰ ਦੇਖਣੀ ਚਾਹੀਦੀ ਕਿ ਹੁਣ ਜਿਸ ਸਮੇਂ ਹਾਲਾਤ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਉਹ ਬਿਲਕੁਲ 77 ਤੋਂ 82 ਵਾਲਾ ਟਾਈਮ ਹੈ ਕਿ ਜਦੋਂ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਐਮਰਜੈਂਸੀ ਦਾ ਸਫਲ ਵਿਰੋਧ ਕਰਕੇ ਪੂਰੇ ਇੰਡੀਆ ਦੇ ਵਿੱਚ ਆਪਦੀ ਇੱਕ ਸਿਆਸੀ ਜਿਹੜੀ ਸਮਰੱਥਾ ਹੈ ਉਹ ਪ੍ਰਗਟ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਸਟੇਟ ਨੇ ਸਿੱਖਾਂ ਬਾਰੇ ਇੱਕ ਪ੍ਰਿੰਸੀਪਲ ਫੈਸਲਾ ਲੈ ਲਿਆ ਸੀਗਾ ਵੀ ਇਹਨਾਂ ਨੂੰ ਹਰ ਹਾਲਤ ਕਨਫਲਿਕਟ ਦੇ ਵਿੱਚ ਉਲਝਾਉਣਾ ਆ ਔਰ ਕਨਫਲਿਕਟ ਦੇ ਵਿੱਚ ਉਲਝਾ ਕੇ ਇਹਨਾਂ ਨੂੰ ਆਈਸੋਲੇਟ ਕਰਕੇ ਨਿਸ਼ਾਨੇ ਤੇ ਲਿਆ ਕੇ ਮਤਲਬ ਇਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਨਜਿੱਠਣਾ। ਜੇ ਨਾ ਨਜਿੱਠਿਆ ਇਸ ਭਾਈਚਾਰੇ ਦੀ ਵਿਚਾਰਧਾਰਾ ਇਸ ਤਰ੍ਹਾਂ ਦੀ ਹੈ, ਇਹਨਾਂ ਦੇ ਆਦਰਸ਼ ਇਸ ਤਰ੍ਹਾਂ ਦੇ ਨੇ, ਸਰਬੱਤ ਦੇ ਭਲੇ ਵਾਲੇ, ਇਹਨਾਂ ਦੇ ਰਾਜ ਕਰਨ ਦੀ ਹਿਸਟਰੀ ਔਰ ਬੜਾ ਨਿਆਂ ਸੰਗਤ ਰਾਜ ਕਰਨ ਦੀ ਹਿਸਟਰੀ ਹੈਗੀ ਹੈ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਤਾਕਤ ਦੇ ਕੇਂਦਰੀਕਰਨ ਦੇ ਵਿਰੋਧੀ ਹਿੱਸੇ ਨੇ ਉਹ ਸਾਰੇ ਹੀ ਸਿੱਖਾਂ ਦੀ ਅਗਵਾਈ ਦੇ ਵਿੱਚ ਇੱਕ ਸਾਂਝੀ ਸਟਰਗਲ ਜਿਹੜੀ ਆ ਉਹ ਵਿੱਢ ਸਕਦੇ ਆ। ਸੰਤ ਜਰਨੈਲ ਸਿੰਘ ਕਿੰਨਾ ਠਰਮਾ ਰੱਖ ਕੇ ਚੱਲਦੇ ਰਹੇ ਪਰ ਅਲਟੀਮੇਟਲੀ ਉਹਨਾਂ ਨੇ 82 ਤੱਕ ਉਹ ਆਈਸੋਲੇਸ਼ਨ ਜਿਹੜੀ ਸੀਗੀ ਸੁਸਾਇਟੀ ਤੋਂ ਉਹ ਕਰ ਲਈ ਸੀ। ਸੋ ਉਹੀ ਸਿਚੁਏਸ਼ਨ ਜਿਹੜੀ ਆ ਉਹ ਹੁਣ ਵਾਪਰ ਰਹੀ ਆ। ਬਿਲਕੁਲ ਕਿਸਾਨੀ ਸੰਘਰਸ਼ ਦੇ ਦੌਰਾਨ ਜਿੰਨਾ ਵੀ ਇਹ ਲੜਿਆ ਗਿਆ ਉਹ ਸਾਰੇ ਜਾਣਦੇ ਕਿ ਪੰਜਾਬ ਤੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਸਿੱਖਾਂ ਦੀ ਜਿਹੜੀ ਭੂਮਿਕਾ ਆ ਉਹ ਕਿਸਾਨੀ ਸਟਰਗਲ ਦੇ ਵਿੱਚੋਂ ਬਾਹਰ ਕੱਢ ਦਿਓ, ਪਿੱਛੇ ਮਤਲਬ ਉਸ ਤਰ੍ਹਾਂ ਦੀ ਸਟਰਗਲ ਜਿਹੜੀ ਆ ਉਹ ਰਹਿ ਨਹੀਂ ਜਾਂਦੀ ਹੈ। ਸੋ ਹੁਣ ਵੀ ਜੋ ਉਸ ਸਮੇਂ ਕੇਂਦਰ ਜਿਸ ਰਸਤੇ ਦੇ ਉੱਪਰ ਚੱਲ ਰਿਹਾ ਸੀ ਸੈਂਟਰਲਾਈਜੇਸ਼ਨ ਆਫ ਪਾਵਰ ਤੇ ਬਿਲਕੁਲ ਮੋਦੀ ਹੁਣ ਉਹਨਾਂ ਰਾਹਾਂ ਦੇ ਉੱਪਰ ਚੱਲ ਰਿਹਾ ਹੈ। ਤੋਂ ਉਹਨਾਂ ਨੇ ਲਗਭਗ 2020-2021 ਦੇ ਦੌਰਾਨ ਇਸ ਗੱਲ ਦਾ ਨਿੱਠ ਕੇ ਫੈਸਲਾ ਲੈ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਆ ਇਹਨੂੰ ਇਗਨਾਈਟ ਕਰਨਾ, ਇਹਨੂੰ ਭੜਕਾਉਣਾ ਆ ਔਰ ਇਹਦੇ ਵਿੱਚੋਂ ਮਤਲਬ ਜਿਹੜੇ ਮਸਲੇ ਹੈਗੇ ਉਹ ਖਾਮ-ਖਾ ਗਲ ਪਾਏ ਜਾ ਰਹੇ ਆ। ਤੁਸੀਂ ਦੇਖੋ ਇੱਕ ਬੰਦਾ ਬਲਾਤਕਾਰ ਦੇ ਕੇਸਾਂ ਦੇ ਵਿੱਚ ਉਹ ਮਤਲਬ ਉਮਰ ਕੈਦੀ ਹੈ, ਕਤਲ ਦੇ ਕੇਸਾਂ ਦੇ ਵਿੱਚ ਉਹਨੂੰ ਸਜ਼ਾਵਾਂ ਹੋਈਆਂ ਨੇ, ਉਹਨੂੰ ਪੈਰੋਲ ਦੇ ਉੱਪਰ ਲਿਆਉਂਦੇ, ਫਿਰ ਇਹ ਗੱਲ ਫੈਲਾਈ ਜਾਂਦੀ ਕਿ ਇਹਨੂੰ ਹੁਣ ਪੰਜਾਬ ਦੇ ਵਿੱਚ ਲਿਆ ਕੇ ਤੇ ਇਹਦਾ ਪ੍ਰੋਗਰਾਮ ਕਰਵਾਉਣਾ ਆ ਸਲਾਬਤਪੁਰ। ਸੋ ਉਹ ਸਾਰੀ ਗੱਲ ਜਿਹੜੀ ਆ ਉਸ ਪਾਸੇ ਨੂੰ ਧੱਕੀ ਜਾ ਰਹੀ ਹੈ। ਕਿਸੇ ਵੀ ਸਟੇਟ ਦੇ ਵੱਲੋਂ ਨਸਲਕੁਸ਼ੀ ਕੀਤੀ ਗਈ ਹੋਵੇ ਔਰ ਕੋਈ ਵੀ ਨਸਲਕੁਸ਼ੀ ਜਿਹੜੀ ਆ ਉਹ ਸਮਾਜ ਦੇ ਕਾਫੀ ਵੱਡੇ ਵਿਆਪਕ ਹਿੱਸੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਾਪਰਦੀ ਹੁੰਦੀ, ਚਾਹੇ ਉਹ ਐਕਟਿਵ ਸਹਿਮਤੀ ਹੋਵੇ ਉਹਦੇ ਵਿੱਚ ਸ਼ਾਮਲ ਹੋਣ, ਚਾਹੇ ਉਹਨਾਂ ਨੇ ਮੂਕ ਸਹਿਮਤੀ ਦਿੱਤੀ ਹੋਵੇ ਉਸ ਗੱਲ ਜਦੋਂ ਵਾਪਰ ਗਿਆ ਉਹਦੀ ਰੈਕਗਨੀਸ਼ਨ ਦੇ ਖਿਲਾਫ ਬੋਲਦੇ ਹੋਣ। ਉਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚ ਸਿੱਖ ਨਸਲਕੁਸ਼ੀ 1984 ਜਿਹੜੀ ਨਵੰਬਰ ਮਹੀਨੇ ਦੇ ਵਿੱਚ ਵਾਪਰੀ ਉਸ ਮਾਮਲੇ ਦੇ ਵਿੱਚ ਆਪਾਂ ਦੇਖੀਆਂ ਹੋਈਆਂ ਨੇ ਵੀ ਛੋਟੇ ਪੱਧਰ ਦੇ ਉੱਪਰ ਕੁਝ ਇੱਕ ਲੋਕਾਂ ਦੇ ਵੱਲੋਂ ਤਾਂ ਉਹਦਾ ਵਿਰੋਧ ਕੀਤਾ ਗਿਆ, ਉਸ ਸਮੇਂ ਰਿਪੋਰਟਾਂ ਵੀ ਜਨਤਕ ਕੀਤੀਆਂ ਗਈਆਂ, ਬਹੁਤ ਕੁਝ ਕੀਤਾ ਗਿਆ, ਪਰ ਵਿਆਪਕ ਪੱਧਰ ਦੇ ਉੱਪਰ ਇੱਕ ਸਹਿਮਤੀ ਜਿਹੜੀ ਆ ਉਹ ਬਣੀ ਹੋਈ ਸੀਗੀ। ਉਸੇ ਤਰ੍ਹਾਂ ਦੇ ਮਾਹੌਲ ਜਿਹੜਾ ਉਹ ਹੁਣ ਬਣਾਇਆ ਜਾ ਰਿਹਾ। ਉੱਥੋਂ ਤੱਕ ਤੁਸੀਂ ਕਿਹਾ ਕਿ ਕੀ ਨਫ਼ਰਤੀ ਭਾਸ਼ਣ ਨੂੰ ਐਡਵਾਂਸ ਸਟੇਜ ਮੰਨਣਾ ਚਾਹੀਦਾ? ਬਿਲਕੁਲ ਮੰਨਣਾ ਚਾਹੀਦਾ ਜੀ। ਆਇਡੈਂਟੀਫਿਕੇਸ਼ਨ ਤੋਂ ਬਾਅਦ ਦੇ ਵਿੱਚ ਅਗਲਾ ਪੜਾਅ ਜਿਹੜਾ ਉਹ ਸਿੰਬੋਲਿਜ਼ਮ ਦਾ ਹੁੰਦਾ ਕਿ ਜਿੱਥੇ ਵਖਰੇਵੇਂ ਨੂੰ ਪਛਾਣ ਚਿੰਨ੍ਹਾਂ ਦੇ ਆਧਾਰ ਦੇ ਉੱਪਰ ਇਕੱਠਿਆਂ ਕੀਤਾ ਜਾਂਦਾ ਤੇ ਫਿਰ ਉਹਨਾਂ ਪਛਾਣ ਚਿੰਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਂਦਾ। ਸਿੱਖਾਂ ਦੇ ਮਾਮਲੇ ਦੇ ਵਿੱਚ ਸਾਡੀ ਜਿਹੜੀ ਪਛਾਣ ਦੇ ਚਿੰਨ੍ਹ ਆ ਉਹ ਸਾਡੀ ਪਛਾਣ ਚਿੰਨ੍ਹ ਦੇ ਨਾਲ ਕੁਦਰਤੀ ਤੌਰ ਦੇ ਉੱਪਰ ਹੀ ਜੁੜੇ ਹੋਏ ਆ, ਚਾਹੇ ਉਹ ਸਿੱਖੀ ਸਰੂਪ ਹੈ, ਚਾਹੇ ਦਸਤਾਰ ਹੈ, ਚਾਹੇ ਜਿਹੜੇ ਅਸੀਂ ਮਤਲਬ ਕਕਾਰ ਧਾਰਨ ਕਰਦੇ ਆ, ਉਹ ਇੱਕ ਵਿਲੱਖਣਤਾ ਹੈਗੀ। ਔਰ ਤੁਸੀਂ ਦੇਖੋ ਕਿ ਇਹ ਸਟੇਜ ਸਿੰਬੋਲਿਜ਼ਮ ਦੀ ਜਾਂ ਉਸ ਤੋਂ ਬਾਅਦ ਡੀਹਿਊਮਨਾਈਜੇਸ਼ਨ ਦੀ ਇੱਕ ਸਟੇਜ ਆਉਂਦੀ ਹੈ ਕਿ ਜਿਹਦੇ ਵਿੱਚ ਇਹ ਦਰਸਾਇਆ ਜਾਂਦਾ ਕਿ ਇਹ ਬੰਦੇ ਹੀ ਨਹੀਂ ਹੈਗੇ, ਉਹਨਾਂ ਦੀ ਤੁਲਨਾ ਜਿਹੜੀ ਆ ਉਹ ਮਤਲਬ ਜਾਨਵਰਾਂ ਦੇ ਨਾਲ ਜਾਂ ਉਹਨਾਂ ਨੂੰ ਇਹ ਕਹਿ ਦੇਣਾ ਕਿ ਦੇਸ਼ ਦੇ ਗਦਾਰ ਨੇ, ਇਹਨਾਂ ਨੂੰ ਮਤਲਬ ਖਤਮ ਕਰਨਾ ਚਾਹੀਦਾ। ਹਰ ਇੱਕ ਸਮੱਸਿਆ ਦੀ ਜੜ ਜਿਹੜੀ ਆ ਉਹ ਇਹ ਹੈਗੇ ਆ। ਇਹ ਪੜਾਅ ਕਿੰਨਾ ਜ਼ਿਆਦਾ ਵਾਪਰਿਆ ਹੋਊਗਾ ਕਿਉਂਕਿ ਨਵੰਬਰ 1984 ਦੇ ਦੌਰਾਨ ਵੀ ਜਦੋਂ ਕਤਲੇਆਮ ਹੋਇਆ ਤੁਸੀਂ ਦੇਖੋਗੇ ਭੀੜ ਲੋਕ ਸਿੱਖਾਂ ਨੂੰ ਕਤਲ ਕਰਨ ਦੇ ਲਈ ਆਈ, ਉਹਨਾਂ ਨੇ ਸਿੱਖਾਂ ਨੂੰ ਕਤਲ ਕੀਤਾ, ਪਰ ਕਤਲ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤੇ ਜਿਹੜੇ ਅਜੇ ਵੀ ਜਿਉਂਦੇ ਜੀ ਸਰਵਾਈਵਰਸ ਬਚੇ ਹੋਏ ਆ ਨਸਲਕੁਸ਼ੀ ਦੇ ਵਿੱਚੋਂ ਉਹ ਦੱਸਣਗੇ ਕਿ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ ਗਏ।
ਦਸਤਾਰਾਂ ਦੀ ਬੇਅਦਬੀ ਕੀਤੀ ਗਈ, ਕੜੇ ਲਾਹੇ ਗਏ। ਸੋ ਉਹਨਾਂ ਚਿੰਨ੍ਹਾਂ ਦੇ ਖਿਲਾਫ ਜਿਹੜੀ ਨਫ਼ਰਤ ਸੀਗੀ ਉਹ ਮਤਲਬ ਇੰਨੀ ਜ਼ਿਆਦਾ ਰਸਾਈ ਕਰ ਗਈ ਸੀ ਕਿ ਬੰਦੇ ਨੂੰ ਮਾਰਨ ਤੋਂ ਪਹਿਲਾਂ ਵੀ, ਕਤਲ ਕਰਨ ਤੋਂ ਪਹਿਲਾਂ ਵੀ ਉਹਦੇ ਕੇਸ ਕਤਲ ਜਿਹੜੇ ਆ ਉਹ ਕੀਤੇ ਗਏ। ਔਰ ਜਿਹੜੇ ਨਫ਼ਰਤੀ ਭਾਸ਼ਣ ਆ ਇਹਨਾਂ ਦੇ ਰਾਹੀਂ ਹੀ ਇਹ ਡੀਹਿਊਮਨਾਈਜੇਸ਼ਨ ਦਾ ਸਾਰਾ ਪ੍ਰੋਸੈਸ ਜਿਹੜਾ ਉਹ ਚਲਾਇਆ ਜਾਂਦਾ। ਪਹਿਲੋਂ ਵੀ ਆਪਾਂ ਸੁਣਦੇ ਰਹੇ ਹਾਂ, ਮਤਲਬ ਇਹ ਗੱਲ ਦਾ ਜ਼ਿਕਰ ਆਉਂਦਾ ਆ ਕਿ ਜਦੋਂ 84 ਦਾ ਮਾਹੌਲ ਉਹ ਸਾਰਾ ਬਣਾ ਰਹੀ ਸੀਗੀ ਸਰਕਾਰ ਲੰਬੇ ਸਮੇਂ ਦੇ ਦੌਰਾਨ, ਉਦੋਂ ਵੀ ਸਿੱਖ ਪਛਾਣ ਚਿੰਨ੍ਹਾਂ ਨੂੰ ਇਦਾਂ ਹੀ ਨਿਸ਼ਾਨਾ ਬਣਾਇਆ ਜਾਂਦਾ, ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਠੀਕ ਹੈ ਨਾ, ਜਾਂ ਇਹ ਕਿਹਾ ਜਾਂਦਾ ਸੀਗਾ ਵੀ ਜਿਹੜੇ ਸਿੱਖ ਨੇ ਇਹ ਦੇਸ਼ ਦੇ ਗਦਾਰ ਨੇ। ਉਹੀ ਗੱਲਾਂ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਕੁਝ ਕਲਿੱਪ ਵਾਇਰਲ ਹੁੰਦੀਆਂ ਰਹੀਆਂ ਨੇ। ਹਾਲਾਂਕਿ ਮੈਂ ਇਹ ਵੀ ਗੱਲ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਬੋਲਣ ਵਾਲਿਆਂ ਦੀ ਵੀ ਭੂਮਿਕਾ ਇੱਕ ਆਪਣੀ ਥਾਂ ਦੇ ਉੱਪਰ ਹੈਗੀ ਹੈ ਕਿ ਉਹ ਇਸ ਤਰ੍ਹਾਂ ਦਾ ਨਫ਼ਰਤੀ ਪ੍ਰਚਾਰ ਕਰਦੇ ਆ। ਇੱਕ ਸਟੇਟ ਦੀ ਭੂਮਿਕਾ ਆ ਕਿ ਉਹ ਉਹਨਾਂ ਨੂੰ ਰੋਕਦੀ ਨਹੀਂ, ਸਮਾਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ, ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਅੰਦਰ ਨਹੀਂ ਕਰਦੇ, ਉਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ ਨਹੀਂ ਕਰਦੇ, ਬਲਕਿ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੇ ਨਾਲ 10-10 12-12 ਬਾਡੀਗਾਰਡ ਜਿਹੜੇ ਲਾ ਦਿੱਤੇ ਜਾਂਦੇ। ਪਰ ਇਸ ਸੰਬੰਧ ਦੇ ਵਿੱਚ ਮੀਡੀਆ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਮੀਡੀਆ ਟੂਲ ਦੀ ਤਰ੍ਹਾਂ ਵਰਤਿਆ ਜਾਂਦਾ, ਬਿਲਕੁਲ ਵਰਤਿਆ ਜਾਂਦਾ। ਔਰ ਹੁਣ ਤਾਂ ਮਤਲਬ ਆ ਮੋਨੇਟਾਈਜੇਸ਼ਨ ਆਫ ਕੰਟੈਂਟ ਤੇ ਇਹ ਸਾਰੇ ਕਰਕੇ ਤੇ ਜਿਹੜੀ ਆ ਝਾਕਿਆਂ ਦੀ ਦੌੜ ਲੱਗੀ ਹੋਈ ਹੈ ਕਿ ਕਿਹਦੇ ਜ਼ਿਆਦਾ ਵਿਊ ਹੋਣੇ ਆ, ਕਿਹਦੇ ਜ਼ਿਆਦਾ ਕਮੈਂਟ ਹੋਣੇ ਆ। ਤੁਸੀਂ ਦੇਖੋ ਕਿ ਕੋਈ ਬੰਦਾ ਵੀਡੀਓ ਪਾ ਦਿੰਦਾ, ਉਹ ਕਿਸੇ ਵੀ ਪ੍ਰੈਸ਼ਰ ਹੇਠ ਵੀਡੀਓ ਡਿਲੀਟ ਕਰ ਦਿੰਦਾ, ਉਹਦੇ ਟੋਟੇ ਕੱਢ ਕੇ ਲੋਕ ਅੱਗੇ ਜਿਹੜਾ ਆ ਉਹ ਪਾਈ ਜਾਂਦੇ ਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਬਰਾਬਰ ਤੇ ਜਿਹੜੀ ਇੱਕ ਜ਼ਿੰਮੇਵਾਰੀ ਹੈਗੀ ਉਹ ਇਸ ਮੀਡੀਆ ਦੇ ਸਿਰ ਦੇ ਉੱਪਰ ਵੀ ਆਉਂਦੀ ਹੈ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਦੌਰਾਨ ਵੀ ਦੇਖਿਆ ਕਿ ਉਹਦੇ ਵੱਲੋਂ ਕਿਹਾ ਗਿਆ ਵੀ ਇੱਕ ਵੀ ਸਿੱਖ ਜਿਹੜਾ ਉਹ ਜਿਉਂਦਾ ਨਹੀਂ ਰਹਿਣ ਦਿੱਤਾ ਜਾਊਗਾ। ਉਹਨੇ ਕਿਸੇ ਚੈਨਲ ਦੇ ਨਾਲ ਗੱਲ ਕਰਦਿਆਂ ਇਹ ਗੱਲ ਕਹੀ ਆ, ਜੇ ਚੈਨਲ ਇੱਕ ਜੈਨੋਸਾਈਡਲ ਥ੍ਰੈਟ ਨੂੰ ਚੱਲਣ ਦੇ ਰਿਹਾ ਆ, ਇਹਦਾ ਮਤਲਬ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਬਲਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਹੈ ਕਿ ਨਫ਼ਰਤੀ ਭਾਸ਼ਣ ਜਿਹੜਾ ਆ ਉਹਨੂੰ ਪ੍ਰਚਾਰਨ ਦਾ ਮਾਧਿਅਮ ਬਣ ਰਿਹਾ ਹੈ। ਤੁਸੀਂ ਨਵੰਬਰ 1984 ਦਾ ਦੇਖੋ, ਉਹਦੇ ਵਿੱਚ ਵੀ ਜਿਹੜੇ ਪ੍ਰਚਾਰ ਪ੍ਰਸਾਰ ਦੇ ਸਾਧਨ ਸੀਗੇ ਔਰ ਖਾਸ ਤੌਰ ਦੇ ਉੱਪਰ ਬੜੇ ਲੋਕ ਅੱਜ ਵੀ, ਹੁਣ ਤਾਂ ਗਵਾਹੀਆਂ ਵੀ ਉਹਨਾਂ ਨੇ ਕਲਮਬੱਧ ਕਰਵਾਈਆਂ ਜਾਂ ਵੀਡੀਓ ਦੇ ਵਿੱਚ ਰਿਕਾਰਡ ਕਰਵਾਈਆਂ ਕਿ ਜਦੋਂ ਦੂਰਦਰਸ਼ਨ ਦੇ ਉੱਪਰ ਖੂਨ ਕਾ ਬਦਲਾ ਖੂਨ ਦੇ ਨਾਅਰੇ ਜਿਹੜੇ ਆ ਉਹ ਪ੍ਰਸਾਰਿਤ ਕੀਤੇ ਗਏ। ਇਹ ਦਿਖਾਇਆ ਗਿਆ ਕਿ ਲੋਕ ਜਿਹੜੇ ਆ ਉਹ ਇੰਦਰਾ ਗਾਂਧੀ ਦੇ ਜਦੋਂ ਉਹਨੂੰ ਸੰਸਕਾਰ ਕਰਨ ਲਈ ਲਿਜਾ ਰਹੇ ਸੀ ਕਿ ਉਸ ਸਮੇਂ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾ ਰਹੇ, ਤੇ ਉਸ ਤੋਂ ਬਾਅਦ ਦੇ ਵਿੱਚ ਹੀ ਸਿੱਖਾਂ ਦੇ ਖਿਲਾਫ ਜਿਹੜਾ ਹਿੰਸਾ ਦਾ ਦੌਰ ਸੀਗਾ ਉਹ ਵਿਆਪਕ ਰੂਪ ਦੇ ਉੱਪਰ ਭੜਕਿਆ ਆ। ਹੁਣ ਕੋਈ ਹਰ ਇੱਕ ਜਿਹੜੀ ਹੇਟ ਸਪੀਚ ਆ ਉਹ ਨਸਲਕੁਸ਼ੀ ਦੀ ਸੁਲਗਦੀ ਹੋਈ ਚਿੰਗਾਰੀ ਦੀ, ਜਿਹੜੀ ਨਸਲਕੁਸ਼ੀ ਦੀ ਤਰੰਗ ਦੀ ਚਿੰਗਾਰੀ ਧੁਖ ਰਹੀ ਹੁੰਦੀ ਹੈ, ਉਹਨੂੰ ਹੋਰ ਜ਼ਿਆਦਾ ਮਤਲਬ ਉਹਦੇ ਵਿੱਚ ਬਾਲਣ ਪਾ ਜਾਂਦੀ ਹੈ। ਔਰ ਅੱਜ ਨਹੀਂ ਹੋਈ, ਕੱਲ ਨਹੀਂ ਹੋਈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਤਰ੍ਹਾਂ ਦੀ ਹੇਟ ਸਪੀਚ ਜੇ ਜਾਰੀ ਰਹਿੰਦੀ ਹੈ ਤੇ ਕਦੀ ਵੀ ਨਹੀਂ ਹੋਊਗੀ। ਕਿਹੜੀ ਘਟਨਾ ਨੇ, ਕਿਹੜੇ ਬਿਆਨ ਨੇ ਇਸ ਗੱਲ ਨੂੰ ਮਤਲਬ ਭੜਕਾ ਦੇਣਾ ਹੁੰਦਾ, ਇਸ ਗੱਲ ਦਾ ਕੋਈ ਵੀ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਸੋ ਜਿੰਨੇ ਵੀ ਮਾਹਰ ਨੇ, ਜੈਨੋਸਾਈਡ ਪ੍ਰੀਵੈਂਸ਼ਨ ਜਿਹੜਾ ਉਹ ਦੁਨੀਆ ਦਾ ਇੱਕ ਬਹੁਤ ਵੱਡਾ ਰਿਸਰਚ ਦਾ ਤੇ ਪ੍ਰੈਕਟੀਕਲ ਫੀਲਡ ਵਰਕ ਦਾ ਜਿਹੜਾ ਆ ਉਹ ਵਿਸ਼ਾ ਆ। ਉਹਦੇ ਨਾਲ ਸੰਬੰਧਿਤ ਤੁਸੀਂ ਜਿੰਨੀ ਵੀ ਖੋਜ ਸਾਹਮਣੇ ਆਈ ਆ ਉਹਨੂੰ ਪੜ੍ਹੋ, ਉਹ ਸਾਰੇ ਇਹੀ ਕਹਿੰਦੇ ਆ ਕਿ ਜਿੰਨੇ ਵੀ ਪੜਾਅ ਨੇ, ਹਰੇਕ ਪੜਾਅ ਨੂੰ ਰੋਕਣ ਦੇ ਵਾਸਤੇ ਕੀ ਕੀਤਾ ਜਾਣਾ ਚਾਹੀਦਾ। ਜਿਹੜੇ ਬੰਦੇ ਨਫ਼ਰਤੀ ਪ੍ਰਚਾਰ ਕਰਦੇ ਨੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ, ਸਰਕਾਰ ਇਹ ਗੱਲ ਦਿਖਾਵੇ ਵੀ ਭਾਈ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ। ਜਿਹੜਾ ਮੀਡੀਆ ਚਲਾ ਰਿਹਾ ਉਹਨਾਂ ਦੇ ਉੱਤੇ ਜਿਹੜੀ ਆ ਉਹ ਨਕੀਲ ਕੱਸੀ ਜਾਵੇ, ਜਿਹੜੇ ਬੰਦੇ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਕੀਤਾ ਜਾਵੇ, ਔਰ ਖਾਸ ਕਰਕੇ ਸੋਸਾਇਟੀ ਦਾ ਰਿਸਪੌਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ। ਆਮ ਤੌਰ ਦੇ ਉੱਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਸਿੱਖਾਂ ਦੇ ਮਾਮਲਿਆਂ 'ਚ ਕਈ ਇੰਟਰਵਿਊਆਂ ਹੁੰਦੀਆਂ, ਉਸ ਤਰ੍ਹਾਂ ਦੇ ਸਵਾਲ ਬਣਾ ਲਏ ਜਾਂਦੇ ਆ, ਪੱਤਰਕਾਰ ਜਾ ਕੇ ਸਵਾਲ ਕਰਦੇ ਆ, ਫਿਰ ਅਸੀਂ ਸਿੱਖ ਹਿੱਸਾ ਜਿਹੜਾ ਬਹੁਤਾਤ ਸੋਸ਼ਲ ਮੀਡੀਆ ਦੇ ਉੱਪਰ ਹੈਗਾ ਉਹ ਇਹ ਦੋਸ਼ ਦੇਣ ਲੱਗ ਜਾਂਦਾ ਕਿ ਇਹ ਜਾਣਬੁੱਝ ਕੇ ਇੱਦਾਂ ਦੇ ਸਵਾਲ ਕਰ ਰਹੇ ਆ ਜੀ, ਇਹਨਾਂ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਜੀ, ਇਹ ਇਸ ਤਰ੍ਹਾਂ ਕਰਨਾ ਚਾਹੁੰਦੇ ਆ। ਪਰ ਜਵਾਬ ਦੇਣ ਵਾਲੇ ਬੰਦੇ ਦੇ ਉੱਪਰ ਵੀ ਜ਼ਿੰਮੇਵਾਰੀ ਹੁੰਦੀ ਹੈ, ਉਹਨੇ ਵੀ ਇੱਕ ਬੈਲੈਂਸ ਬਣਾ ਕੇ ਰੱਖਣਾ ਹੁੰਦਾ। ਸਮਾਜ 'ਚ ਵਿਚਰਦਿਆਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਵਾਲ ਦਾ ਸਾਹਮਣਾ ਕਰਨਾ ਪੈ ਸਕਦਾ, ਪਰ ਇਹ ਗੱਲ ਤੁਸੀਂ ਵੀ ਦੇਖਣੀ ਹੈ ਕਿ ਤੁਹਾਡੇ ਜਵਾਬ ਦੇ ਨਾਲ ਤੁਸੀਂ ਚੱਲ ਰਹੇ ਵਿਵਾਦ ਨੂੰ ਠੱਲ ਪਾਉਣੀ ਹੈ। ਜਿਹੜੀ ਇੱਕ ਨਿਆਂ ਸੰਗਤ ਗੱਲ ਬਣਦੀ ਉਹ ਕਰਨੀ ਹੈ ਕਿ ਜਾਂ ਤੁਸੀਂ ਉਸੇ ਵਿਵਾਦ ਦੀ ਬਲ ਦੀ ਭੱਠੀ 'ਚ ਬਾਲਣ ਪਾਈ ਜਾਣਾ। ਇਹ ਤਾਂ ਇਸ ਤਰ੍ਹਾਂ ਦੀ ਭੱਠੀ ਆ ਜਿਹਦੇ 'ਚ ਜਿੰਨਾ ਬਾਲਣ ਪਾਈ ਜਾਓਗੇ ਉਨੀ ਅੱਗ ਭੜਕੀ ਜਾਣੀ ਆ, ਉਹਨੇ ਜਲਦੀ ਰੁਕਣਾ ਥੋੜੀ ਹੈਗਾ। ਸਿੱਖਾਂ ਦੇ ਮਸਲੇ ਦੇ ਵਿੱਚ ਇਹ ਹੈ ਕਿ ਠੀਕ ਹੈ, ਜਿੰਨੀ ਵੀ ਹੇਟ ਸਪੀਚ ਨਫ਼ਰਤ ਦਾ ਪ੍ਰਚਾਰ ਹੋ ਰਿਹਾ ਉਹ ਸਿੱਖਾਂ ਦੇ ਬਰਖਲਾਫ ਹੋ ਰਿਹਾ ਹੈ, ਜਿਹਦੇ ਵਿੱਚੋਂ ਆ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ ਵੀ ਦੇਖਣੀਆਂ ਚਾਹੀਦੀਆਂ। ਚਾਹੇ ਜਿਹੜੀ ਕੋਟਕਪੂਰੇ ਵਾਲੀ ਘਟਨਾ ਸੀਗੀ ਡੇਰਾ ਪ੍ਰੇਮੀ ਵਾਲੀ,
ਮਤਲਬ ਉਸ ਬੰਦੇ ਦਾ ਤੁਸੀਂ ਦੇਖੋ ਜਿਹੜਾ ਰੋਲ ਆ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਬੜਾ ਸਪਸ਼ਟ ਆਇਆ ਹੋਇਆ, ਔਰ ਜਿੰਨੀ ਵੀ ਪੁਲਿਸ ਦੀ ਜਾਂਚ ਹੋਈ ਉਹਦੇ ਚ ਉਹਦੇ ਵਿੱਚ ਵੀ ਹੈ ਕਿ ਡੇਰੇ ਸਿਰਸੇ ਤੋਂ ਜਿਹੜੀ ਸਾਰੀ ਘੜੀ ਗਈ ਹੈ। ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੋ ਰਹੀ ਜੀ, ਫਿਰ ਇੱਕ ਸਿੱਖਾਂ ਦਾ ਕੋਈ ਆਪ ਦਾ ਰਿਸਪੌਂਡ ਕਰਨ ਦਾ ਤਰੀਕਾ ਹੈਗਾ ਆ, ਔਰ ਸਰਕਾਰ ਮਿੱਥ ਕੇ ਉਸ ਪਾਸੇ ਨੂੰ ਬੰਦਿਆਂ ਨੂੰ ਧੱਕ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ KTV ਦੇਖ ਰਹੇ ਹੋ ਤੁਸੀਂ, ਮੈਂ ਅਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਭੜਕਾਊ ਭਾਸ਼ਣਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਇੱਕ ਬਰਤਾਂਤ ਮੁੜ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਨਸਲਕੁਸ਼ੀ ਵਾਲੇ ਬਿਆਨਾਂ ਦਾ ਜਾਂ ਧਾਰਮਿਕ ਅਸਥਾਨਾਂ ਦੇ ਉੱਪਰ ਹਮਲੇ ਕਰਨ ਵਾਲੀਆਂ ਧਮਕੀਆਂ ਦਾ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਇਹ ਮਸਲਾ ਕਾਫੀ ਗਰਮਾਇਆ ਕਿ ਆਖਰ ਨਫ਼ਰਤੀ ਭਾਸ਼ਣਾਂ ਦੇ ਨਾਲ ਕਿਸੇ ਕੌਮ ਦੀ ਨਸਲਕੁਸ਼ੀ ਕਰਨ ਦੀਆਂ ਭਾਵਨਾਵਾਂ ਕਿਉਂ ਪ੍ਰਗਟ ਕੀਤੀਆਂ ਜਾਂਦੀਆਂ ਨੇ, ਜਾਂ ਇਸ ਭਾਵਨਾਵਾਂ ਦੇ ਪਿੱਛੇ ਦੇ ਕਾਰਨ ਕੀ ਨੇ ਅਤੇ ਇਹ ਭਾਵਨਾਵਾਂ ਉਪਜਦੀਆਂ ਕਿੱਥੋਂ ਨੇ। ਤਾਂ ਇਸ ਮਸਲੇ ਦੇ ਉੱਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਿੱਖ ਚਿੰਤਕ ਪਰਮਜੀਤ ਸਿੰਘ ਗਾਜੀ ਮੌਜੂਦ ਨੇ। ਉਹਨਾਂ ਤੋਂ ਤੱਥ ਭਰਪੂਰ ਸਾਰੀ ਜਾਣਕਾਰੀ ਲਵਾਂਗੇ ਕਿ ਆਖਰ ਨਸਲਕੁਸ਼ੀ ਦੀਆਂ ਭਾਵਨਾਵਾਂ ਕੱਲੀਆਂ ਜਿਹੜੀਆਂ ਭਾਰਤ ਦੇ ਵਿੱਚ ਸਿੱਖਾਂ ਨੂੰ ਨਹੀਂ, ਅਕਸਰ ਘੱਟ ਗਿਣਤੀਆਂ ਨੂੰ ਇਸ ਡਰ ਦੇ ਵਿੱਚ ਜਿਉਣਾ ਪੈਂਦਾ ਹੈ ਕਿ ਜੇਕਰ ਕੋਈ ਕਦਮ ਉਹਨਾਂ ਦੇ ਵੱਲੋਂ ਪੁੱਟਿਆ ਜਾਵੇਗਾ ਜਾਂ ਹੱਕਾਂ ਦੀ ਆਵਾਜ਼ ਨੂੰ ਜੇਕਰ ਬੁਲੰਦ ਕੀਤਾ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਆਜ਼ਾਦੀ ਦੇ ਪ੍ਰਗਟਾਵੇ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਉਦੋਂ ਇਸ ਤਰ੍ਹਾਂ ਦੇ ਥ੍ਰੈਟ ਮਿਲਦੇ ਨੇ ਕਿ ਤੁਹਾਡੀ ਨਸਲਕੁਸ਼ੀ ਹੋ ਸਕਦੀ ਹੈ, 84 ਨੂੰ ਦੁਹਰਾਇਆ ਜਾ ਸਕਦਾ ਹੈ, ਜਾਂ ਜਿਸ ਤਰ੍ਹਾਂ ਹੋਰ ਘੱਟ ਗਿਣਤੀਆਂ ਨੂੰ ਪਾਕਿਸਤਾਨ ਜਾਣ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਮਿਲਦੀਆਂ ਨੇ। ਆਓ ਇਸ ਭਾਵਨਾਵਾਂ ਦੇ ਅਤੇ ਇੱਕ ਭਾਵਨਾਵਾਂ ਕਿੱਥੋਂ ਉਪਜਦੀਆਂ ਨੇ ਅਤੇ ਇਹਨਾਂ ਦੇ ਪਿਛਲੇ ਕਾਰਨ ਕੀ ਨੇ, ਭਾਈ ਪਰਮਜੀਤ ਸਿੰਘ ਗਾਜੀ ਹੋਰਾਂ ਤੋਂ ਜਾਣਦੇ ਹਾਂ। ਭਾਈ ਸਾਹਿਬ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਿਹੜੀਆਂ ਇਹ ਭਾਵਨਾਵਾਂ ਨੇ ਇਹ ਆਖਰ ਪ੍ਰਗਟ ਕਿਉਂ ਹੁੰਦੀਆਂ ਨੇ, ਆਖਰ ਇਹਨਾਂ ਦੇ ਪਿੱਛੇ ਦੇ ਕਾਰਨ ਕੀ ਨੇ। ਦੇਖੋ, ਮਨੁੱਖੀ ਸਮਾਜ ਦੀ ਇਹ ਖਾਸੀਅਤ ਹੈ ਕਿ ਇਹਦੇ ਵਿੱਚ ਬੜੀ ਵੱਖ-ਵੱਖ ਤਰ੍ਹਾਂ ਦੀ ਸੋਚ ਵਾਲੇ, ਵਿਚਾਰਧਾਰਾ ਵਾਲੇ ਹਿੱਸੇ ਹੁੰਦੇ ਆ, ਤੇ ਉਹਦੇ ਵਿੱਚ ਵਖਰੇਵਾਂ ਜਿਹੜਾ ਆ ਉਹ ਮਤਲਬ ਜੇ ਤਾਂ ਸੁਚੱਜੇ ਤਰੀਕੇ ਦੇ ਨਾਲ ਇਹ ਮੰਨ ਕੇ ਕਿ ਦੂਸਰੇ ਜੇ ਸਾਡੇ ਤੋਂ ਵੱਖਰੇ ਆ ਤੇ ਉਹਨਾਂ ਦਾ ਬਰਾਬਰ ਦੇ ਉੱਪਰ ਸਤਿਕਾਰ ਹੋਵੇ, ਜੇ ਤੇ ਗੱਲ ਇਸ ਪਾਸੇ ਨੂੰ ਜਾਂਦੀ ਹੈ ਜੀ, ਤੇ ਫਿਰ ਉਹ ਸਮਾਜ ਬੜੇ ਵਧੀਆ ਤਰੀਕੇ ਦੇ ਨਾਲ ਅੱਗੇ ਵੱਧ ਵੀ ਸਕਦਾ, ਕਿਉਂਕਿ ਕੁਦਰਤ ਦੇ ਵਿੱਚ ਵੀ ਵਿਲੱਖਣਤਾ, ਸਮਾਜ ਦੇ ਵਿੱਚ ਵੀ ਜਿਹੜਾ ਆ ਉਹ ਮਤਲਬ ਇੱਕ ਡਾਈਵਰਸਿਟੀ ਜਾਂ ਵਿਲੱਖਣਤਾ ਜਿਹੜੀ ਉਹ ਹੁੰਦੀ ਆ। ਪਰ ਜੇਕਰ ਇਹ ਨਕਾਰਾਤਮਕ ਤਰੀਕੇ ਵੱਲ ਨੂੰ ਜਾਵੇ ਤੇ ਫਿਰ ਇਹਦੇ ਇਤਿਹਾਸ ਦੇ ਵਿੱਚ ਵੀ ਆਪਾਂ ਦੇਖਿਆ ਕਿ ਬੜੇ ਮਾਰੂ ਨਤੀਜੇ ਜਿਹੜੇ ਆ ਉਹ ਭੁਗਤਣੇ ਪੈ ਸਕਦੇ ਆ। ਨਸਲਕੁਸ਼ੀ ਦੇ ਬਾਰੇ ਦੇ ਵਿੱਚ ਇੱਕ ਵਿਦਵਾਨ ਨੇ ਅਮਰੀਕਾ ਦੇ, ਗ੍ਰੈਗਰੀ ਐਚ ਸਟੈਂਟਨ ਜੀ, ਸੋ ਉਹਨਾਂ ਦੇ ਵੱਲੋਂ ਇੱਕ ਖੋਜ ਕੀਤੀ ਗਈ। ਉਹਨਾਂ ਨੇ ਕਿਹਾ ਕਿ ਨਸਲਕੁਸ਼ੀ ਜਿਹੜੀ ਹੈ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚ ਦੀ ਲੰਘਦੀ ਹੈ। ਉਹਨਾਂ ਨੇ ਜਿਹੜਾ ਸਭ ਤੋਂ ਮੁੱਢਲਾ ਪੜਾਅ ਦੱਸਿਆ ਪਹਿਲਾ, ਉਹ ਕਹਿੰਦੇ ਵੀ ਸਭ ਤੋਂ ਪਹਿਲਾ ਪੜਾਅ ਹੈਗਾ ਆਇਡੈਂਟੀਫਿਕੇਸ਼ਨ ਦਾ, ਜਿੱਥੇ ਸ਼ਨਾਖਤ ਕੀਤੀ ਜਾਂਦੀ ਹੈ, ਔਰ ਸ਼ਨਾਖਤ ਦਾ ਬੁਨਿਆਦੀ ਜਿਹਾ ਆਧਾਰ ਜਿਹੜਾ ਉਹਨਾਂ ਨੇ ਦੱਸਿਆ ਵੀ ਉਹ ਹਰ ਇੱਕ ਸਮਾਜ ਦੇ ਵਿੱਚ ਹੀ ਮੌਜੂਦ ਹੁੰਦਾ ਆ। ਉਹ ਕਹਿੰਦੇ ਵੀ ਉਹ ਕੀ ਆ, ਉਹ ਕਹਿੰਦੇ ਆ ਉਹ ਹੈਗਾ ਵੀ ਵਰਸਸ them, ਅਸੀਂ ਬਨਾਮ ਦੂਜੇ ਲੋਕ ਜੀ। ਆਮ ਤੌਰ ਦੇ ਉੱਪਰ ਕਿਸੇ ਨੂੰ ਵੀ ਲੱਗ ਸਕਦਾ, ਸੁਣਨ ਵਾਲਿਆਂ ਨੂੰ ਲੱਗ ਸਕਦਾ ਵੀ ਇਹ ਤਾਂ ਬੜੀ ਆਮ ਜੀ ਗੱਲ ਹੈ, ਇਦਾਂ ਤਾਂ ਸਮਾਜ ਦੇ ਵਿੱਚ ਸਦਾ ਹੁੰਦਾ ਹੀ ਆ, ਹਰ ਇੱਕ ਵਰਗ ਦੂਜੇ ਨੂੰ ਦੇਖਦਾ ਆ। ਪਰ ਇਹੀ ਉਹ ਮੂਲ ਆਧਾਰ ਬਣਦਾ ਆ ਵਖਰੇਵੇਂ ਦਾ, ਜਿੱਥੋਂ ਫਿਰ ਅੱਗੇ ਗੱਲ ਜਿਹੜੀ ਹੈ ਉਹ ਵਧਣੀ ਸ਼ੁਰੂ ਹੁੰਦੀ ਹੈ। ਜਿੱਥੋਂ ਤੱਕ ਨਫ਼ਰਤੀ ਭਾਸ਼ਣਾਂ ਦੀ ਗੱਲ ਹੈਗੀ, ਦੇਖੋ ਇਹ ਬਹੁਤ ਜ਼ਿਆਦਾ ਗੰਭੀਰ ਮਸਲਾ ਹੈਗਾ, ਕਿਉਂਕਿ 1999 ਦੇ ਵਿੱਚ ਗ੍ਰੈਗਰੀ ਐਚ ਸਟੈਂਟਨ ਨੇ ਰਵਾਂਡਾ ਦੇ ਵਿੱਚ ਨਸਲਕੁਸ਼ੀ ਦੀ ਜਿਹੜੀ ਆ ਉਹ ਚੇਤਾਵਨੀ ਜਾਰੀ ਕੀਤੀ ਸੀਗੀ ਜੀ। ਉਹਨੇ ਕਿਹਾ ਕਿ ਇੱਥੇ ਮਤਲਬ ਜਿਹੜਾ ਇਹ ਵੀ ਵਰਸਸ them ਦਾ ਨੈਰੇਟਿਵ ਆ ਇਹ ਬਹੁਤ ਜ਼ਿਆਦਾ ਐਡਵਾਂਸ ਸਟੇਜ ਵੱਲ ਨੂੰ ਜਾ ਰਿਹਾ। ਇੱਥੇ ਆਉਂਦੇ ਸਮੇਂ 'ਚ ਸਰੀਰਕ ਘਾਣ ਜਾਂ ਕਤਲੇਆਮ ਜਾਂ ਨਸਲਕੁਸ਼ੀ ਜਿਹੜੀ ਆ ਉਹ ਵਾਪਰ ਸਕਦੀ, ਔਰ ਸੰਸਾਰ ਨੇ ਇਹ ਗੱਲ ਦੇਖੀ ਕਿ 1994 ਦੇ ਵਿੱਚ ਰਵਾਂਡਾ ਦੇ ਵਿੱਚ ਤੁਤਸੀਆਂ ਦੇ ਵੱਲੋਂ, ਹੁਤੂਆਂ ਦੇ ਵੱਲੋਂ ਤੁਤਸੀ ਭਾਈਚਾਰੇ ਦਾ ਜਿਹੜਾ ਆ ਉਹ ਨਸਲਕੁਸ਼ੀ ਕੀਤੀ ਗਈ, ਔਰ 100 ਦਿਨਾਂ ਦੇ ਵਿੱਚ ਲਗਭਗ 8 ਤੋਂ 10 ਲੱਖ ਲੋਕ ਜਿਹੜੇ ਆ ਉਹ ਉੱਥੇ ਮਤਲਬ ਕਤਲ ਕਰ ਦਿੱਤੇ ਗਏ। ਇਹ ਗੱਲ ਵਾਪਰਦੀ ਦੇਖੀ ਸਾਹਮਣੇ। ਔਰ ਜਿਹੜੀ ਅਹਿਮ ਗੱਲ ਆ ਉਹ ਇਹੀ ਹੈ ਕਿ ਗ੍ਰੈਗਰੀ ਐਚ ਸਟੈਂਟਨ ਦੇ ਵੱਲੋਂ, ਉਹਨਾਂ ਦੀ ਜਿਹੜੀ ਸੰਸਥਾ ਆ ਜੈਨੋਸਾਈਡ ਵਾਚ, ਉਹਦੇ ਵੱਲੋਂ ਇੰਡੀਆ ਦੇ ਵਿੱਚ ਹੁਣ ਦੁਬਾਰਾ ਜੈਨੋਸਾਈਡ ਦੀ ਜਿਹੜੀ ਵਾਰਨਿੰਗ ਆ ਉਹ ਜਾਰੀ ਕੀਤੀ ਗਈ ਹੈ। ਉਹਨਾਂ ਨੇ ਬਕਾਇਦਾ ਇਸ ਸੰਬੰਧ ਦੇ ਵਿੱਚ ਆਪਣੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਇੱਥੋਂ ਦੇ ਘੱਟ ਗਿਣਤੀ ਭਾਈਚਾਰੇ ਨੇ ਜਾਂ ਖਾਸ ਕਰਕੇ ਦਲਿਤ ਵਰਗ ਆ, ਮੁਸਲਮਾਨ ਨੇ, ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਕਿ ਜਿਹਦੇ ਨਾਲ ਜਿਹੜੀ ਜੈਨੋਸਾਈਡਲ ਇੰਪਲਸ ਆ ਜਾਂ ਨਸਲਕੁਸ਼ੀ ਦੀ ਤਰੰਗ ਆ ਜਿਹੜੀ ਕਿਸੇ ਵੀ ਸਮਾਜ 'ਚ ਮੌਜੂਦ ਰਹਿੰਦੀ ਆ ਉਹ ਦੱਬੀ ਰਹਿੰਦੀ ਆ। ਪਰ ਕੁਝ ਇੱਕ ਖਾਸ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ
ਜਿਨ੍ਹਾਂ ਦੇ ਵਿੱਚ ਉਹ ਪ੍ਰਗਟ ਹੋ ਜਾਂਦੀ ਤੇ ਕਤਲੇਆਮ ਦਾ ਰੂਪ ਜਿਹੜਾ ਉਹ ਧਾਰਨ ਕਰ ਜਾਂਦੀ, ਉਹ ਲਗਾਤਾਰ ਪ੍ਰਚੰਡ ਹੁੰਦੀ ਜਾ ਰਹੀ ਹੈ। ਇਹ ਬੜੀ ਅਹਿਮ ਗੱਲ ਹੈਗੀ। ਔਰ ਇਹਦੇ ਪਿੱਛੇ ਜੇ ਆਪਾਂ ਮਾਨਸਿਕਤਾ ਦੀ ਗੱਲ ਕਰੀਏ, ਦੇਖੋ ਕਈ ਤਰ੍ਹਾਂ ਹੈ। ਸਟੇਟ ਦਾ ਇੰਟਰਸਟ ਇਹ ਹੁੰਦਾ, ਉਹਦੇ ਵਾਸਤੇ ਤਾਂ ਬੁਨਿਆਦੀ ਗੱਲ ਇਹ ਹੈਗੀ ਕਿ ਇਸ ਭਿੰਨਤਾ ਵਾਲੇ ਖਿੱਤੇ ਨੂੰ ਇੱਕੋ ਇਕਹਿਰੀ ਕੌਮ ਦੇ ਵਿੱਚ ਬਦਲਣ ਦਾ ਜਿਹੜਾ ਪ੍ਰੋਜੈਕਟ ਹੈ ਨੇਸ਼ਨ ਸਟੇਟ ਬਿਲਡਿੰਗ ਦਾ, ਉਹ ਨੇਸ਼ਨ ਸਟੇਟ ਬਿਲਡਿੰਗ ਜਿੱਥੇ ਵੀ ਹੁੰਦੀ ਆ ਉਹ ਇਸੇ ਤਰ੍ਹਾਂ ਹੀ ਹੁੰਦੀ ਕਿ ਕਿਸੇ ਤਰ੍ਹਾਂ ਦਾ ਵਖਰੇਵਾਂ, ਕਿਸੇ ਤਰ੍ਹਾਂ ਦੀ ਵਿਲੱਖਣਤਾ ਬਰਦਾਸ਼ਤ ਹੀ ਨਹੀਂ ਕੀਤੀ ਜਾਂਦੀ। ਉਹਦੇ ਵਿੱਚ ਤਿੰਨ ਹੀ ਚੀਜ਼ਾਂ ਉਹ ਕਹਿੰਦੇ ਆ ਵੀ ਜਾਂ ਤਾਂ ਅਸਿਮੀਲੇਟ ਕਰ ਦਿਓ, ਭਾਵ ਕਿ ਜਜ਼ਬ ਕਰ ਲਓ, ਜਾਂ ਐਕਸਪਲਸ਼ਨ ਕਰ ਦਿਓ, ਧੱਕ ਦਿਓ, ਬਾਹਰ ਕੱਢ ਦਿਓ, ਜਿਸ ਤਰ੍ਹਾਂ ਆਪਾਂ ਦੇਖਿਆ ਰੋਹਿੰਗੀਆ ਮੁਸਲਮਾਨਾਂ ਦੇ ਨਾਲ ਜਿਹੜਾ ਉਹ ਮਿਆਂਮਾਰ ਦੇ ਵਿੱਚ ਹੋਇਆ, ਉਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ। ਤੀਸਰੀ ਜਿਹੜੀ ਆ ਉਹ ਫਿਰ ਐਕਸਟਰਮੀਨੇਸ਼ਨ, ਵੀ ਜਿਹੜਾ ਆ ਉਹਨਾਂ ਨੂੰ ਖਤਮ ਕਰ ਦਿਓ। ਸੋ ਇਸੇ ਦੇ ਵਿੱਚੋਂ ਹੀ ਜਿਹੜੀ ਇਹ ਰਾਜਨੀਤਿਕ ਆਧਾਰ ਇਹਦਾ ਲੱਭਣਾ ਹੋਵੇ, ਉਹ ਇਹੀ ਲੱਭਦਾ ਕਿ ਜਦੋਂ ਕੋਈ ਵੀ ਸਟੇਟ ਜਾਂ ਕੋਈ ਜਿਹੜੀ ਰਾਜ ਕਰ ਰਹੀ ਧਿਰ ਹੈ, ਉਹ ਇਹ ਕਹੇ ਕਿ ਹਰ ਤਰ੍ਹਾਂ ਦਾ ਵਖਰੇਵਾਂ ਖਤਮ ਕਰਕੇ ਅਸੀਂ ਇੱਥੇ ਇੱਕੋ ਇਕਹਿਰੀ ਕੌਮ, ਇੱਕੋ ਤਰ੍ਹਾਂ ਦੀ ਵਿਚਾਰਧਾਰਾ ਰੱਖਣੀ ਹੈ। ਉਹਦੇ ਵਿੱਚੋਂ ਹੀ ਇਹ ਨਸਲਕੁਸ਼ੀ ਦੇ ਜਿਹੜੇ ਤਰੰਗ ਆ ਇਹ ਨਿਕਲਦੀ ਹੈ। ਔਰ ਨਫ਼ਰਤੀ ਭਾਸ਼ਣ ਤਾਂ ਉਹਦਾ ਬਹੁਤ ਵੱਡਾ ਇੱਕ ਸਾਧਨ ਹੈਗਾ। ਤਾਂ ਜਿਵੇਂ ਨਫ਼ਰਤੀ ਭਾਸ਼ਣ ਨੂੰ ਟੂਲ ਬਣਾ ਕੇ ਵਰਤਿਆ ਜਾਂਦਾ, ਤਾਂ ਉਸੇ ਤਰ੍ਹਾਂ ਦੇ ਜਿਹੜੇ ਪ੍ਰਗਟਾਵੇ ਨੇ ਉਹ ਭਾਰਤ ਦੇ ਵਿੱਚ ਲਗਾਤਾਰ ਵੋਟਾਂ ਦੀ ਖਾਤਰ ਧਰਮ ਨੂੰ ਟੂਲ ਬਣਾ ਕੇ ਜਦੋਂ ਵਰਤਦੇ ਨੇ, ਤਾਂ ਉਦੋਂ ਉਸ ਤਰ੍ਹਾਂ ਦੇ ਪ੍ਰਗਟਾਵੇ ਕੀਤੇ ਜਾਂਦੇ ਨੇ। ਤਾਂ ਕੀ ਜਿਹੜੀ ਹੁਣ ਇਹ ਭਾਸ਼ਣ ਦਿੱਤੇ ਜਾ ਰਹੇ ਨੇ, ਇਹਨੂੰ ਪਹਿਲੀ ਸਟੇਜ ਮੰਨਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਕੋਈ ਵੱਡੀ ਅਜਿਹੀ ਘਟਨਾ ਦੇਖਣ ਨੂੰ, ਹਾਲਾਂਕਿ ਅਸੀਂ ਦਿੱਲੀ ਦੇ ਵਿੱਚ ਬੜਾ ਸਮਾਂ ਤਾਂ ਨਹੀਂ ਹੋਇਆ, ਕੁਝ ਸਮਾਂ ਪਹਿਲਾਂ ਹੀ ਇਹ ਚੀਜ਼ ਦੇਖ ਕੇ ਹਟੇ ਹਾਂ, ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਜਾਂ ਹੋਰ ਭਾਰਤ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਸਕਦੀ ਹੈ? ਦੇਖੋ, ਜਿੱਥੇ ਵੀ ਕਿਤੇ ਕਿਸੇ ਵੀ ਸਟੇਟ ਦੇ ਵੱਲੋਂ ਨਸਲਕੁਸ਼ੀ ਕੀਤੀ ਗਈ ਹੋਵੇ, ਔਰ ਕੋਈ ਵੀ ਨਸਲਕੁਸ਼ੀ ਜਿਹੜੀ ਆ ਉਹ ਸਮਾਜ ਦੇ ਕਾਫੀ ਵੱਡੇ ਵਿਆਪਕ ਹਿੱਸੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਾਪਰਦੀ ਹੁੰਦੀ। ਚਾਹੇ ਉਹ ਐਕਟਿਵ ਸਹਿਮਤੀ ਹੋਵੇ, ਉਹਦੇ ਵਿੱਚ ਉਹ ਸ਼ਾਮਲ ਹੋਣ, ਚਾਹੇ ਉਹਨਾਂ ਨੇ ਮੂਕ ਸਹਿਮਤੀ ਦਿੱਤੀ ਹੋਵੇ, ਉਸ ਗੱਲ ਜਦੋਂ ਵਾਪਰ ਗਿਆ ਉਹਦੀ ਰੈਕਗਨੀਸ਼ਨ ਦੇ ਖਿਲਾਫ ਬੋਲਦੇ ਹੁਣ, ਉਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚ ਸਿੱਖ ਨਸਲਕੁਸ਼ੀ 1984 ਜਿਹੜੀ ਨਵੰਬਰ ਮਹੀਨੇ ਦੇ ਵਿੱਚ ਵਾਪਰੀ, ਉਸ ਮਾਮਲੇ ਦੇ ਵਿੱਚ ਆਪਾਂ ਦੇਖੀਆਂ ਹੋਈਆਂ ਨੇ ਵੀ ਛੋਟੇ ਪੱਧਰ ਦੇ ਉੱਪਰ ਕੁਝ ਇੱਕ ਲੋਕਾਂ ਦੇ ਵੱਲੋਂ ਤਾਂ ਉਹਦਾ ਵਿਰੋਧ ਕੀਤਾ ਗਿਆ, ਉਸ ਸਮੇਂ ਰਿਪੋਰਟਾਂ ਵੀ ਜਨਤਕ ਕੀਤੀਆਂ ਗਈਆਂ, ਬਹੁਤ ਕੁਝ ਕੀਤਾ ਗਿਆ, ਪਰ ਵਿਆਪਕ ਪੱਧਰ ਦੇ ਉੱਪਰ ਇੱਕ ਸਹਿਮਤੀ ਜਿਹੜੀ ਆ ਉਹ ਬਣੀ ਹੋਈ ਸੀਗੀ। ਉਸੇ ਤਰ੍ਹਾਂ ਦੇ ਮਾਹੌਲ ਜਿਹੜਾ ਉਹ ਹੁਣ ਬਣਾਇਆ ਜਾ ਰਿਹਾ। ਔਰ ਜਿੱਥੋਂ ਤੱਕ ਤੁਸੀਂ ਕਿਹਾ ਕਿ ਕੀ ਨਫ਼ਰਤੀ ਭਾਸ਼ਣ ਨੂੰ ਐਡਵਾਂਸ ਸਟੇਜ ਮੰਨਣਾ ਚਾਹੀਦਾ, ਬਿਲਕੁਲ ਮੰਨਣਾ ਚਾਹੀਦਾ ਜੀ। ਆਇਡੈਂਟੀਫਿਕੇਸ਼ਨ ਤੋਂ ਬਾਅਦ ਦੇ ਵਿੱਚ ਅਗਲਾ ਪੜਾਅ ਜਿਹੜਾ ਉਹ ਸਿੰਬੋਲਿਜ਼ਮ ਦਾ ਹੁੰਦਾ, ਕਿ ਜਿੱਥੇ ਵਖਰੇਵੇਂ ਨੂੰ ਪਛਾਣ ਚਿੰਨ੍ਹਾਂ ਦੇ ਆਧਾਰ ਦੇ ਉੱਪਰ ਇਕੱਠਿਆਂ ਕੀਤਾ ਜਾਂਦਾ ਤੇ ਫਿਰ ਉਹਨਾਂ ਪਛਾਣ ਚਿੰਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਂਦਾ। ਸਿੱਖਾਂ ਦੇ ਮਾਮਲੇ ਦੇ ਵਿੱਚ ਤੇ ਸਾਡੀ ਜਿਹੜੀ ਪਛਾਣ ਦੇ ਚਿੰਨ੍ਹ ਆ, ਉਹ ਸਾਡੀ ਪਛਾਣ ਚਿੰਨ੍ਹ ਦੇ ਨਾਲ ਕੁਦਰਤੀ ਤੌਰ ਦੇ ਉੱਪਰ ਹੀ ਜੁੜੇ ਹੋਏ ਆ, ਚਾਹੇ ਉਹ ਸਿੱਖੀ ਸਰੂਪ ਹੈ, ਚਾਹੇ ਦਸਤਾਰ ਹੈ, ਚਾਹੇ ਜਿਹੜੇ ਅਸੀਂ ਮਤਲਬ ਕਕਾਰ ਧਾਰਨ ਕਰਦੇ ਆ, ਉਹ ਇੱਕ ਵਿਲੱਖਣਤਾ ਹੈਗੀ। ਔਰ ਤੁਸੀਂ ਦੇਖੋ ਕਿ ਇਹ ਸਟੇਜ ਸਿੰਬੋਲਿਜ਼ਮ ਦੀ ਜਾਂ ਉਸ ਤੋਂ ਬਾਅਦ ਡੀਹਿਊਮਨਾਈਜੇਸ਼ਨ ਦੀ ਇੱਕ ਸਟੇਜ ਆਉਂਦੀ ਹੈ, ਕਿ ਜਿਹਦੇ ਵਿੱਚ ਇਹ ਦਰਸਾਇਆ ਜਾਂਦਾ ਕਿ ਇਹ ਬੰਦੇ ਹੀ ਨਹੀਂ ਹੈਗੇ, ਉਹਨਾਂ ਦੀ ਤੁਲਨਾ ਜਿਹੜੀ ਆ ਉਹ ਮਤਲਬ ਜਾਨਵਰਾਂ ਦੇ ਨਾਲ, ਜਾਂ ਉਹਨਾਂ ਨੂੰ ਇਹ ਕਹਿ ਦੇਣਾ ਕਿ ਦੇਸ਼ ਦੇ ਗਦਾਰ ਨੇ, ਇਹਨਾਂ ਨੂੰ ਮਤਲਬ ਖਤਮ ਕਰਨਾ ਚਾਹੀਦਾ। ਹਰ ਇੱਕ ਸਮੱਸਿਆ ਦੀ ਜੜ ਜਿਹੜੀ ਆ ਉਹ ਇਹ ਹੈਗੇ ਆ। ਇਹ ਪੜਾਅ ਕਿੰਨਾ ਜ਼ਿਆਦਾ ਵਾਪਰਿਆ ਹੋਊਗਾ, ਕਿਉਂਕਿ ਨਵੰਬਰ 1984 ਦੇ ਦੌਰਾਨ ਵੀ ਜਦੋਂ ਕਤਲੇਆਮ ਹੋਇਆ, ਤੁਸੀਂ ਦੇਖੋਗੇ ਭੀੜ ਲੋਕ ਸਿੱਖਾਂ ਨੂੰ ਕਤਲ ਕਰਨ ਦੇ ਲਈ ਆਈ, ਉਹਨਾਂ ਨੇ ਸਿੱਖਾਂ ਨੂੰ ਕਤਲ ਕੀਤਾ। ਪਰ ਕਤਲ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤੇ ਜਿਹੜੇ ਅਜੇ ਵੀ ਜਿਉਂਦੇ ਜੀ ਸਰਵਾਈਵਰਸ ਬਚੇ ਹੋਏ ਆ ਨਸਲਕੁਸ਼ੀ ਦੇ ਵਿੱਚੋਂ, ਉਹ ਦੱਸਣਗੇ ਕਿ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ ਗਏ, ਦਸਤਾਰਾਂ ਦੀ ਬੇਅਦਬੀ ਕੀਤੀ ਗਈ, ਕੜੇ ਲਾਹੇ ਗਏ। ਸੋ ਉਹਨਾਂ ਚਿੰਨ੍ਹਾਂ ਦੇ ਖਿਲਾਫ ਜਿਹੜੀ ਨਫ਼ਰਤ ਸੀਗੀ ਉਹ ਮਤਲਬ ਇੰਨੀ ਜ਼ਿਆਦਾ ਰਸਾਈ ਕਰ ਗਈ ਸੀ ਕਿ ਬੰਦੇ ਨੂੰ ਮਾਰਨ ਤੋਂ ਪਹਿਲਾਂ ਵੀ, ਕਤਲ ਕਰਨ ਤੋਂ ਪਹਿਲਾਂ ਵੀ ਉਹਦੇ ਕੇਸ ਕਤਲ ਜਿਹੜੇ ਆ ਉਹ ਕੀਤੇ ਗਏ। ਇਹ ਤੋਂ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲ ਵਾਪਰੀ ਸੀਗੀ। ਔਰ ਜਿਹੜੇ ਨਫ਼ਰਤੀ ਭਾਸ਼ਣ ਆ, ਇਹਨਾਂ ਦੇ ਰਾਹੀਂ ਹੀ ਇਹ ਡੀਹਿਊਮਨਾਈਜੇਸ਼ਨ ਦਾ ਸਾਰਾ ਪ੍ਰੋਸੈਸ ਜਿਹੜਾ ਉਹ ਚਲਾਇਆ ਜਾਂਦਾ। ਪਹਿਲੋਂ ਵੀ ਆਪਾਂ ਸੁਣਦੇ ਰਹੇ ਹਾਂ, ਮਤਲਬ ਇਹ ਗੱਲ ਦਾ ਜ਼ਿਕਰ ਆਉਂਦਾ ਆ ਕਿ ਜਦੋਂ 84 ਦਾ ਮਾਹੌਲ ਉਹ ਸਾਰਾ ਬਣਾ ਰਹੀ ਸੀਗੀ ਸਰਕਾਰ ਲੰਬੇ ਸਮੇਂ ਦੇ ਦੌਰਾਨ, ਉਦੋਂ ਵੀ ਸਿੱਖ ਪਛਾਣ ਚਿੰਨ੍ਹਾਂ ਨੂੰ ਇੱਦਾਂ ਹੀ ਨਿਸ਼ਾਨਾ ਬਣਾਇਆ ਜਾਂਦਾ, ਕੱਚ ਕੜਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਠੀਕ ਹੈ ਨਾ, ਜਾਂ ਇਹ ਕਿਹਾ ਜਾਂਦਾ ਸੀਗਾ ਵੀ ਜਿਹੜੇ ਸਿੱਖ ਨੇ ਇਹ ਦੇਸ਼ ਦੇ ਗਦਾਰ ਨੇ। ਉਹੀ ਗੱਲਾਂ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਕੁਝ ਕਲਿੱਪ ਵਾਇਰਲ ਹੁੰਦੀਆਂ ਰਹੀਆਂ ਨੇ। ਹਾਲਾਂਕਿ ਮੈਂ ਇਹ ਵੀ ਗੱਲ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਬੋਲਣ ਵਾਲਿਆਂ ਦੀ ਵੀ ਭੂਮਿਕਾ ਇੱਕ ਆਪਣੀ ਥਾਂ ਦੇ ਉੱਪਰ ਹੈਗੀ ਆ, ਕਿ ਉਹ ਇਸ ਤਰ੍ਹਾਂ ਦਾ ਨਫ਼ਰਤੀ ਪ੍ਰਚਾਰ ਕਰਦੇ ਆ। ਇੱਕ ਸਟੇਟ ਦੀ ਭੂਮਿਕਾ ਆ ਕਿ ਉਹ ਉਹਨਾਂ ਨੂੰ ਰੋਕਦੀ ਨਹੀਂ, ਸਮਾਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ, ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਅੰਦਰ ਨਹੀਂ ਕਰਦੇ, ਉਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ ਨਹੀਂ ਕਰਦੇ, ਬਲਕਿ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੇ ਨਾਲ 10-10, 12-12 ਬਾਡੀਗਾਰਡ ਜਿਹੜੇ ਲਾ ਦਿੱਤੇ ਜਾਂਦੇ।
ਪਰ ਇਸ ਸਬੰਧ ਦੇ ਵਿੱਚ ਮੀਡੀਆ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਮੀਡੀਆ ਟੂਲ ਦੀ ਤਰ੍ਹਾਂ ਵਰਤਿਆ ਜਾਂਦਾ, ਬਿਲਕੁਲ ਵਰਤਿਆ ਜਾਂਦਾ। ਔਰ ਹੁਣ ਤਾਂ ਮਤਲਬ ਆ ਮੋਨੇਟਾਈਜੇਸ਼ਨ ਆਫ ਕੰਟੈਂਟ ਤੇ ਇਹ ਸਾਰੇ ਕਰਕੇ ਤੇ ਜਿਹੜੀ ਆ ਝਾਕਿਆਂ ਦੀ ਦੌੜ ਲੱਗੀ ਹੋਈ ਹੈ ਕਿ ਕਿਹਦੇ ਜ਼ਿਆਦਾ ਵਿਊ ਹੋਣੇ ਆ, ਕਿਹਦੇ ਜ਼ਿਆਦਾ ਕਮੈਂਟ ਹੋਣੇ ਆ। ਤੁਸੀਂ ਦੇਖੋ ਕਿ ਕੋਈ ਬੰਦਾ ਵੀਡੀਓ ਪਾ ਦਿੰਦਾ, ਉਹ ਕਿਸੇ ਵੀ ਪ੍ਰੈਸ਼ਰ ਹੇਠ ਵੀਡੀਓ ਡਿਲੀਟ ਕਰ ਦਿੰਦਾ, ਉਹਦੇ ਟੋਟੇ ਕੱਢ ਕੇ ਲੋਕ ਅੱਗੇ ਜਿਹੜਾ ਆ ਉਹ ਪਾਈ ਜਾਂਦੇ ਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਬਰਾਬਰ ਤੇ ਜਿਹੜੀ ਇੱਕ ਜ਼ਿੰਮੇਵਾਰੀ ਹੈਗੀ ਉਹ ਇਸ ਮੀਡੀਆ ਦੇ ਸਿਰ ਦੇ ਉੱਪਰ ਵੀ ਆਉਂਦੀ ਹੈ ਕਿ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਦੌਰਾਨ ਵੀ ਦੇਖਿਆ ਕਿ ਉਹਦੇ ਵੱਲੋਂ ਕਿਹਾ ਗਿਆ ਵੀ ਇੱਕ ਵੀ ਸਿੱਖ ਜਿਹੜਾ ਉਹ ਜਿਉਂਦਾ ਨਹੀਂ ਰਹਿਣ ਦਿੱਤਾ ਜਾਊਗਾ। ਉਹਨੇ ਕਿਸੇ ਚੈਨਲ ਦੇ ਨਾਲ ਗੱਲ ਕਰਦਿਆਂ ਇਹ ਗੱਲ ਕਹੀ ਹੈ। ਜੇ ਚੈਨਲ ਇੱਕ ਜੈਨੋਸਾਈਡਲ ਥ੍ਰੈਟ ਨੂੰ ਚੱਲਣ ਦੇ ਰਿਹਾ ਆ, ਇਹਦਾ ਮਤਲਬ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਬਲਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਹੈ ਇੱਕ ਨਫ਼ਰਤੀ ਭਾਸ਼ਣ ਜਿਹੜਾ ਆ ਉਹਨੂੰ ਪ੍ਰਚਾਰਨ ਦਾ ਮਾਧਿਅਮ ਬਣ ਰਿਹਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਮੀਡੀਆ ਨੂੰ ਵੀ ਆਪਣੀ ਇੱਕ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ। ਔਰ ਜ਼ਿਆਦਾਤਰ ਜਦੋਂ ਸਿੱਖ ਰਿਸਪੌਂਸ ਵੀ ਆਉਂਦਾ ਆ ਉਹ ਵੀ ਬੋਲਣ ਵਾਲੇ ਬੰਦਿਆਂ ਦੇ ਖਿਲਾਫ ਆ ਜਾਂਦਾ। ਇਸੇ ਤਰ੍ਹਾਂ ਹੀ ਜਿਹੜੀ ਕੋਈ ਸਰਕਾਰੀ ਧਿਰ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੁੰਦੀ ਉਹਦੇ ਖਿਲਾਫ ਵੀ ਆ ਜਾਂਦਾ। ਪਰ ਕਦੀ ਵੀ ਮੀਡੀਆ ਚੈਨਲਾਂ ਨੂੰ ਸਵਾਲ ਦੇ ਕਟਹਿਰੇ ਦੇ ਵਿੱਚ ਨਹੀਂ ਖਿਲਾਰਿਆ ਜਾਂਦਾ। ਔਰ ਜੇ ਅਸੀਂ ਜੈਨੋਸਾਈਡ ਦਾ ਪ੍ਰੋਸੈਸ ਦੇਖਦੇ ਹਾਂ ਉਹਦੇ ਵਿੱਚ ਜਿਹੜੇ ਇਹ ਜਾਣਕਾਰੀ ਦੇ ਪ੍ਰਚਾਰ ਪ੍ਰਸਾਰ ਦੇ ਸਾਧਨ ਨੇ ਇਹਨਾਂ ਦਾ ਬਹੁਤ ਵੱਡਾ ਮਾਧਿਅਮ ਰਿਹਾ ਹੈ। ਜੇਕਰ ਤੁਸੀਂ ਰਵਾਂਡਾ ਦੇ ਜੈਨੋਸਾਈਡ ਦੇ ਉੱਪਰ ਉੱਤੇ ਹੋਟਲ ਰਵਾਂਡਾ ਫਿਲਮ ਵੀ ਬਣੀ ਹੋਈ ਆ, ਜੇ ਤੁਸੀਂ ਦੇਖੋ ਉਹਦੇ ਚੋਂ ਵੀ ਜਾਂ ਉਹਦੇ ਨਾਲ ਸੰਬੰਧਿਤ ਜਿੰਨੀਆਂ ਕਿਤਾਬਾਂ ਲਿਟਰੇਚਰ ਜਾਂ ICTR ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਫॉर ਰਵਾਂਡਾ ਸੀਗਾ ਉਹਦੇ ਜਿਹੜੇ ਫੈਸਲੇ ਆਏ ਜੈਨੋਸਾਈਡ ਦੇ ਜਦੋਂ ਮੁਕੱਦਮੇ ਚੱਲੇ ਉਹਨਾਂ ਨੂੰ ਵੀ ਪੜ੍ਹੋ ਤੇ ਉਹਦੇ ਵਿੱਚ ਜਾਂ ਈਵਨ ਗ੍ਰੈਗਰੀ ਐਚ ਸਟੈਂਟਨ ਦੀ ਪਿੱਛੇ ਜੇ ਇੱਕ ਅਲ ਜਜ਼ੀਰਾ ਦੀ ਡਾਕੂਮੈਂਟਰੀ ਦੇ ਵਿੱਚ ਵੀ ਸੀ, ਉਹਨੀ ਕਰਨ ਥਾਪਰ ਦੇ ਨਾਲ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕਹੀ ਕਿ ਹੁੱਤੂ ਪਾਵਰ ਰੇਡੀਓ ਜਿਹੜਾ ਸੀਗਾ ਉਹਦਾ ਤੁਤਸੀਆਂ ਦੀ ਨਸਲਕੁਸ਼ੀ ਕਰਵਾਉਣ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਸੀਗਾ। ਕਿਉਂਕਿ ਜੋ ਵੀ ਜੈਨੋਸਾਈਡ ਦੇ ਥ੍ਰੈਟ ਸੀਗੇ, ਜੋ ਸਾਰਾ ਪ੍ਰੋਪੇਗੈਂਡਾ ਸੀਗਾ, ਉਸ ਸਮੇਂ ਦਾ ਪ੍ਰਮੁੱਖ ਸਾਧਨ ਰੇਡੀਓ ਸੀ, ਉਹਦੇ ਰਾਹੀਂ ਚਲਾਇਆ ਜਾ ਰਿਹਾ ਸੀ। ਤੁਸੀਂ ਨਵੰਬਰ 1984 ਦਾ ਦੇਖੋ, ਉਹਦੇ ਵਿੱਚ ਵੀ ਜਿਹੜੇ ਪ੍ਰਚਾਰ ਪ੍ਰਸਾਰ ਦੇ ਸਾਧਨ ਸੀਗੇ ਔਰ ਖਾਸ ਤੌਰ ਦੇ ਉੱਪਰ ਬੜੇ ਲੋਕ ਅੱਜ ਵੀ ਹੁਣ ਤਾਂ ਗਵਾਹੀਆਂ ਵੀ ਉਹਨਾਂ ਨੇ ਕਲਮਬੱਧ ਕਰਵਾਈਆਂ ਜਾਂ ਵੀਡੀਓ ਦੇ ਵਿੱਚ ਰਿਕਾਰਡ ਕਰਵਾਈਆਂ ਕਿ ਜਦੋਂ ਦੂਰਦਰਸ਼ਨ ਦੇ ਉੱਪਰ ਖੂਨ ਕਾ ਬਦਲਾ ਖੂਨ ਦੇ ਨਾਅਰੇ ਜਿਹੜੇ ਆ ਉਹ ਪ੍ਰਸਾਰਿਤ ਕੀਤੇ ਗਏ, ਇਹ ਦਿਖਾਇਆ ਗਿਆ ਕਿ ਲੋਕ ਜਿਹੜੇ ਆ ਉਹ ਇੰਦਰਾ ਗਾਂਧੀ ਦੇ ਜਦੋਂ ਉਹਨੂੰ ਸੰਸਕਾਰ ਕਰਨ ਲਈ ਲਿਜਾ ਰਹੇ ਸੀ ਵੀ ਉਸ ਸਮੇਂ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਸਿੱਖਾਂ ਦੇ ਖਿਲਾਫ ਜਿਹੜਾ ਹਿੰਸਾ ਦਾ ਦੌਰ ਸੀਗਾ ਉਹ ਵਿਆਪਕ ਰੂਪ ਦੇ ਉੱਪਰ ਭੜਕਿਆ ਆ। ਹੁਣ ਕੋਈ ਇਹ ਗੱਲ ਕਹਿ ਸਕਦਾ ਕਿ ਜੀ ਚੈਨਲ ਨੇ ਚਲਾ ਤਾਂ ਦਿੱਤੀ ਪਰ ਇਹਦਾ ਰਿਸਪੌਂਸ ਕੋਈ ਨਹੀਂ ਹੋਇਆ, ਕਾਰਵਾਈ ਕੋਈ ਨਹੀਂ ਹੋਈ। ਹਰ ਇੱਕ ਜਿਹੜੀ ਹੇਟ ਸਪੀਚ ਆ ਉਹ ਨਸਲਕੁਸ਼ੀ ਦੀ ਸੁਲਗਦੀ ਹੋਈ ਚਿੰਗਾਰੀ ਦੀ ਜਿਹੜੀ ਨਸਲਕੁਸ਼ੀ ਦੀ ਤਰੰਗ ਦੀ ਚਿੰਗਾਰੀ ਧੁਖ ਰਹੀ ਹੁੰਦੀ ਹੈ, ਉਹਨੂੰ ਹੋਰ ਜ਼ਿਆਦਾ ਮਤਲਬ ਉਹਦੇ ਵਿੱਚ ਬਾਲਣ ਪਾ ਜਾਂਦੀ ਹੈ। ਔਰ ਅੱਜ ਨਹੀਂ ਹੋਈ ਕੱਲ ਨਹੀਂ ਹੋਈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਤਰ੍ਹਾਂ ਦੀ ਹੇਟ ਸਪੀਚ ਜੇ ਜਾਰੀ ਰਹਿੰਦੀ ਹੈ ਤੇ ਕਦੀ ਵੀ ਨਹੀਂ ਹੋਊਗੀ। ਕਿਹੜੀ ਘਟਨਾ ਨੇ, ਕਿਹੜੇ ਬਿਆਨ ਨੇ ਇਸ ਗੱਲ ਨੂੰ ਮਤਲਬ ਭੜਕਾ ਦੇਣਾ ਹੁੰਦਾ, ਇਸ ਗੱਲ ਦਾ ਕੋਈ ਵੀ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਸੋ ਜਿੰਨੇ ਵੀ ਮਾਹਰ ਨੇ, ਜੈਨੋਸਾਈਡ ਪ੍ਰੀਵੈਂਸ਼ਨ ਜਿਹੜਾ ਉਹ ਦੁਨੀਆ ਦਾ ਇੱਕ ਬਹੁਤ ਵੱਡਾ ਰਿਸਰਚ ਦਾ ਤੇ ਪ੍ਰੈਕਟੀਕਲ ਫੀਲਡ ਵਰਕ ਦਾ ਜਿਹੜਾ ਆ ਉਹ ਵਿਸ਼ਾ ਆ। ਉਹਦੇ ਨਾਲ ਸੰਬੰਧਿਤ ਤੁਸੀਂ ਜਿੰਨੀ ਵੀ ਖੋਜ ਸਾਹਮਣੇ ਆਈ ਆ ਉਹਨੂੰ ਪੜ੍ਹੋ। ਉਹ ਸਾਰੇ ਇਹੀ ਕਹਿੰਦੇ ਆ ਕਿ ਜਿੰਨੇ ਵੀ ਪੜਾਅ ਨੇ, ਹਰੇਕ ਪੜਾਅ ਨੂੰ ਰੋਕਣ ਦੇ ਵਾਸਤੇ ਇਹ ਕੀਤਾ ਜਾਣਾ ਚਾਹੀਦਾ। ਜਿਹੜੇ ਬੰਦੇ ਨਫ਼ਰਤੀ ਪ੍ਰਚਾਰ ਕਰਦੇ ਨੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ, ਸਰਕਾਰ ਇਹ ਗੱਲ ਦਿਖਾਵੇ ਵੀ ਭਾਈ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ। ਜਿਹੜਾ ਮੀਡੀਆ ਚਲਾ ਰਿਹਾ ਉਹਨਾਂ ਦੇ ਉੱਤੇ ਜਿਹੜੀ ਆ ਉਹ ਨਕੀਲ ਕੱਸੀ ਜਾਵੇ, ਜਿਹੜੇ ਬੰਦੇ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਕੀਤਾ ਜਾਵੇ। ਔਰ ਖਾਸ ਕਰਕੇ ਸੋਸਾਇਟੀ ਦਾ ਰਿਸਪੌਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਸ ਦੇ ਨਾਲ ਜਿਵੇਂ ਮੀਡੀਆ ਦੀ ਕਿਹੜੀ ਭੂਮਿਕਾ ਇਸ ਦੇ ਵਿੱਚ, ਜਿਵੇਂ ਤੁਸੀਂ ਆਖਿਆ ਕਿ ਇੱਕ ਅਕਸਰ ਮੀਡੀਆ ਅਜਿਹੇ ਮਾਮਲਿਆਂ ਤੋਂ ਚੁੱਪ ਹੋ ਜਾਂਦਾ ਹੈ, ਪਰ ਬਹੁਤ ਥਾਂ ਦੇ ਉੱਤੇ ਜਿੱਥੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਕੇ ਮੀਡੀਆ ਨੇ ਸਵਾਲ ਕਰਨੇ ਨੇ, ਮੀਡੀਆ ਉੱਥੇ ਚੁੱਪ ਹੋ ਜਾਂਦਾ। ਉੱਥੇ ਜਿਵੇਂ ਕਿ ਅੱਜ ਕੱਲ੍ਹ ਦੌਰ ਚੱਲ ਰਿਹਾ ਕਿ ਇਸ ਬੰਦੇ ਨੇ ਬਿਆਨ ਦਿੱਤਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਫਿਰ ਉਸ ਬੰਦੇ ਨੇ ਉਹ ਬਿਆਨ ਦਿੱਤਾ ਤਾਂ ਪਹਿਲੇ ਬੰਦੇ ਕੋਲ ਜਾਇਆ ਜਾਂਦਾ ਤੁਹਾਡੇ ਖਿਲਾਫ ਇਹ ਬਿਆਨ ਆਇਆ। ਤਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਜਰਨਲਿਜ਼ਮ ਸਾਡੇ ਸਮਾਜ ਦੇ ਵਿੱਚ ਹੋ ਰਹੀ ਹੈ, ਇਹ ਸਮਾਜ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਸਕਦੀ ਹੈ? ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਤੁਸੀਂ ਇਹ ਦੇਖਣਾ ਹੁੰਦਾ ਕਿ ਕਿਹੜੀ ਚੀਜ਼ ਦਾ ਸਮਾਜ ਦੇ ਵਿੱਚ ਬਿਹਤਰੀ ਹੋਣੀ ਹੈ, ਉਸ ਪਾਸੇ ਨੂੰ ਗੱਲ ਲੈ ਕੇ ਜਾਣੀ ਹੁੰਦੀ ਹੈ। ਐਡੀਟੋਰੀਅਲ ਪਾਲਿਸੀ ਕਾਹਦੇ ਵਾਸਤੇ ਆ ਜੇ ਸਿਰਫ ਇਸੇ ਗੱਲ ਦੇ ਉੱਪਰ ਹੈਗਾ, ਹਨਾ। ਤੇ ਇਹ ਗੱਲ ਬਹੁਤ ਜ਼ਿਆਦਾ ਚੱਲਦੀ। ਇੱਕ ਮੈਂ ਇਹ ਵੀ ਗੱਲ ਕਹੂੰਗਾ ਕਿ ਜਿਹੜੇ ਆਮ ਤੌਰ ਦੇ ਉੱਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਸਿੱਖਾਂ ਦੇ ਮਾਮਲਿਆਂ 'ਚ ਕਈ ਇੰਟਰਵਿਊਆਂ ਹੁੰਦੀਆਂ, ਉਸ ਤਰ੍ਹਾਂ ਦੇ ਸਵਾਲ ਬਣਾ ਲਏ ਜਾਂਦੇ ਆ, ਪੱਤਰਕਾਰ ਜਾ ਕੇ ਸਵਾਲ ਕਰਦੇ ਆ, ਫਿਰ ਅਸੀਂ ਸਿੱਖ ਹਿੱਸਾ ਜਿਹੜਾ ਬਹੁਤਾਤ ਸੋਸ਼ਲ ਮੀਡੀਆ ਦੇ ਉੱਪਰ ਹੈਗਾ ਉਹ ਇਹ ਦੋਸ਼ ਦੇਣ ਲੱਗ ਜਾਂਦਾ
ਕਿ ਇਹ ਜਾਣਬੁੱਝ ਕੇ ਇਦਾਂ ਦੇ ਸਵਾਲ ਕਰ ਰਹੇ ਆ ਜੀ, ਇਹਨਾਂ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਜੀ, ਇਹ ਇਸ ਤਰ੍ਹਾਂ ਕਰਨਾ ਚਾਹੁੰਦੇ ਆ। ਪਰ ਜਵਾਬ ਦੇਣ ਵਾਲੇ ਬੰਦੇ ਦੇ ਉੱਪਰ ਵੀ ਜ਼ਿੰਮੇਵਾਰੀ ਹੁੰਦੀ ਹੈ, ਉਹਨੇ ਵੀ ਇੱਕ ਬੈਲੈਂਸ ਬਣਾ ਕੇ ਰੱਖਣਾ ਹੁੰਦਾ। ਸਮਾਜ 'ਚ ਵਿਚਰਦਿਆਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਵਾਲ ਦਾ ਸਾਹਮਣਾ ਕਰਨਾ ਪੈ ਸਕਦਾ, ਪਰ ਇਹ ਗੱਲ ਤੁਸੀਂ ਵੀ ਦੇਖਣੀ ਹੈ ਕਿ ਤੁਹਾਡੇ ਜਵਾਬ ਦੇ ਨਾਲ ਤੁਸੀਂ ਚੱਲ ਰਹੇ ਵਿਵਾਦ ਨੂੰ ਠੱਲ ਪਾਉਣੀ ਹੈ। ਜਿਹੜੀ ਇੱਕ ਨਿਆਂ ਸੰਗਤ ਗੱਲ ਬਣਦੀ ਉਹ ਕਰਨੀ ਹੈ, ਕਿ ਜਾਂ ਤੁਸੀਂ ਉਸੇ ਵਿਵਾਦ ਦੀ ਬਲਦੀ ਭੱਠੀ 'ਚ ਬਾਲਣ ਪਾਈ ਜਾਣਾ। ਇਹ ਤਾਂ ਇਸ ਤਰ੍ਹਾਂ ਦੀ ਭੱਠੀ ਆ ਜਿਹਦੇ 'ਚ ਜਿੰਨਾ ਬਾਲਣ ਪਾਈ ਜਾਓਗੇ ਉਨੀ ਅੱਗ ਭੜਕੀ ਜਾਣੀ ਆ, ਉਹਨੇ ਕਦੇ ਰੁਕਣਾ ਥੋੜੀ ਹੈਗਾ। ਸੋ ਪਿਛਲੇ ਸਮੇਂ ਦੇ ਦੌਰਾਨ ਵੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਜਿਹੜਾ ਗਦਰੀ ਬਾਬਿਆਂ ਦੇ ਮੇਲਾ ਲੱਗਾ ਹੋਇਆ ਸੀ, ਉੱਥੇ ਭਾਈ ਸਵਰਨ ਸਿੰਘ ਹੋਣਾ ਦੇ ਨਾਲ ਗੱਲ ਹੋਈ ਕੁਝ ਇੱਕ ਚੈਨਲ ਵਾਲਿਆਂ ਦੇ ਵੱਲੋਂ। ਉਹਨਾਂ ਨੇ 2 ਸਵਾਲ ਕੀਤੇ ਵਿਵਾਦ ਖੜਾ ਕਰਨ ਦੇ ਵਾਸਤੇ, ਪਰ ਉਹਨਾਂ ਦੋਵਾਂ ਦੇ ਜਵਾਬ ਮਤਲਬ ਇੰਨੇ ਸਟੀਕ ਦਿੱਤੇ ਉਹਨਾਂ ਨੇ, ਤੇ ਉਹ ਮਤਲਬ ਚੈਨਲ ਵਾਲਿਆਂ ਨੇ ਲਿਖ ਦਿੱਤਾ ਵੀ ਮਾਨ ਸਾਹਿਬ ਬਾਰੇ ਤੇ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਸਵਾਲ ਤੇ ਸਿੰਘ ਚੁੱਪ ਕਰ ਗਿਆ। ਹਾਲਾਂਕਿ ਉਹ ਚੁੱਪ ਨਹੀਂ ਕੀਤਾ, ਉਹਨੇ ਆਪਦੇ ਵੱਲੋਂ ਬਹੁਤ ਵਧੀਆ ਸੰਖੇਪ ਦੇ ਵਿੱਚ ਜਿਹੜੇ ਜਵਾਬ ਦੇਣੇ ਬਣਦੇ ਸੀਗੇ ਉਹ ਦਿੱਤੇ। ਸੋ ਮੀਡੀਆ ਦੀ ਭੂਮਿਕਾ ਵੀ ਹੈਗੀ, ਉਹਦੇ ਨਾਲ ਦੀ ਨਾਲ ਜਿਹੜੀਆਂ ਸ਼ਖਸੀਅਤਾਂ ਦੇ ਵੱਲੋਂ ਨਿਊਜ਼ ਮੇਕਿੰਗ ਦੇ ਵਾਸਤੇ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਗੱਲ ਵੱਧ ਜਾਂਦੀ ਹੈ, ਇਹਦੀ ਵੀ ਹੈਗੀ ਹੈ। ਬਾਕੀ ਸਰਕਾਰ ਦੋਸ਼ ਮੁਕਤ ਨਹੀਂ ਹੈ, ਮੀਡੀਆ ਦੋਸ਼ ਮੁਕਤ ਨਹੀਂ ਹੈ। ਇੱਕ ਗੱਲ ਹੋਰ ਦੇਖਣੀ ਚਾਹੀਦੀ, ਸਿਰਫ ਇਹ ਨਹੀਂ ਕਿ ਮੀਡੀਆ ਇਹ ਕਰ ਰਿਹਾ ਔਰ ਸਰਕਾਰ ਕਾਰਵਾਈ ਨਹੀਂ ਕਰ ਰਹੀ ਜੀ, ਤੇ ਬੰਦੇ ਬੋਲੀ ਜਾ ਰਹੇ ਆ, ਸੋਸਾਇਟੀ ਦਾ ਰਿਸਪੌਂਸ ਵੀ ਨਹੀਂ ਹੈਗਾ। ਸਮਾਜ ਦੇ ਵਿੱਚੋਂ ਵੀ ਜਿਹੜੇ 2-4 ਫੁਟਕਲ ਬੰਦੇ ਉੱਠ ਕੇ ਕੋਈ ਵੀ ਬਿਆਨ ਦੇ ਦਿੰਦੇ ਆ, ਉਹ ਕੋਈ ਹਿੰਦੂ ਕਮਿਊਨਿਟੀ ਦੇ ਨੁਮਾਇੰਦੇ ਥੋੜੀ ਹੈਗੇ। ਉਹ ਤੁਸੀਂ ਆਮ ਜਿਹੜਾ ਕੋਈ ਸੁਹਿਰਦ ਹਿੱਸੇ ਹੈਗੇ ਆ, ਆਪਾਂ ਵੀ ਸਾਰੇ ਇਸ ਪੰਜਾਬ ਦੇ ਵਿੱਚ ਵਿਚਰਦੇ ਆ, ਆਪਾਂ ਨੂੰ ਪਤਾ ਕਿ ਇੱਥੇ ਰਲਵਾ ਭਾਈਚਾਰਾ ਹੈਗਾ ਆ। ਤੁਸੀਂ ਉਹਨਾਂ ਦੇ ਨਾਲ ਗੱਲ ਕਰੋ, ਉਹ ਕਈ ਵਾਰ ਇੱਥੋਂ ਤੱਕ ਵੀ ਕਹਿ ਦਿੰਦੇ, ਉਹ ਕਹਿੰਦੇ ਸਰਦਾਰ ਜੀ ਤੁਸੀਂ ਹੀ ਇਹਨਾਂ ਨੂੰ ਦੇਖਦੇ ਹੋ ਵੀ ਅਸੀਂ ਤਾਂ ਇਹਨਾਂ ਨੂੰ ਸੁਣਦੇ ਵੀ ਨਹੀਂ, ਸਾਨੂੰ ਤਾਂ ਪਤਾ ਵੀ ਨਹੀਂ ਵੀ ਇਹ ਕੌਣ ਨੇ ਬੰਦੇ। ਪਰ ਮੈਨੂੰ ਇਹ ਮਸਲਾ ਗੰਭੀਰ ਲੱਗਦਾ ਹੈ ਕਿ ਜਦੋਂ ਕੋਈ ਅਜਿਹਾ ਬਿਆਨ ਦਿੰਦਾ, ਚਾਹੇ ਉਹ ਕਿਸੇ ਵੀ ਕਮਿਊਨਿਟੀ 'ਚ ਹੋਵੇ, ਜਿਵੇਂ ਮੌਜੂਦਾ ਤੌਰ ਤੇ ਉਦਾਹਰਨ ਲੈ ਕੇ ਚੱਲੀਏ ਕਿ ਸੂਰੀ ਹੁਣਾਂ ਦੇ ਕਤਲ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀਆਂ ਵੱਲੋਂ ਬਿਆਨ ਆਏ ਅਤੇ ਜਿਹੜੇ ਉਸ ਤੋਂ ਬਾਅਦ ਹੋਰ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਬਿਆਨ ਆਏ, ਉਸ ਉੱਤੇ ਬਹੁ ਗਿਣਤੀ ਦੇ ਵਿੱਚ ਜਿਹੜਾ ਹਿੰਦੂ ਭਾਈਚਾਰਾ ਹੈ ਉਹ ਚੁੱਪ ਰਿਹਾ। ਤਾਂ ਉਹ ਇਹ ਚੁੱਪੀ, ਇਹ ਜਿਹੜੀ ਚੁੱਪੀ ਹੈ, ਇਹੀ ਗੱਲ ਹੀ ਕਰ ਰਿਹਾ, ਜਿਹੜੀ ਇਹ ਚੁੱਪੀ ਹੈ, ਇਹ ਚੁੱਪੀ ਕਿਉਂ ਹੈ, ਤੇ ਇਹ ਚੁੱਪੀ ਦੇ ਜਿਹੜੇ ਪਿਛਲੇ ਕਾਰਨ ਤਾਂ ਤੁਸੀਂ ਦੱਸੋਗੇ, ਪਰ ਮੈਂ ਇੱਥੇ ਜਾਣਨਾ ਚਾਹੁੰਦਾ ਹੈ ਕਿ ਇਹ ਚੁੱਪੀ ਸਹਿਮਤੀ ਹੈ ਇਸ ਮਾਮਲੇ ਦੇ ਵਿੱਚ ਕਿ ਹਾਂ ਇਹ ਬੰਦਾ ਸਹੀ ਕਹਿ ਰਿਹਾ, ਜਾਂ ਫਿਰ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਚੁੱਪ ਰਹਿ ਕੇ ਸਹਿਮਤੀ ਪ੍ਰਗਟਾ ਦਿੰਦੇ ਨੇ। ਮੈਂ ਇਹੀ ਨੁਕਤਾ ਆਪਾਂ ਡਿਸਕਸ ਕਰ ਰਹੇ ਸੀ, ਜਿਹੜਾ ਤੁਸੀਂ ਸਵਾਲ ਕੀਤਾ ਨਾ, ਇਹੀ ਨੁਕਤਾ ਡਿਸਕਸ ਕਰ ਰਹੇ ਹਾਂ ਕਿ ਸੁਸਾਇਟੀ ਦਾ ਰਿਸਪੌਂਸ ਨਹੀਂ ਆਉਂਦਾ। ਜਿਹੜੇ ਹਿੱਸਿਆਂ ਦੇ ਵਿੱਚੋਂ ਬੰਦੇ ਉੱਠ ਕੇ ਬੋਲ ਰਹੇ ਨੇ ਇਹ ਸਾਰੀਆਂ ਗੱਲਾਂ, ਬਹੁਤਾਤ ਹਿੱਸਾ ਜਦੋਂ ਤੁਸੀਂ ਉਹਨਾਂ ਨਾਲ ਪਰਸਨਲੀ ਗੱਲ ਕਰੋ, ਉਹ ਇਹ ਗੱਲ ਕਹਿ ਦਿੰਦੇ ਵੀ ਅਸੀਂ ਇਹ ਕਿਹੜੇ ਸਾਡੇ ਨੁਮਾਇੰਦੇ ਨੇ, ਅਸੀਂ ਕਿਹੜੇ ਇਹਨਾਂ ਦੇ ਨਾਲ ਸਹਿਮਤ ਆ। ਪਰ ਉਹਨਾਂ ਨੇ ਕਦੀ ਵੀ ਇਹ ਗੱਲ ਜਨਤਕ ਤੌਰ ਦੇ ਉੱਪਰ ਨਹੀਂ ਕਹੀ। ਆਪਾਂ ਕਦੀ ਨਹੀਂ ਦੇਖਿਆ ਕਿ ਕਿਸੇ ਹਿੰਦੂ ਸੰਸਥਾ ਦੇ ਵੱਲੋਂ ਆਪਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ, ਜਾਂ ਕਿਸੇ ਸਿੱਖਾਂ ਦੇ ਇਕੱਠ ਦੇ ਵਿੱਚ ਆ ਕੇ ਉਹ ਬੋਲੇ ਹੋਣ ਤੇ ਉਹਨਾਂ ਨੇ ਆ ਕੇ ਕਿਹਾ ਹੋਵੇ ਵੀ ਜਿਹੜੇ ਬੰਦੇ ਸਿੱਖਾਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਵੀ ਇਹ ਸਾਡੇ ਨੁਮਾਇੰਦੇ ਨਹੀਂ ਹੈਗੇ, ਇਹਨਾਂ ਦੀ ਆਵਾਜ਼ ਨੂੰ ਕੋਈ ਹਿੰਦੂਆਂ ਦੀ ਆਵਾਜ਼ ਨਾ ਮੰਨਿਆ ਜਾਵੇ। ਸੋ ਇਹ ਇੱਕ ਬੜਾ ਵੱਡਾ ਸਵਾਲ ਹੈਗਾ। ਸੋ ਇਸ ਸੰਬੰਧ ਦੇ ਵਿੱਚ ਮਤਲਬ ਜੇ ਆਪਾਂ ਗ੍ਰੈਗਰੀਆ ਚ ਸਟੈਂਟਨ ਦਾ ਵੀ ਦੇਖੀਏ ਤੇ ਉਹ ਵੀ ਦੱਸਦਾ ਕਿ ਜਿਹੜੇ ਇੰਟਰਫੇਥ ਡਾਇਲੋਗ ਨੇ ਜਾਂ ਭਾਈਚਾਰਿਆਂ ਦੇ ਆਗੂਆਂ ਦੇ ਪੱਧਰ ਦੇ ਉੱਪਰ ਆਪਸੀ ਜਿਹੜਾ ਸੰਵਾਦ ਹੋਣਾ ਹੁੰਦਾ, ਜੈਨੋਸਾਈਡ ਪ੍ਰੀਵੈਂਸ਼ਨ ਦੇ ਨੁਕਤੇ ਤੋਂ ਜੇਕਰ ਆਪਾਂ ਦੇਖੀਏ ਤੇ ਉਹ ਵੀ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ। ਇਹ ਗੱਲ ਸਾਹਮਣੇ ਨਹੀਂ ਹੋ ਪਾਉਂਦੀ ਕਿ ਉਹ ਬੰਦੇ ਇਸ ਬਿਆਨਾਂ ਨਾਲ ਸਹਿਮਤ ਨੇ ਜਾਂ ਸਹਿਮਤ ਨੇ, ਉਹਨੇ ਚੁੱਪੀ ਕਰਕੇ। ਇਹੀ ਗੱਲ ਇਸੇ ਕਰਕੇ ਹੀ ਹੈਗਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਕੁਝ ਨਾ ਕੁਝ ਸਿਵਲ ਸੁਸਾਇਟੀ ਦੇ ਪੱਧਰ ਦੇ ਉੱਪਰ ਵੀ ਇਸ ਤਰ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ ਕਿ ਜਿੱਥੇ ਉਹਨਾਂ ਦੇ ਰਿਸਪੌਂਸ ਨੂੰ ਜਾਣਿਆ ਜਾਵੇ, ਔਰ ਉੱਥੇ ਮੀਡੀਆ ਦੀ ਇਹ ਭੂਮਿਕਾ ਜ਼ਰੂਰ ਹੋਣੀ ਚਾਹੀਦੀ ਕਿ ਜੇਕਰ ਇਸ ਤਰ੍ਹਾਂ ਦੀ ਗੱਲ ਵਾਪਰਦੀ ਹੈ ਉਹ ਦੇਖਣ ਕਿ ਕਿਹੜੇ ਇਸ ਸਮਾਜ ਦੇ ਵਿੱਚੋਂ ਪੋਜ਼ਿਟਿਵ ਹਿੱਸੇ ਹੈਗੇ ਜਿਹੜੇ ਨਫ਼ਰਤੀ ਪ੍ਰਚਾਰ ਨੂੰ ਕੰਡੈਮ ਕਰ ਸਕਦੇ ਆ। ਸੋ ਉਹਨਾਂ ਦਾ ਪੱਖ ਵੀ ਲਿਆ ਕੇ ਜਿਹੜਾ ਉਹ ਸਾਹਮਣੇ ਪੇਸ਼ ਕਰਨਾ ਚਾਹੀਦਾ ਆ। ਅੱਵਲ ਤਾਂ ਮੈਂ ਦੁਬਾਰਾ ਕਹਿਣਾ ਕਿ ਸੁਸਾਇਟੀ ਦਾ ਪੱਖ ਵਿੱਚੋਂ ਵੀ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਆ ਰਿਹਾ, ਇਹ ਮਾੜੀ ਗੱਲ ਹੈਗੀ ਆ, ਆਉਣਾ ਚਾਹੀਦਾ ਆ। ਇਹ ਆਪਣੇ ਆਪ 'ਚ ਇਹ ਖਾਮੀ ਵਾਲੀ ਗੱਲ ਹੈ, ਪਰ ਜੇ ਇਹ ਖਾਮੀ ਹੈਗੀ ਆ ਤਾਂ ਮੀਡੀਆ ਦੀ ਇਹਦੇ ਵਿੱਚ ਇਹ ਭੂਮਿਕਾ ਬਣਦੀ ਕਿ ਇਹਨੂੰ ਦੂਰ ਕਰਨ ਦੇ ਵਾਸਤੇ ਕੀ ਕੋਈ ਰੋਲ ਨਿਭਾਇਆ ਜਾ ਸਕਦਾ, ਉਹ ਨਿਭਾਉਣਾ ਚਾਹੀਦਾ। ਤਾਂ ਜਦੋਂ ਅਜਿਹਾ ਚੁੱਪੀ ਸਾਧ ਲਈ ਜਾਂਦੀ ਹੈ, ਕਿਸੇ ਵੀ ਮਸਲੇ ਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾਂਦੀ, ਚਾਹੇ ਉਸ ਮਾਮਲੇ ਦੇ ਨਾਲ ਅਸਹਿਮਤੀ ਕਿਉਂ ਨਾ ਹੋਣ, ਪਰ ਉਹ ਚੁੱਪੀ ਕਿਤੇ ਨਾ ਕਿਤੇ ਪਾੜੇ ਦਾ ਕੰਮ ਕਰਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਾਂ ਆਪਾਂ ਕਹਿ ਲਈਏ ਕਿ ਸਰਕਾਰ ਜੋ ਇੱਕ ਨੈਰੇਟਿਵ ਕ੍ਰੀਏਟ ਕਰਨਾ ਚਾਹੁੰਦੀ ਹੈ ਉਹ ਹੋ ਜਾਂਦਾ ਕਿ ਉਹ ਦੂਸਰੇ ਪਾਸਿਓਂ ਬਿਆਨ ਦਵਾ ਦਿੱਤੇ ਜਾਂਦੇ ਨੇ, ਇੱਕ ਪਾਸਾ ਚੁੱਪ ਹੈ, ਤਾਂ ਉਹ ਪਾੜਾ ਜਿਹੜਾ ਖਿਲਾਰਾ ਹੈ ਉਹ ਵੱਧਦਾ ਜਾਂਦਾ। ਤਾਂ ਇਸ ਖਿਲਾਰੇ ਨੂੰ ਸਮੇਟਣ ਦੇ ਲਈ ਤਾਂ ਹੁਣ ਕਿਹੜੀ ਧਿਰ ਨੂੰ ਅੱਗੇ ਆਉਣਾ ਚਾਹੀਦਾ, ਜਾਂ ਜਿਹੜੀ ਧਿਰ ਵਿਕਟਮ ਹੈ ਉਹੀ ਅੱਗੇ ਆਈ ਜਾਵੇ, ਜਾਂ ਜਿਹੜੀ ਦੂਸਰੀ ਧਿਰ ਹੈ ਉਹਨੂੰ ਅੱਗੇ ਆਉਣਾ ਚਾਹੀਦਾ? ਨਹੀਂ ਦੇਖੋ, ਇਸ ਸੰਬੰਧ ਦੇ ਵਿੱਚ ਇੱਕ ਤਾਂ ਸਿੱਖਾਂ ਦੇ ਮਸਲੇ ਦੇ ਵਿੱਚ ਇਹ ਹੈ ਕਿ ਠੀਕ ਹੈ ਜਿੰਨੀ ਵੀ ਹੇਟ ਸਪੀਚ ਨਫ਼ਰਤ ਦਾ ਪ੍ਰਚਾਰ ਹੋ ਰਿਹਾ ਉਹ ਸਿੱਖਾਂ ਦੇ
ਬਰਖਲਾਫ ਹੋ ਰਿਹਾ ਹੈ ਹਨਾ, ਜਿਹਦੇ ਵਿੱਚੋਂ ਆ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਵੀ ਦੇਖਣੀਆਂ ਚਾਹੀਦੀਆਂ, ਚਾਹੇ ਜਿਹੜੀ ਕੋਟਕਪੂਰੇ ਵਾਲੀ ਘਟਨਾ ਸੀਗੀ ਡੇਰਾ ਪ੍ਰੇਮੀ ਵਾਲੀ, ਮਤਲਬ ਉਸ ਬੰਦੇ ਦਾ ਤੁਸੀਂ ਦੇਖੋ ਜਿਹੜਾ ਰੋਲ ਆ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਬੜਾ ਸਪਸ਼ਟ ਆਇਆ ਹੋਇਆ, ਔਰ ਜਿੰਨੀ ਵੀ ਪੁਲਿਸ ਦੀ ਜਾਂਚ ਹੋਈ ਉਹਦੇ ਵਿੱਚ ਵੀ ਹੈ ਕਿ ਡੇਰੇ ਸਿਰਸੇ ਤੋਂ ਜਿਹੜੀ ਸਾਰੀ ਘੜੀ ਗਈ ਹੈ। ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੋ ਰਹੀ ਜੀ, ਫਿਰ ਇੱਕ ਸਿੱਖਾਂ ਦਾ ਕੋਈ ਆਪ ਦਾ ਰਿਸਪੌਂਡ ਕਰਨ ਦਾ ਤਰੀਕਾ ਹੈਗਾ, ਔਰ ਸਰਕਾਰ ਮਿੱਥ ਕੇ ਉਸ ਪਾਸੇ ਨੂੰ ਬੰਦਿਆਂ ਨੂੰ ਧੱਕ ਰਹੀ ਹੈ। ਸੋ ਇਸ ਸਾਰੇ ਸਮੇਂ ਦੇ ਦੌਰਾਨ ਇਹ ਗੱਲ ਜ਼ਰੂਰ ਦੇਖਣੀ ਚਾਹੀਦੀ ਕਿ ਹੁਣ ਜਿਸ ਸਮੇਂ ਹਾਲਾਤ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਉਹ ਬਿਲਕੁਲ 77 ਤੋਂ 82 ਵਾਲਾ ਟਾਈਮ ਹੈ ਕਿ ਜਦੋਂ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਐਮਰਜੈਂਸੀ ਦਾ ਸਫਲ ਵਿਰੋਧ ਕਰਕੇ ਪੂਰੇ ਇੰਡੀਆ ਦੇ ਵਿੱਚ ਆਪਦੀ ਇੱਕ ਸਿਆਸੀ ਜਿਹੜੀ ਸਮਰੱਥਾ ਆ ਉਹ ਪ੍ਰਗਟ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਸਟੇਟ ਨੇ ਸਿੱਖਾਂ ਬਾਰੇ ਇੱਕ ਪ੍ਰਿੰਸੀਪਲ ਫੈਸਲਾ ਲੈ ਲਿਆ ਸੀਗਾ ਵੀ ਇਹਨਾਂ ਨੂੰ ਹਰ ਹਾਲਤ ਕਨਫਲਿਕਟ ਦੇ ਵਿੱਚ ਉਲਝਾਉਣਾ ਆ, ਔਰ ਕਨਫਲਿਕਟ ਦੇ ਵਿੱਚ ਉਲਝਾ ਕੇ ਇਹਨਾਂ ਨੂੰ ਆਈਸੋਲੇਟ ਕਰਕੇ ਨਿਸ਼ਾਨੇ ਤੇ ਲਿਆ ਕੇ ਮਤਲਬ ਇਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਨਜਿੱਠਣਾ। ਜੇ ਨਾ ਨਜਿੱਠਿਆ, ਇਸ ਭਾਈਚਾਰੇ ਦੀ ਵਿਚਾਰਧਾਰਾ ਇਸ ਤਰ੍ਹਾਂ ਦੀ ਆ, ਇਹਨਾਂ ਦੇ ਆਦਰਸ਼ ਇਸ ਤਰ੍ਹਾਂ ਦੇ ਨੇ, ਸਰਬੱਤ ਦੇ ਭਲੇ ਵਾਲੇ, ਇਹਨਾਂ ਦੀ ਰਾਜ ਕਰਨ ਦੀ ਹਿਸਟਰੀ ਔਰ ਬੜਾ ਨਿਆਂ ਸੰਗਤ ਰਾਜ ਕਰਨ ਦੀ ਹਿਸਟਰੀ ਹੈਗੀ ਆ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਤਾਕਤ ਦੇ ਕੇਂਦਰੀਕਰਨ ਦੇ ਵਿਰੋਧੀ ਹਿੱਸੇ ਨੇ ਉਹ ਸਾਰੇ ਹੀ ਸਿੱਖਾਂ ਦੀ ਅਗਵਾਈ ਦੇ ਵਿੱਚ ਇੱਕ ਸਾਂਝੀ ਸਟਰਗਲ ਜਿਹੜੀ ਆ ਉਹ ਵਿੱਢ ਸਕਦੇ ਆ। ਇਸ ਕਰਕੇ ਉਹਨਾਂ ਨੇ ਤੁਸੀਂ ਦੇਖੋ ਵੀ ਜਿਹੜਾ 78 ਵਾਲਾ ਸਾਕਾ ਹੋਇਆ, ਕਿਸ ਤਰੀਕੇ ਦੇ ਨਾਲ ਉਹ ਦੋਸ਼ੀ ਨੂੰ ਬਚਾਇਆ ਗਿਆ, ਉਹਨੂੰ ਦੁਬਾਰਾ ਪੰਜਾਬ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਕਿੱਦਾਂ ਹਾਲਾਤ ਕਦਮ ਬਾ ਕਦਮ ਸਿੱਖਾਂ ਨੂੰ ਮਤਲਬ ਹਾਸ਼ੀਏ ਵੱਲ ਨੂੰ ਧੱਕਣ ਦੇ, ਔਰ ਇਹ ਕਰਨ ਵਾਸਤੇ ਕਿ ਸਿੱਖ ਜਿਹੜੇ ਆ ਉਹ ਕਨਫਲਿਕਟ ਵਾਲਾ ਸੰਤ ਜਰਨੈਲ ਸਿੰਘ ਕਿੰਨਾ ਠਰਮਾ ਰੱਖ ਕੇ ਚੱਲਦੇ ਰਹੇ, ਪਰ ਅਲਟੀਮੇਟਲੀ ਉਹਨਾਂ ਨੇ 82 ਤੱਕ ਉਹ ਆਈਸੋਲੇਸ਼ਨ ਜਿਹੜੀ ਸੀਗੀ ਸੁਸਾਇਟੀ ਤੋਂ ਉਹ ਕਰ ਲਈ ਸੀਗੀ। ਸੋ ਉਹੀ ਸਿਚੁਏਸ਼ਨ ਜਿਹੜੀ ਆ ਉਹ ਹੁਣ ਵਾਪਰ ਰਹੀ ਆ। ਬਿਲਕੁਲ ਕਿਸਾਨੀ ਸੰਘਰਸ਼ ਦੇ ਦੌਰਾਨ ਜਿੰਨਾ ਵੀ ਇਹ ਲੜਿਆ ਗਿਆ ਉਹ ਸਾਰੇ ਜਾਣਦੇ ਕਿ ਪੰਜਾਬ ਤੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਸਿੱਖਾਂ ਦੀ ਜਿਹੜੀ ਭੂਮਿਕਾ ਆ ਉਹ ਕਿਸਾਨੀ ਸਟਰਗਲ ਦੇ ਵਿੱਚੋਂ ਬਾਹਰ ਕੱਢ ਦਿਓ ਤੇ ਪਿੱਛੇ ਮਤਲਬ ਉਸ ਤਰ੍ਹਾਂ ਦੀ ਸਟਰਗਲ ਜਿਹੜੀ ਆ ਉਹ ਰਹਿ ਨਹੀਂ ਜਾਂਦੀ ਹੈ। ਸੋ ਹੁਣ ਵੀ ਜੋ ਉਸ ਸਮੇਂ ਕੇਂਦਰ ਜਿਸ ਰਸਤੇ ਦੇ ਉੱਪਰ ਚੱਲ ਰਿਹਾ ਸੀ ਸੈਂਟਰਲਾਈਜੇਸ਼ਨ ਆਫ ਪਾਵਰ ਤੇ, ਬਿਲਕੁਲ ਮੋਦੀ ਹੁਣ ਉਹਨਾਂ ਰਾਹਾਂ ਦੇ ਉੱਪਰ ਚੱਲ ਰਿਹਾ ਹੈ। ਸੋ ਉਹਨਾਂ ਨੇ ਲਗਭਗ 2020-2021 ਦੇ ਦੌਰਾਨ ਇਸ ਗੱਲ ਦਾ ਨਿੱਠ ਕੇ ਫੈਸਲਾ ਲੈ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਆ ਇਹਨੂੰ ਇਗਨਾਈਟ ਕਰਨਾ, ਇਹਨੂੰ ਭੜਕਾਉਣਾ ਆ, ਔਰ ਇਹਦੇ ਵਿੱਚੋਂ ਮਤਲਬ ਜਿਹੜੇ ਮਸਲੇ ਹੈਗੇ ਉਹ ਖਾਮ-ਖਾ ਗਲ ਪਾਏ ਜਾ ਰਹੇ ਆ। ਤੁਸੀਂ ਦੇਖੋ ਇੱਕ ਬੰਦਾ ਬਲਾਤਕਾਰ ਦੇ ਕੇਸਾਂ ਦੇ ਵਿੱਚ ਉਹ ਮਤਲਬ ਉਮਰ ਕੈਦੀ ਹੈ, ਕਤਲ ਦੇ ਕੇਸਾਂ ਦੇ ਵਿੱਚ ਉਹਨੂੰ ਸਜ਼ਾਵਾਂ ਹੋਈਆਂ ਨੇ, ਉਹਨੂੰ ਪੈਰੋਲ ਦੇ ਉੱਪਰ ਲਿਆਉਂਦੇ, ਫਿਰ ਇਹ ਗੱਲ ਫੈਲਾਈ ਜਾਂਦੀ ਕਿ ਇਹਨੂੰ ਹੁਣ ਪੰਜਾਬ ਦੇ ਵਿੱਚ ਲਿਆ ਕੇ ਤੇ ਇਹਦਾ ਪ੍ਰੋਗਰਾਮ ਕਰਵਾਉਣਾ ਆ ਸਲਾਬਤਪੁਰੇ। ਸੋ ਉਹ ਸਾਰੀ ਗੱਲ ਜਿਹੜੀ ਆ ਉਸ ਪਾਸੇ ਨੂੰ ਧੱਕੀ ਜਾ ਰਹੀ ਹੈ। ਸਿਰਫ ਕੱਲਾ ਹੇਟ ਸਪੀਚ ਵਾਲਾ ਮਸਲਾ ਨਹੀਂ ਹੈਗਾ, ਇਹ ਵੀ ਜਿਹੜਾ ਆ ਉਹ ਨਾਲ ਆ ਕੇ ਖੜਦਾ। ਸੋ ਇਹਦੇ ਵਿੱਚੋਂ ਇਹ ਗੱਲ ਜ਼ਰੂਰ ਦੇਖਣੀ ਚਾਹੀਦੀ ਕਿ ਸਿੱਖਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਟੈਕਲ ਕਰਨਾ ਹੈ। ਉਹ ਆਈਸੋਲੇਸ਼ਨ ਵੱਲ ਨੂੰ ਗੱਲ ਲੈ ਕੇ ਜਾ ਰਹੇ ਨੇ, ਔਰ ਅਜੇ ਤੱਕ ਜੇਕਰ ਆਪਾਂ ਜਿੰਨਾ ਵੀ ਐਨਾਲਿਸਿਸ ਕਰੀਏ ਅਜੇ ਤੱਕ ਉਹ ਕਾਮਯਾਬ ਹੁੰਦੇ ਨਜ਼ਰ ਆ ਰਹੇ ਆ। ਮੀਡੀਆ ਐਜ਼ ਅ ਟੂਲ ਵਰਤ ਹੋ ਰਿਹਾ ਆ। ਸੁਸਾਇਟੀ ਜਿਹੜੀ ਆ ਉਹ ਜਦੋਂ ਨਫ਼ਰਤੀ ਪ੍ਰਚਾਰ ਇਸ ਤਰ੍ਹਾਂ ਦਾ ਹੁੰਦਾ ਉਹਦੇ ਖਿਲਾਫ ਉਸ ਤਰ੍ਹਾਂ ਦਾ ਕਰਦੀ ਨਹੀਂ ਹੈਗੀ, ਔਰ ਸਿੱਖਾਂ ਦੇ ਵਿੱਚ ਵੀ ਇੱਕ ਇਹ ਗੱਲ ਹੈਗੀ ਕਿ ਉਹ ਹਰ ਗੱਲ ਨੂੰ ਇੱਕ ਵਿਕਟਮ ਮੈਂਟੈਲਿਟੀ ਦੇ ਵਿੱਚੋਂ ਦੇਖ ਕੇ ਉਹਦਾ ਦੋਸ਼ ਜਿਹੜਾ ਉਹ ਦੇਣਾ ਸ਼ੁਰੂ, ਇਹ ਨਹੀਂ ਦੇਖਦੇ ਕਿ ਇਹ ਗੱਲ ਕਿਉਂ ਕੀਤੀ ਜਾ ਰਹੀ, ਕਿਸ ਮਕਸਦ ਦੇ ਵਾਸਤੇ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਉਸ ਮਕਸਦ ਨੂੰ ਐਕਸਪੋਜ਼ ਕਰੋ ਤਾਂ ਤੁਸੀਂ ਉਹਦੇ ਖਿਲਾਫ ਆਪਣੀ ਇੱਕ ਕਾਊਂਟਰ ਸਟ੍ਰੈਟਜੀ ਘੜਨ ਦੇ ਸਮਰੱਥ ਹੋ ਸਕਦੇ ਆ ਕਿ ਜੇਕਰ ਸਰਕਾਰ ਇਸ ਪਾਸੇ ਨੂੰ ਹਾਲਾਤ ਤੱਕ ਰਹੀ ਹੈ ਤੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਐਕਸਪੋਜ਼ ਕਰਨਾ ਆ। ਪਰ ਉਹਦੀ ਬਜਾਏ ਜ਼ਿਆਦਾ ਜਿਹੜਾ ਹਾਲਾਤ ਆ ਉਹ ਇੱਕ ਵਿਕਟਮਹੁੱਡ ਦਾ ਨੈਰੇਟਿਵ ਖੜਾ ਕਰਕੇ ਹਰ ਮਸਲੇ ਦੇ ਵਿੱਚ ਹੀ ਇਸ ਤਰੀਕੇ ਦਾ, ਠੀਕ ਹੈ ਉਹ ਵਿਕਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਸ ਵਿਕਟਮ ਮੈਂਟੈਲਿਟੀ ਤੋਂ ਬਾਹਰ ਨਿਕਲ ਕੇ ਇਹਨੂੰ ਸਮਝ ਕੇ ਇਹਦਾ ਕਾਊਂਟਰ ਨੈਰੇਟਿਵ ਲਿਆਂਦਾ ਜਾ ਸਕਦਾ। ਇਹ ਵੀ ਕਿਹਾ ਜਾ ਰਿਹਾ ਕਿ ਆਖਰ ਸਹੀ ਹੈ ਤਾਂ ਕਦੋਂ ਤੱਕ ਸਹੀ ਹੈ। ਜਿਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਹੁਣ ਬੀਤੇ ਦਿਨਾਂ ਦੇ ਵਿੱਚ ਵਾਪਰੀਆਂ ਨੇ, ਉਸ ਤੋਂ ਬਾਅਦ ਲੋਕ ਸਮਰਥਨ ਜਿਹੜਾ ਉਹਨਾਂ ਘਟਨਾਵਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ। ਤਾਂ ਜਿਵੇਂ ਤੁਸੀਂ ਆਖਿਆ ਕਿ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਆਈਸੋਲੇਟ ਕਰਨ ਦੀਆਂ ਕੋਸ਼ਿਸ਼ਾਂ ਵੱਲ ਨੂੰ ਜਾਂ ਸਰਕਾਰ ਜਾਂ ਜੋ ਆਪਣਾ ਪ੍ਰੋਪੇਗੈਂਡਾ ਉਹ ਕਰਦੇ ਨੇ ਉਹ ਤਾਂ ਸਫਲ ਹੋ ਰਹੇ ਨੇ, ਪਰ ਸਿੱਖ ਇਸ ਵੇਲੇ ਫਿਰ ਕਰਨ ਤਾਂ ਕੀ ਕਰਨ? ਉਹ ਜੇਕਰ ਉਸ ਮੂਵਮੈਂਟ ਵੱਲ ਨੂੰ ਜਾਂਦੇ ਨੇ ਤਾਂ ਵੀ ਉਹਨਾਂ ਦੇ ਲਈ ਖਤਰਾ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਨੌਜਵਾਨਾਂ ਦਾ ਨੁਕਸਾਨ ਉਸ ਘਟਨਾ ਦੇ ਵਿੱਚ ਹੋ ਸਕਦਾ ਹੈ। ਪਰ ਕੀ ਫਿਰ ਮੌਜੂਦਾ ਦੌਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ
ਗਾਂਧੀਵਾਦੀ ਫਲਸਫਾ ਜਿਹੜਾ ਕਿ ਇੱਕ ਖਾਓ ਦੂਜੀ ਗੱਲ ਮੂਹਰੇ ਕਰ ਲਓ, ਇਸ ਤਰ੍ਹਾਂ ਦੀ ਕਿਹੜਾ ਰਾਹ ਕਿਹੜਾ ਫਿਰ? ਰਾਹ ਦੇਖੋ, ਰਾਹ ਇਹ ਹੈ ਕਿ ਜਦੋਂ ਵੀ ਕੋਈ ਸਮਾਜ ਦੇ ਵਿੱਚ ਘਟਨਾਕ੍ਰਮ ਵਾਪਰਦਾ ਹੈ, ਤੁਸੀਂ ਇਹ ਦੇਖਣਾ ਹੁੰਦਾ ਕਿ ਇਹਨੂੰ ਕਾਊਂਟਰ ਕਿੱਦਾਂ ਕੀਤਾ ਜਾ ਸਕਦਾ। ਮੈਂ ਇੱਕ ਮਿਸਾਲ ਸਾਂਝੀ ਕਰਦਾ ਤੁਹਾਡੇ ਨਾਲ। 2017 ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਸਾਡੇ ਬੰਦਿਆਂ ਤੱਕ ਆਈ ਕਿ ਇੱਕ ਨੌਜਵਾਨ ਨੇ ਜਿਹੜਾ ਕਿ ਬਹੁਜਨ ਭਾਈਚਾਰੇ ਦੇ ਨਾਲ ਸੰਬੰਧਿਤ ਸੀਗਾ, ਜਿਹੜੀ ਇੱਕ ਮਨੋਕਲਪਤ ਤਸਵੀਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਮਨੋਕਲਪਤ ਹੀ ਹੈ ਤਾਂ ਹੈ ਨਹੀਂ ਉਹ, ਵੀ ਉਹਦੇ ਨਾਲ ਛੇੜਖਾਨੀ ਕਰਕੇ ਤੇ ਉਹਨੇ ਫੇਸਬੁੱਕ ਦੇ ਉੱਪਰ ਪਾਈ ਹੈ। ਆਮ ਆਦਮੀ ਪਾਰਟੀ ਵਾਲੇ ਬੰਦੇ ਤੇ ਬਾਦਲ ਵਾਲੇ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਤਾਲਮੇਲ ਕਰ ਰਹੇ ਸੀਗੇ, ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ, ਕਿ ਇਸ ਮਾਮਲੇ ਦੇ ਵਿੱਚ ਆਪਾਂ ਪ੍ਰੋਟੈਸਟ ਕਰੀਏ। ਚਲੋ ਸਾਡੇ ਬੰਦਿਆਂ ਤੱਕ ਗੱਲ ਪਹੁੰਚੀ, ਉਹਨਾਂ ਨੇ ਇਹੀ ਗੱਲ ਕਹੀ, ਉਹਨਾਂ ਨੂੰ ਰੋਕਿਆ ਵੀ ਰੁਕ ਜਾਓ ਆਪਾਂ ਕਰਦੇ ਹਾਂ। ਹੁਣ ਵੋਟਾਂ ਤੋਂ ਪਹਿਲਾਂ ਜਿਹੜੀ ਬੀਜੇਪੀ ਆ ਉਹ ਪੋਲਰਾਈਜੇਸ਼ਨ ਕਰਦੀ ਹੈ। ਪੰਜਾਬ ਦੇ ਵਿੱਚ ਹਿੰਦੂ ਮੁਸਲਿਮ ਪੋਲਰਾਈਜੇਸ਼ਨ ਤਾਂ ਹੋ ਨਹੀਂ ਸਕਦੀ ਜਿਹੜੀ ਉਹ ਬਾਕੀ ਥਾਵਾਂ ਦੇ ਉੱਪਰ ਕਰਦੀ ਹੈ, ਠੀਕ ਹੈ। ਇੱਥੇ ਦਲਿਤ ਸਿੱਖ ਪੋਲਰਾਈਜੇਸ਼ਨ ਦਾ ਬੀਜੇਪੀ ਨੂੰ ਫਾਇਦਾ ਹੋ ਸਕਦਾ ਹੈ। ਸੋ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਪ੍ਰੋਟੈਸਟ ਕਰੋਗੇ ਇਹ ਬੀਜੇਪੀ ਦਾ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਜਾਣੀ ਹੈ। ਉਹਦੀ ਬਜਾਏ ਆਪਾਂ ਜਿਹੜੇ ਕੋਈ ਬਹੁਜਨ ਭਾਈਚਾਰੇ ਦੇ ਸਿਆਣੇ ਬੰਦੇ ਹੈਗੇ ਆ ਉਹਨਾਂ ਦੇ ਨਾਲ ਸੰਪਰਕ ਕਰੀਏ, ਉਹਨਾਂ ਨੂੰ ਕਹੀਏ ਵੀ ਆਹ ਬੰਦਾ ਹੈਗਾ, ਤੁਸੀਂ ਇਹਦਾ ਪਤਾ ਕਰਾਓ ਕੌਣ ਆ ਔਰ ਇਹਦੇ ਕੋਲੋਂ ਇਹ ਹਟਵਾਓ, ਤੇ ਉਹਨੂੰ ਸਮਝਾਓ, ਉਹਨੂੰ ਕਹੋ ਵੀ ਭਾਈ ਇਹ ਚੀਜ਼ ਦਾ ਤੁਹਾਡੇ ਭਾਈਚਾਰੇ ਨੂੰ ਵੀ ਨੁਕਸਾਨ ਹੋਣਾ, ਸਾਡੇ ਭਾਈਚਾਰੇ ਨੂੰ ਵੀ ਨੁਕਸਾਨ ਹੋਣਾ। ਚਲੋ ਇੱਕ ਅੱਧੇ ਦਿਨ ਦੇ ਵਿੱਚ ਹੀ ਉਹਦਾ ਪਤਾ ਲਾ ਲਿਆ। ਇੱਧਰ ਚੰਡੀਗੜ੍ਹ ਰਾਮਬਾਗ ਲਾਗੇ ਦਾ ਉਹ ਮਤਲਬ ਰਹਿਣ ਵਾਲਾ ਸੀਗਾ, ਉਹਨਾਂ ਨੇ ਉਹਦੇ ਨਾਲ ਗੱਲ ਕੀਤੀ, ਉਹ ਤਸਵੀਰ ਹਟਾਈ। ਕਿਸੇ ਵੀ ਦਰਸ਼ਕ ਨੂੰ ਪੁੱਛ ਕੇ ਦੇ ਲਓ, ਕਿਸੇ ਨੂੰ ਪਤਾ ਵੀ ਹੈ ਵੀ ਇਦਾਂ ਦੀ ਕੋਈ ਘਟਨਾ ਵਾਪਰੀ ਸੀਗੀ। ਹੁਣ ਜੇ ਉਸ ਗੱਲ ਨੂੰ ਭੜਕਾਉਣਾ ਹੁੰਦਾ ਤੁਸੀਂ ਤਾਂ ਜਿੰਨਾ ਮਰਜ਼ੀ ਵੱਡਾ ਪੰਜਾਬ ਦੇ ਵਿੱਚ ਮਤਲਬ ਦਲਿਤ ਸਿੱਖ ਪਾੜਾ ਜਿਹੜਾ ਆ ਉਹ ਤੁਸੀਂ ਖੜਾ ਕਰ ਸਕਦੇ ਸੀਗੇ, ਜਿਹਦਾ ਨਾ ਸਿੱਖਾਂ ਨੂੰ ਫਾਇਦਾ ਹੋਣਾ ਸੀਗਾ ਨਾ ਦਲਿਤ ਵਰਗ ਨੂੰ ਫਾਇਦਾ ਹੋਣਾ ਸੀਗਾ। ਕਿਹਨੂੰ ਹੋਣਾ ਸੀਗਾ? ਉਹ ਵਿਪਰਵਾਦੀ ਧਿਰ ਨੂੰ ਹੋਣਾ ਸੀਗਾ ਜਿਹੜੀ ਦੋਵਾਂ ਨੂੰ ਹੀ ਦਬਾ ਰਹੀ ਹੈ। ਸੋ ਕਿਸੇ ਵੀ ਮਸਲੇ ਨੂੰ ਨਜਿੱਠਣ ਦੇ ਵਾਸਤੇ ਹਾਏ ਹਾਏ ਸਾਡੇ ਨਾਲ ਇਹ ਹੋ ਗਿਆ, ਹਾਏ ਹਾਏ ਸਾਡੇ ਨਾਲ ਉਹ ਹੋ ਗਿਆ, ਉਹਦੇ ਚੋਂ ਬਾਹਰ ਨਿਕਲ ਕੇ ਦੇਖਣਾ ਚਾਹੀਦਾ ਕਿ ਇਹ ਚੀਜ਼ ਉਪਜ ਕਿੱਥੋਂ ਰਹੀ ਹੈ। ਜਿੱਥੋਂ ਉਪਜ ਰਹੀ ਆ ਉੱਥੇ ਕੀ ਆਪਾਂ ਉੱਥੇ ਟੈਕਲ ਕਰ ਸਕਦੇ ਹਾਂ, ਉਸ ਤਰੀਕੇ ਨਾਲ ਟੈਕਲ ਕਰਨਾ ਚਾਹੀਦਾ। ਹੁਣ ਬੇਅਦਬੀ ਦੇ ਮਾਮਲੇ ਦੇ ਵਿੱਚ ਨਿਆਂ ਨਹੀਂ ਕੀਤਾ ਸਰਕਾਰ ਨੇ ਜੋ ਉਹਨਾਂ ਦਾ ਬਣਦਾ ਸੀਗਾ ਕਾਨੂੰਨ ਮੁਤਾਬਕ। ਹਾਲਾਂਕਿ ਕਾਨੂੰਨ ਦਾ ਨਿਆਂ ਵੀ ਸਿੱਖਾਂ ਨੂੰ ਪ੍ਰਵਾਨ ਥੋੜੀ ਹੋਣਾ, ਮਤਲਬ 3 ਸਾਲ ਜੇ ਬੇਅਦਬੀ ਕਰਨ ਵਾਲਿਆਂ ਨੂੰ, ਮਹਿੰਦਰਪਾਲ ਬਿੱਟੂ ਨੂੰ 3 ਸਾਲ ਸਜ਼ਾ ਹੋ ਜਾਂਦੀ, ਕਿਹੜਾ ਸਿੱਖ ਸੰਤੁਸ਼ਟ ਸੀਗਾ? ਉਸ ਮਾਮਲੇ 'ਚ ਜਿਹਦੇ ਤੇ ਗੁਰੂ ਨੇ ਬਖਸ਼ਿਸ਼ ਕੀਤੀ, ਉਹਨੇ ਆਪ ਦਾ ਜੋ ਸਿੱਖਾਂ ਦੀ ਰਵਾਇਤ ਸੀਗੀ ਉਹ ਪੂਰੀ ਕਰ ਦਿੱਤੀ, ਔਰ ਹਰ ਇੱਕ ਸਿੱਖ ਮਨੋਂ ਉਹਨਾਂ ਦਾ ਸਤਿਕਾਰ ਕਰਦਾ ਇਸ ਗੱਲ ਤੋਂ ਤਾਂ ਕੋਈ ਮੁਨਕਰ ਹੀ ਨਹੀਂ ਹੈਗਾ। ਪਰ ਜਿੱਥੇ ਵੀ ਕਿਤੇ ਘਟਨਾਕ੍ਰਮ ਵਾਪਰਦਾ ਆ ਉਹਦੇ ਪਿਛਲੇ ਕਾਰਨ ਨੂੰ ਦੇਖ ਕੇ ਉਹਨੂੰ ਨਜਿੱਠਣ ਦੀ ਸਟ੍ਰੈਟਜੀ ਅਪਣਾਉਣੀ ਚਾਹੀਦੀ ਹੈ, ਬਜਾਏ ਇਹਦੇ ਕਿ ਆਪਾਂ ਇਹ ਗੱਲ ਕਹੀਏ ਕਿ ਸਾਡੇ ਨਾਲ ਇਹ ਵਾਪਰ ਰਿਹਾ, ਜਾਂ ਉਹ ਬਹੁਤਾਤ ਹਿੱਸਾ ਜਿਹੜਾ ਆ ਉਹ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦਾ। ਜਦ ਕਿ ਜੇਕਰ ਆਪਾਂ ਇਹ ਦੇਖੀਏ ਕਿ ਇਹ ਗੱਲ ਦੇ ਪਿੱਛੇ ਕਾਰਨ ਕੀ ਹੈਗਾ, ਤਾਂ ਬਹੁਤੇ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਕਿ ਜਿੱਥੇ ਤੁਸੀਂ ਉਹਨੂੰ ਨਜਿੱਠ ਸਕਦੇ ਹੁੰਦੇ ਆ ਔਰ ਰੋਕਿਆ ਜਾ ਸਕਦਾ ਅੱਗੇ ਤੋਂ। ਉਹਦੇ ਵਾਸਤੇ ਇਹ ਹੈਗਾ ਕਿ ਜਿਹੜੇ ਵੀ ਉਸ ਸਮਾਜ ਦੇ ਕੁਝ ਹਿੱਸੇ ਸੁਹਿਰਦ ਹੁੰਦੇ ਉਹਨਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਪੈਂਦਾ। ਜਿਵੇਂ ਸਰਕਾਰਾਂ ਹੁਣ ਡੋਮੀਨੇਟ ਕਰ ਰਹੀਆਂ ਨੇ, ਹਰ ਮਸਲਾ ਉਹਨਾਂ ਦੇ ਹਿਸਾਬ ਦੇ ਨਾਲ ਚੱਲ ਰਿਹਾ, ਪਰ ਇਸ ਦੇ ਪਿੱਛੇ ਜਿਹੜੇ ਘੱਟ ਗਿਣਤੀਆਂ ਦੇ ਆਗੂ ਨੇ, ਤੁਸੀਂ ਉਹਨਾਂ ਨੂੰ ਕੋਈ ਕਸੂਰ ਇਕੱਲੇ ਸਿੱਖਾਂ ਦੇ ਨਹੀਂ, ਕਸ਼ਮੀਰ ਜਲ ਰਿਹਾ, ਉਹਨਾਂ ਦੇ ਜਿਹੜੇ ਆਗੂ ਨੇ, ਚਾਹੇ ਉਸ ਵੋਟ ਤੰਤਰ ਵਾਲੇ ਆਗੂ ਹੋਣ ਜਾਂ ਦੂਸਰੇ ਹੋਣ, ਉਹਨਾਂ ਦੇ ਵੱਲੋਂ ਓਡੀ ਸੰਜੀਦਗੀ ਇਹਨਾਂ ਮਾਮਲਿਆਂ ਦੇ ਵਿੱਚ ਨਹੀਂ ਦਿਖਾਈਆਂ ਗਈਆਂ, ਚਾਹੇ ਸਿੱਖਾਂ ਦੇ ਹੋਣ ਚਾਹੇ ਹੋਰ ਜਿਹੜੀਆਂ ਘੱਟ ਗਿਣਤੀਆਂ ਜਾਂ ਦਲਿਤ ਭਾਈਚਾਰੇ ਨੂੰ ਲਾ ਲਿਆ ਜਾਵੇ, ਉਹਨਾਂ ਦੇ ਆਗੂਆਂ ਦੇ ਵੱਲੋਂ ਵੀ ਕੋਈ ਸੰਜੀਦਗੀ ਦਿਖਾਈ ਨਹੀਂ ਜਾ ਰਹੀ। ਤਾਂ ਇੱਥੇ ਇਹਨਾਂ ਘੱਟ ਗਿਣਤੀਆਂ ਦੇ ਹਾਰਨ ਦਾ ਕਾਰਨ ਇਹਨਾਂ ਦੇ ਆਗੂਆਂ ਨੂੰ ਮੰਨਿਆ ਜਾ ਸਕਦਾ? ਦੇਖੋ, ਜਿਹੜੀ ਲੀਡਰਸ਼ਿਪ ਰਹੀ ਹੈ ਇਹਨਾਂ ਹਿੱਸਿਆਂ ਦੀ, ਉਹ ਕੋਆਪਟੇਡ ਲੀਡਰਸ਼ਿਪ ਰਹੀ ਹੈ। ਮਤਲਬ ਸਟੇਟ ਨੇ ਉੱਭਰਨ ਹੀ ਉਹ ਬੰਦੇ ਦਿੱਤੇ ਵੋਟ ਸਿਆਸਤ ਦੇ ਵਿੱਚ ਜਿਹੜੇ ਬੰਦਿਆਂ ਦੇ ਵਿੱਚ ਕਰਪਟ ਹੋਣ ਦਾ ਮਾਦਾ ਜ਼ਿਆਦਾ ਸੀਗਾ, ਜਿਹੜੇ ਬੰਦੇ ਇਮਾਨਦਾਰ ਸੀਗੇ ਜਾਂ ਜਿਹੜੇ ਬੰਦਿਆਂ ਦਾ ਪਤਾ ਸੀਗਾ ਕਿ ਇਹਨਾਂ ਦੀ ਆਪਣੇ ਭਾਈਚਾਰੇ ਦੇ ਨਾਲ ਮਤਲਬ ਵਚਨਬੱਧਤਾ ਹੈਗੀ ਆ, ਉਹਦੇ ਹਿੱਤਾਂ ਦੇ ਵਾਸਤੇ ਖੜਨਗੇ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਉੱਭਰਨ ਹੀ ਨਹੀਂ ਦਿੱਤਾ ਜਾਂਦਾ ਰਿਹਾ। ਕਿੰਨੀ ਆਪਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਦੇਖਿਆ ਕਿ ਤੁਸੀਂ ਜਰਾ ਕਿ ਜਿੰਨੀ ਐਕਟੀਵਿਟੀ ਕਰਦੇ ਹੋ ਤੁਹਾਡੇ ਖਿਲਾਫ ਕੇਸ ਵੀ ਦਰਜ ਹੋ ਜਾਂਦੇ। ਅਸੀਂ ਮਤਲਬ ਦੇਖਿਆ ਖੁਦ 2005 ਤੋਂ 2009 ਤੱਕ, ਉਸ ਤੋਂ ਬਾਅਦ 2014 ਤੱਕ ਵੀ ਕਿਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੇ ਕਿ ਜਿੱਥੋਂ ਵੀ ਕਿਤੇ ਲੱਗਦਾ ਸੀਗਾ ਕਿ ਸਿੱਖ ਸ਼ਕਤੀ ਕੰਸੋਲੀਡੇਟ ਹੋ ਸਕਦੀ ਹੈ, ਉਹਨਾਂ ਨੇ ਹਰ ਉਸ ਚੀਜ਼ ਨੂੰ ਦਬਾਇਆ। ਖਾਲਸਾ ਐਕਸ਼ਨ ਕਮੇਟੀ ਜਦੋਂ ਬਣੀ ਹੈ 2007 ਦੇ ਵਿੱਚ, ਜਿਹੜਾ ਸਰਸੇ ਵਾਲੇ ਦਾ ਮਸਲਾ ਉੱਭਰਿਆ ਸੀਗਾ, ਮੈਂ ਆਪ ਉਹਦਾ ਮੈਂਬਰ ਸੀਗਾ ਉਦੋਂ। ਮਤਲਬ ਅਕਾਲ ਤਖਤ ਸਾਹਿਬ ਦੀ ਭੂਮਿਕਾ ਵੀ ਅਸੀਂ ਦੇਖੀ, 22 ਮਈ ਤੱਕ ਉਹਨਾਂ ਨੇ ਭੂਮਿਕਾ ਨਿਭਾਈ, ਉਸ ਤੋਂ ਬਾਅਦ ਦੇ ਵਿੱਚੋਂ ਪਿੱਛੇ ਹਟ ਗਏ। ਫਿਰ ਕਿਸ ਤਰ੍ਹਾਂ ਖਾਲਸਾ ਐਕਸ਼ਨ ਕਮੇਟੀ ਦੇ ਵਿੱਚੋਂ ਵੀ ਕੁਝ ਇੱਕ ਹਿੱਸੇ ਜਿਹੜੇ ਸੀਗੇ ਉਹ ਜਾਈ ਗਏ, ਜਿਹੜੇ ਹਿੱਸੇ ਬਿਲਕੁਲ ਹੀ ਰਹਿ ਗਏ ਕਿ ਇਹ ਹੁਣ ਨਹੀਂ ਕਿਸੇ ਵੀ ਤਰੀਕੇ ਪਿੱਛੇ ਹਟਣਗੇ, ਉਹ ਮਤਲਬ 2009 ਦੇ ਕੇਸ ਪਏ, 2014 ਤੱਕ ਬੰਦੇ ਜਾ ਕੇ ਜਿਹੜੇ ਆ ਉਹ ਮਤਲਬ
ਇੰਨਾ ਸਮਾਂ 7-8 ਸਾਲ ਕੇਸ ਭੁਗਤ ਕੇ ਬਾਹਰ ਆਏ। 2012 ਦੇ ਵਿੱਚ ਆਏ, 12 ਦੇ ਵਿੱਚ ਹੀ ਦੁਬਾਰਾ ਅਰੈਸਟ ਕਰਕੇ ਬਿਲਕੁਲ ਇੱਕ ਫੈਬਰੀਕੇਟਡ FIR ਦਰਜ ਕਰਕੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ ਦੇ ਉੱਪਰ ਉਹ ਕੀਤੀਆਂ ਗਈਆਂ। ਸੋ ਇਹ ਲੀਡਰਸ਼ਿਪ ਉਭਾਰੀ ਹੀ ਉਸ ਤਰ੍ਹਾਂ ਦੀ ਜਾਂਦੀ ਰਹੀ ਹੈ। ਪਰ ਹੁਣ ਬੀਜੇਪੀ ਤੇ ਕਾਂਗਰਸ ਦੇ ਵੇਲੇ ਦੀ ਸਟੇਟ ਦਾ ਇੰਨਾ ਫਰਕ ਪੈ ਗਿਆ ਕਿ ਕਾਂਗਰਸ ਦੇ ਵੇਲੇ ਉਹਨਾਂ ਦੀ ਇਹ ਸਟ੍ਰੈਟਜੀ ਹੁੰਦੀ ਸੀਗੀ ਕਿ ਅਸੀਂ ਕਿਸੇ ਵੀ ਭਾਈਚਾਰੇ ਦੇ ਲੀਡਰਾਂ ਨੂੰ ਕੋਆਪਟ ਕਰਕੇ ਉਹਨਾਂ ਦੇ ਰਾਹੀਂ ਉਸ ਭਾਈਚਾਰੇ ਨੂੰ ਕੰਟਰੋਲ ਕਰਨਾ। ਕਸ਼ਮੀਰ 'ਚੋਂ ਇਦਾਂ ਹੀ ਕਰਦੇ ਸੀਗੇ, ਪੰਜਾਬ ਦੇ ਵਿੱਚ ਵੀ ਇਦਾਂ ਹੀ ਕਰਦੇ ਸੀ। ਇੱਥੇ ਬਾਦਲ ਸੀ, ਉੱਥੇ ਫਾਰੂਕ ਸੀਗਾ, ਜਾਂ ਮੁਫਤੀ ਪਰਿਵਾਰ ਜਿਹੜਾ ਆ ਉਹ ਸੀਗਾ। ਪਰ ਹੁਣ ਜਦੋਂ ਬੀਜੇਪੀ ਆਈ ਆ, ਉਹਨਾਂ ਨੇ ਇਹ ਸਟ੍ਰੈਟਜੀ ਬਦਲ ਦਿੱਤੀ। ਜਿੱਦਣ ਉਹਨਾਂ ਨੇ ਮਹਿਬੂਬਾ ਮੁਫਤੀ ਦੀ ਸਰਕਾਰ ਸੁੱਟੀ ਕਸ਼ਮੀਰ ਦੇ ਵਿੱਚੋਂ ਧਾਰਾ 370 ਭੰਗ ਕਰਨ ਤੋਂ ਪਹਿਲਾਂ, ਉਦੋਂ ਪੀ ਚਿਦੰਬਰਮ ਨੇ ਅਖਬਾਰ ਦੇ ਵਿੱਚ ਲੇਖ ਲਿਖਿਆ, ਉਹ ਕਹਿੰਦਾ ਬੇਵਕੂਫ ਨੇ ਸਾਰਿਆਂ ਨੂੰ ਐਕਸਪੋਜ਼ ਕਰੀ ਜਾ ਰਹੇ। ਜੇ ਤੁਸੀਂ ਸਾਰੇ ਲੀਡਰਾਂ ਦੇ ਪਰਦੇ ਚੱਕ ਦੋਗੇ ਤੇ ਭਾਈਚਾਰੇ ਨੂੰ ਕੰਟਰੋਲ ਕਿਹਦੇ ਰਾਹੀਂ ਕਰੋਗੇ? ਪਰ ਅਸਲ ਦੇ ਵਿੱਚ ਉਦੋਂ ਤੱਕ ਉਹ ਆਪਣੀ ਰਣਨੀਤੀ ਹੀ ਬਦਲ ਚੁੱਕੇ ਸੀਗੇ। ਉਹ ਹੁਣ ਉਹ ਮਤਲਬ ਇਹ ਨਹੀਂ ਚਾਹੁੰਦੇ ਵੀ ਕੋਈ ਇੱਕ ਧਿਰ ਰਹੇ ਜਿਹਦਾ ਭਾਈਚਾਰੇ ਦੇ ਉੱਪਰ ਕਾਬੂ ਰਹੇ ਤੇ ਉਸ ਧਿਰ ਨੂੰ ਅਸੀਂ ਕੰਟਰੋਲ ਕਰਕੇ ਰੱਖੀਏ। ਉਹ ਕਹਿੰਦੇ ਕਿ ਇੰਨੀ ਜ਼ਿਆਦਾ ਡਿਵੀਜ਼ਨ ਕਰ ਦਿਓ ਕਿ ਇਹਨਾਂ ਦੀ ਸ਼ਕਤੀ ਕੰਸੋਲੀਡੇਟ ਹੀ ਨਾ ਹੋ ਸਕੇ, ਜਿੱਦਾਂ ਉਹਨਾਂ ਨੇ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀਤਾ ਆ। ਤੁਸੀਂ ਦੇਖੋ, ਜਿੱਦਣ ਵੋਟਾਂ ਨਹੀਂ ਸੀ ਅਨਾਉਂਸ ਹੋਈਆਂ, ਬਾਦਲਾਂ ਵਿਰੁੱਧ ਸਾਰੇ ਧੜੇ ਇਕੱਠੇ ਸੀਗੇ ਸਿੱਖਾਂ ਦੇ, ਠੀਕ ਹੈ। ਉਹਨਾਂ ਨੇ ਸਾਰਿਆਂ ਦੇ ਨਾਲ ਹੀ ਤਾਲਮੇਲ ਕੀਤਾ। ਕਿਸੇ ਦੇ ਰਾਹੀਂ ਬੀਜੇਪੀ ਨੇ ਸਿੱਧਾ ਕੀਤਾ, ਕਿਸੇ ਦੇ ਰਾਹੀਂ ਕਿਸੇ ਏਜੰਸੀ ਰਾਹੀਂ ਕਰ ਰਿਹਾ, ਕਿਸੇ ਦੇ ਰਾਹੀਂ ਆਮ ਆਦਮੀ ਪਾਰਟੀ ਦੇ ਰਾਹੀਂ ਕਰ ਰਿਹਾ। ਉਹਨਾਂ ਨੂੰ ਕਿਹਾ ਵੀ ਐਤਕੀ ਤੁਹਾਡੀ ਵਾਰੀ ਹੈ, ਬਾਦਲ ਕਰਪਟ ਹੋ ਗਿਆ, ਇਹ ਸਿੱਖਾਂ ਦਾ ਨੁਕਸਾਨ ਕਰ ਰਹੇ ਆ, ਗੁਰਦੁਆਰਿਆਂ ਦਾ ਨੁਕਸਾਨ ਕਰ ਰਹੇ ਆ, ਇਹਨਾਂ ਨੂੰ ਅਸੀਂ ਹਟਾਣੇ ਆ, ਤੁਸੀਂ ਆਓ। ਉਹ ਸਾਰੇ ਹੀ ਬਾਦਲ ਦੇ ਮੁਕਾਬਲੇ ਜਿਹੜੀ ਸ਼ਕਤੀ ਵੋਟਾਂ ਦੇ ਅਨਾਉਂਸ ਤੋਂ ਪਹਿਲਾਂ ਇਕੱਠੀ ਸੀਗੀ, ਉਹ ਸਾਰੇ ਹੀ ਮਤਲਬ ਵੱਖਰੇ ਵੱਖਰੇ ਹੋ ਗਏ। ਨਤੀਜਾ ਕੀ ਨਿਕਲਿਆ ਵੀ ਸਾਰੀਆਂ ਹੀ ਧਿਰਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਹੁਣ ਸਾਰੀਆਂ ਹੀ ਬੀਜੇਪੀ ਦੇ ਕਹੇ ਦੇ ਅਨੁਸਾਰ ਉੱਥੇ ਚੱਲ ਰਹੀਆਂ। ਔਰ ਉਹਨਾਂ ਨੇ ਮਤਲਬ ਆਪ ਦੀ ਮਰਜ਼ੀ ਦੀ ਜਿਹੜੀ ਇੱਕ ਕਮੇਟੀ ਸੀਗੀ ਉਹ ਬਣਾ ਲਈ। ਇਹ ਗੱਲ ਆਪਣੇ ਸਾਹਮਣੇ ਵਾਪਰੀ ਹੈ। ਉਹੀ ਗੱਲ ਹੁਣ ਉਹ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦਾ ਹੀ ਮਾਹੌਲ ਜਿਹੜਾ ਉਹ ਸਾਰਨਾ ਚਾਹੁੰਦੇ। ਉਹ ਬਿਲਕੁਲ ਇਹ ਨਹੀਂ ਚਾਹੁੰਦੇ ਹੈਗੇ। ਬਾਦਲ ਤਾਂ ਹੁਣ ਕਹਿ ਹੀ ਰਹੇ ਵੀ ਸਾਡਾ ਜੇ ਕਿਸੇ ਨਾਲ ਸਮਝੌਤਾ ਹੋ ਸਕਦਾ ਆ ਤੇ ਉਹ ਮਤਲਬ ਬੀਜੇਪੀ ਦੇ ਨਾਲ ਹੀ ਹੋ ਸਕਦਾ, ਪਰ ਉਹ ਨਹੀਂ ਕਰ ਰਹੇ। ਨਾ ਹੀ ਉਹ ਬਾਦਲਾਂ ਦੇ ਮੁਕਾਬਲੇ ਕੋਈ ਹੋਰ ਧਿਰ ਖੜੀ ਕਰਨੀ ਚਾਹੁੰਦੇ ਆ ਸਿੱਖਾਂ ਦੀ। ਉਹ ਇਹ ਚਾਹੁੰਦੇ ਕਿ ਜਿੰਨੀ ਵੀ ਅਕਾਲੀ ਦਲ ਜਿਹੜਾ ਅਕਾਲੀ ਦਲ ਸੀ ਉਹਦੇ ਵਿੱਚ ਜਿਹੜੀ ਸ਼ਕਤੀ ਸੀਗੀ, ਜਿਹੜੀ ਬਾਦਲਾਂ ਦੇ ਆਉਣ ਤੋਂ ਬਾਅਦ ਖੁੰਡਦੀ ਗਈ ਆ, ਪਰ ਅਜੇ ਵੀ ਜਿੰਨੀ ਕੰਸੋਲੀਡੇਟਡ ਸੀਗੀ ਉਹਨੂੰ ਲੈਣ ਵਾਲੀ ਕੋਈ ਇੱਕ ਧਿਰ ਨਾ ਉੱਭਰੇ। ਇੱਥੇ 7-8 5-7 ਧਿਰਾਂ ਇਸ ਤਰ੍ਹਾਂ ਦੀਆਂ ਉਭਾਰ ਦਿਓ ਜਿਹੜੀਆਂ ਛੋਟੀ ਥੋੜੀ ਪਾਵਰ ਉਹਨਾਂ ਦੇ ਵਿੱਚ ਹੋਵੇ ਤੇ ਉਹ ਸਾਰੀਆਂ ਸਾਡੇ ਅਨੁਸਾਰ ਹੋ ਕੇ ਚੱਲਣ। ਇੰਟਰਨੈਸ਼ਨਲ ਹਾਲਾਤ ਜੇ ਇਸ ਤਰ੍ਹਾਂ ਦੇ ਬਣ ਰਹੇ ਆ, ਦੇਖੋ ਐਤਕੀ ਆਹ ਮੇਰੇ ਖਿਆਲ ਦੇ ਵਿੱਚ ਦੂਸਰਾ ਤੀਸਰਾ ਸਿਆਲ ਆ ਗਿਆ ਕਿ ਜਦੋਂ ਚੀਨ ਦੇ ਮੁਕਾਬਲੇ ਇੰਡੀਆ ਦੀ ਜਿਹੜੀ ਫੌਜ ਆ ਉਹ ਬਿਲਕੁਲ ਹਾਈ ਅਲਟੀਟਿਊਡਸ ਦੇ ਉੱਤੇ ਖੜੀ ਹੈ। ਤੁਸੀਂ 5 ਮਈ 2020 ਵਾਲੇ ਜਿਹੜੇ ਨਕਸ਼ੇ ਹੈਗੇ ਆ ਉਹ ਕੱਢ ਕੇ ਦੇਖ ਲਓ। 20 ਮਈ ਨੂੰ ਜਿਸ ਦਿਨ ਉੱਥੇ ਗਲਵਾਨ ਵੈਲੀ ਦੇ ਵਿੱਚ ਟਕਰਾਅ ਹੋਇਆ ਸੀਗਾ, ਉਦੋਂ ਚੀਨ ਦਾ ਇਨਫਰਾਸਟ੍ਰਕਚਰ ਕੀ ਸੀਗਾ ਉੱਥੇ, ਤੇ ਅੱਜ ਦੇ ਹੁਣ ਲੇਟੈਸਟ ਕੱਢ ਕੇ ਦੇਖ ਲਓ ਕਿ ਹੁਣ ਕੀ ਹੈ। ਕਸ਼ਮੀਰ ਦੀ ਸਥਿਤੀ ਜਿਸ ਹਿਸਾਬ ਦੇ ਨਾਲ ਇਹ ਸਾਰੇ ਸਾਊਥ ਏਸ਼ੀਆ ਦੇ ਹਾਲਾਤ ਬਦਲ ਰਹੇ ਆ, ਕਸ਼ਮੀਰ ਇੰਨਾ ਜ਼ਿਆਦਾ ਉਹਨਾਂ ਦੇ ਵਾਸਤੇ ਇੰਪੋਰਟੈਂਟ ਹੈ, ਇੰਟਰਨੈਸ਼ਨਲੀ ਡਿਸਪਿਊਟਡ ਟੈਰੀਟਰੀ ਹੈ। ਕਿਸੇ ਸਮੇਂ ਵੀ ਉੱਥੇ ਇੰਟਰਨੈਸ਼ਨਲ ਤਾਕਤਾਂ ਜਿਹੜੀਆਂ ਆ ਉਹ ਆ ਕੇ ਦਖਲ ਦੇ ਸਕਦੀਆਂ ਜੀ। ਔਰ ਕਸ਼ਮੀਰ ਦਾ ਮਹੱਤਵ ਇੰਨਾ ਜ਼ਿਆਦਾ ਤੇ ਪੰਜਾਬ ਦਾ ਮਹੱਤਵ ਇੰਨਾ ਜ਼ਿਆਦਾ ਕਿ ਕਸ਼ਮੀਰ ਨੂੰ ਸਾਰੇ ਰਾਹ ਜਿਹੜੇ ਆ ਉਹ ਪੰਜਾਬ ਦੇ ਵਿੱਚ ਦੀ ਲੰਘ ਕੇ ਜਾਂਦੇ ਆ। ਕਿਸਾਨ ਅੰਦੋਲਨ ਦੇ ਦੌਰਾਨ ਵੀ ਆਪਾਂ ਦੇਖਿਆ ਕਿ ਉਹਨਾਂ ਨੇ ਜਿਹੜੀ ਆਹ ਜਲੰਧਰ ਜੰਮੂ ਵਾਲੀ ਮੇਨ ਲਾਈਨ ਸੀਗੀ ਰੇਲਵੇ ਵਾਲੀ, ਇਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਤੇ ਇਹ ਖਾਲੀ ਕਰਵਾ ਲਈ ਸੀਗੀ। ਉਹ ਕਿਉਂ ਖਾਲੀ ਕਰਵਾ ਲਈ ਸੀ? ਕਿਉਂਕਿ ਉਹਨਾਂ ਦੀ ਸਪਲਾਈ ਚੇਨ ਮਤਲਬ ਫੌਜ ਦਾ ਰਾਸ਼ਨ ਹੀ ਨਹੀਂ ਪਹੁੰਚ ਸਕਦਾ। ਸੋ ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਇਹ ਹਾਲਾਤ ਪਹਿਲਾਂ ਨਾਲੋਂ ਗੰਭੀਰ ਹਾਲਾਤ ਵੱਲ ਨੂੰ ਹੀ ਵਧਣੇ ਆ। ਇਹ ਪੰਜਾਬ ਸਰਕਾਰਾਂ ਦੇ ਲਈ ਜੀਓਗ੍ਰਾਫੀਕਲ ਤੌਰ ਤੇ ਜ਼ਰੂਰੀ ਹੈ ਜਾਂ ਇੱਥੇ ਸਿੱਖਾਂ ਦੇ ਨਾਲ ਵੈਰ ਹੈ ਸਰਕਾਰ ਨੂੰ, ਇਸ ਕਰਕੇ ਇਹ ਸਭ ਕੀਤਾ ਜਾਂਦਾ, ਜਾਂ ਜੀਓਗ੍ਰਾਫੀਕਲ ਤੌਰ ਤੇ ਆਪਣੇ ਕੰਟਰੋਲ ਤੇ ਰਲ ਜਾਂਦੀਆਂ ਨੇ? ਇੰਨੇ ਇੰਪੋਰਟੈਂਟ ਹਿੱਸੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਕੌਮ ਬੈਠੀ ਹੋਈ ਹੈ ਜਿਹਦੀ ਵਿਚਾਰਧਾਰਾ, ਜਿਹਦਾ ਸਰਬੱਤ ਦੇ ਭਲੇ ਦਾ ਆਦਰਸ਼ ਜਿਹੜਾ ਆ ਉਹ ਵਿਪਰਵਾਦ ਦੇ ਮੂਲ ਸਿਧਾਂਤਾਂ ਦੇ ਨੂੰ ਕਾਟ ਕਰਦਾ ਹੈ। ਔਰ ਸਿਧਾਂਤਕ ਤੌਰ ਦੇ ਉੱਪਰ ਜੇਕਰ ਆਪਾਂ ਕਹੀਏ ਕਿ ਵਿਪਰ ਵਿਰੋਧੀ ਕੋਈ ਧਿਰਾਂ ਬਣਦੀਆਂ ਨੇ, ਇੱਥੇ ਲੈਫਟ ਹਿੱਸਾ ਕਦੀ ਹੁੰਦਾ ਸੀਗਾ। ਕਾਂਗਰਸ ਜਿਹੜੀ ਆ ਉਹ ਤਾਂ ਵਿਪਰਵਾਦ ਦੀ ਹੀ ਇੱਕ ਐਕਸਟੈਂਸ਼ਨ ਸੀਗੀ, ਠੀਕ ਹੈ ਨਾ। ਬੀਜੇਪੀ ਉਹਦੀ ਜਿਹੜਾ ਨੰਗਾ ਚਿੱਟਾ ਰੂਪ ਹੈ ਉਹ ਪਰਦਾ ਪਾ ਕੇ ਰੱਖਦੇ ਸੀਗੇ। ਉਹ ਕਹਿੰਦੇ ਸੀਗੇ ਲੈਫਟ ਵਾਲੇ ਕਿ ਅਸੀਂ ਮਤਲਬ ਇੱਥੇ ਆਮ ਲੋਕਾਂ ਨੂੰ ਤਾਕਤ ਦਿਆਂਗੇ ਜਾਂ ਬਰਾਬਰਤਾ ਦੇ ਸਿਧਾਂਤ, ਹਾਲਾਂਕਿ ਉਹਨਾਂ ਦਾ ਅਮਲ ਕਿਸੇ ਵੀ ਤਰ੍ਹਾਂ ਦਾ ਰਿਹਾ ਹੋਵੇ।
ਹੁਣ ਸਿੱਖ ਇਸ ਤਰ੍ਹਾਂ ਦੇ ਹੈਗੇ ਆ ਵੀ ਜਿਨ੍ਹਾਂ ਦਾ ਅਮਲ ਵੀ ਲਗਭਗ ਪਰਫੈਕਟ ਹੈ ਔਰ ਜਿਨ੍ਹਾਂ ਦੇ ਸਿਧਾਂਤ ਦੇ ਉੱਪਰ ਪੂਰੀ ਦੁਨੀਆ ਦੇ ਵਿੱਚੋਂ ਕੋਈ ਕੁਐਸਚਨ ਹੀ ਨਹੀਂ ਕਰ ਸਕਦਾ। ਸੋ ਇੰਨੇ ਮਹੱਤਵਪੂਰਨ ਖਿੱਤੇ ਦੇ ਵਿੱਚ ਇੰਨਾ ਮਹੱਤਵਪੂਰਨ ਵਿਰੋਧੀ ਬੈਠਾ ਹੋਇਆ, ਦੋਵੇਂ ਗੱਲਾਂ ਰਲ ਜਾਂਦੀਆਂ। ਇਸ ਕਰਕੇ ਪੰਜਾਬ ਦੀ ਸਿਚੁਏਸ਼ਨ ਬਾਕੀ ਸਾਰੇ ਇੰਡੀਆ ਦੇ ਨਾਲੋਂ ਵੱਖਰੀ ਵੱਧ ਸੀਰੀਅਸ ਹੋ ਕੇ ਸਾਹਮਣੇ ਆਉਂਦੀ। ਤੇ ਜਿਵੇਂ ਪੰਜਾਬ ਦੇ ਵਿੱਚ ਸਿਆਸੀ ਹਾਲਾਤ ਨੇ, ਕਦੇ ਅਕਾਲੀ ਦਲ ਨੂੰ ਮੌਕਾ, ਕਦੇ ਕਾਂਗਰਸ ਨੂੰ ਮੌਕਾ, ਕਦੇ ਹੁਣ ਝਾੜੂ ਵਾਲਿਆਂ ਨੂੰ ਮੌਕਾ ਦਿੱਤਾ, ਹੁਣ ਅੱਗੇ ਬੀਜੇਪੀ ਮੌਕਾ ਭਾਲ ਰਹੀ ਹੈ। ਤਾਂ ਜਦੋਂ ਪਿਛਲੇ ਇਤਿਹਾਸ ਵੱਲ ਦੇਖਦੇ ਹਾਂ ਕਿ ਕਾਂਗਰਸ ਬਿਲਕੁਲ ਉਹਨਾਂ ਹਾਲਾਤਾਂ ਉੱਤੇ ਚੱਲੀ ਜਿਨ੍ਹਾਂ ਦੇ ਉੱਤੇ ਹੁਣ ਬੀਜੇਪੀ ਚੱਲ ਰਹੀ ਹੈ। ਦੇਸ਼ ਨੂੰ ਇੱਕ ਰਾਸ਼ਟਰ ਦੀ ਜਿਹੜੀ ਉਹ 'ਚ ਤਾਰ ਦੇ ਵਿੱਚ ਬੰਨ੍ਹਣ ਦੀ ਜਿਹੜੀ ਉਹ ਭੂਮਿਕਾ ਉਹਨਾਂ ਨੇ ਨਿਭਾਈ ਹੈ। ਪਰ ਅੱਜ ਜਦੋਂ ਕਾਂਗਰਸ ਨੂੰ ਦੇਖਦੇ ਹਾਂ, ਜਦੋਂ ਸੱਤਾ ਤੋਂ ਬਾਹਰ ਹੋ ਗਈ, ਤਾਂ ਉਹਨਾਂ ਦੇ ਜਿਹੜੇ ਅੱਗੇ ਅੰਸ਼ ਬੰਸ਼ ਹੈ ਰਾਹੁਲ ਗਾਂਧੀ, ਉਹ ਲੋਕ ਸਭਾ ਦੇ ਵਿੱਚ ਖੜ ਕੇ ਸੰਸਦ ਦੇ ਵਿੱਚ ਖੜ ਕੇ ਕਹਿੰਦੇ ਨੇ ਕਿ ਭਾਰਤ ਇੱਕ ਦੇਸ਼ ਨਹੀਂ, ਇਹ ਰਾਜਾਂ ਦਾ ਸਮੂਹ ਹੈ। ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਇਹ ਮੰਨਿਆ ਕਿ ਭਾਰਤ ਇੱਕ ਰਾਸ਼ਟਰ ਹੈ ਤੇ ਉਹਨੂੰ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਬਜਾਏ ਇੱਕ ਨੇਸ਼ਨ ਸਟੇਟ ਦੇ ਵਾਂਗੂ ਉਹਨੂੰ ਚਲਾਉਣ ਦੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ। ਤਾਂ ਕੀ ਇਸ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ 'ਤੇ ਭਰੋਸਾ ਕਰਨਾ ਚਾਹੀਦਾ, ਜਿਵੇਂ ਕਾਂਗਰਸ ਜੋ ਹੁਣ ਕਹਿ ਰਹੀ ਹੈ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਜੇ ਸੱਤਾ ਇਹਨਾਂ ਨੂੰ ਮਿਲਦੀ ਹੈ ਫਿਰ ਇਹ ਉਸੇ ਤਰ੍ਹਾਂ ਦਾ ਪ੍ਰਤੀਕਰਮ ਦਿਖਾ ਸਕਦੇ ਨੇ? ਨਹੀਂ, ਉਹਨਾਂ ਦਾ ਤਾਂ ਟੀਚੇ ਪ੍ਰਤੀ ਤੇ ਉਹਨਾਂ ਦੀ ਮਤਲਬ ਬਿਲਕੁਲ ਸਹਿਮਤੀ ਹੈ, ਸਿਰਫ ਢੰਗ ਤਰੀਕੇ ਦੇ ਉੱਪਰ ਹੈਗਾ ਆ। ਉਹਨਾਂ ਨੂੰ ਇਹ ਆ ਕਿ ਮੋਲਡਡ ਤਰੀਕੇ ਨਾਲ ਵੱਧ ਸਮਾਂ ਲੈ ਕੇ ਕੀਤਾ ਜਾ ਸਕਦਾ। ਇਹਨਾਂ ਨੂੰ ਇਹ ਲੱਗਦਾ ਵੀ ਹੁਣ 70-75 ਸਾਲ ਹੋ ਗਏ ਆ, ਵੀ ਕਿੰਨਾ ਕੁ ਸਮਾਂ ਤੁਸੀਂ ਜਿਹੜਾ ਹੈਗਾ ਉਹ ਪਰਦੇ ਪਾ ਕੇ ਕੰਮ ਕਰੋਗੇ। ਬਿਲਕੁਲ ਪਰਦਾ ਚੱਕ ਕੇ ਕਰਨਾ ਚਾਹੀਦਾ ਆ। ਹੈ ਤਾਂ ਦੋਵਾਂ ਦਾ ਟੀਚਾ ਜੋ ਮਤਲਬ ਇੰਡੀਅਨ ਨੈਸ਼ਨਲਿਜ਼ਮ ਜਾਂ ਹਿੰਦੂ ਰਾਸ਼ਟਰ, ਉਹ ਗੱਲ ਤਾਂ ਇੱਕੋ ਹੀ ਆ, ਦੋਵੇਂ ਜਿੱਧਰ ਨੂੰ ਲੈ ਕੇ ਜਾ ਰਹੇ ਆ। ਬੁਨਿਆਦੀ ਰੂਪ ਦੇ ਵਿੱਚ ਇੱਕ ਵਿਪਰਵਾਦੀ ਸਟੇਟ ਦੀ ਉਸਾਰੀ ਕਰਨੀ, ਜਿਹਦੇ ਵਿੱਚ ਨਾ ਤਾਂ ਲੋਕਾਂ ਦੇ ਅਧਿਕਾਰ ਨੇ, ਨਾ ਵੱਖਰੀ ਕਿਸੇ ਦੀ ਪਛਾਣ ਆ, ਔਰ ਨਾ ਹੀ ਜਿਹੜੇ ਖਿੱਤਿਆਂ ਦੇ ਕੌਮਾਂ ਦੇ ਅਧਿਕਾਰ ਬਣਦੇ, ਨਾ ਹੀ ਇਹ ਉਹਨਾਂ ਨੂੰ ਮੰਨਦੇ ਆ, ਨਾ ਹੀ ਸਾਰੇ ਸਮਾਜ ਨੂੰ ਬਰਾਬਰ ਦੇ ਉੱਪਰ ਲੈ ਕੇ ਆਉਣਾ ਚਾਹੁੰਦੇ ਆ। ਸੋ ਹੈ ਇਸੇ ਤਰ੍ਹਾਂ ਹੀ ਆ। ਇਹ ਗੱਲ ਤੁਹਾਡੀ ਠੀਕ ਆ, ਭਰੋਸਾ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਮੀਰ ਮੰਨੂ ਦੇ ਨਾਲ ਕਿਸੇ ਤਰੀਕੇ ਦੇ ਨਾਲ ਵੀ ਮਤਲਬ ਜਦੋਂ ਵੱਡੀ ਹਮਲਾਵਰ ਹੁੰਦਾ ਆ ਤੇ ਇੱਕ ਟੈਕਟੀਕਲ ਮੌਕੇ ਦੇ ਉੱਪਰ ਕੀ ਕਰਨਾ, ਇਹ ਤਾਂ ਮੌਕੇ ਦੇ ਹਾਲਾਤ ਹੋਣਗੇ, ਪਰ ਉਹਦੇ ਵਾਸਤੇ ਤੁਹਾਡੀ ਆਪ ਦੀ ਵੀ ਤੇ ਕੋਈ ਪੋਜੀਸ਼ਨਿੰਗ ਹੋਣੀ ਚਾਹੀਦੀ ਹੈ ਨਾ। ਤੁਸੀਂ ਆਪ ਕਾਸੇ ਜੋਗੇ ਹੋਵੋਗੇ ਤੇ ਤਾਂ ਹੀ ਤੁਸੀਂ ਕਿਸੇ ਦੇ ਨਾਲ ਕੀਤੇ ਹੋਈ ਟੈਕਟੀਕਲ ਰਾਬਤੇ ਦੇ ਵਿੱਚੋਂ ਕੋਈ ਆਪਦੇ ਫਾਇਦੇ ਦੇ ਵਾਸਤੇ ਜਾਂ ਆਪਦੇ ਜਿਹੜਾ ਤੁਹਾਡਾ ਆਦਰਸ਼ ਆ ਉਹਦੇ ਵਾਸਤੇ ਕੋਈ ਮੁਨਾਫੇ ਵਾਲੀ ਗੱਲ ਕੱਢ ਸਕਦੇ ਹੋ। ਜੇ ਆਪ ਹੀ ਮਤਲਬ ਰੁਲੇ ਖੁਲੇ ਪਏ ਆ ਤਾਂ ਫਿਰ ਤਾਂ ਕਿਸੇ ਨਾਲ ਵੀ ਕਰੋਗੇ ਉਹ ਤਾਂ ਮਤਲਬ ਨੁਕਸਾਨ ਦਾ ਹੀ ਸੌਦਾ ਹੋਣਾ। ਇਸ ਕਰਕੇ ਪੰਜਾਬ ਦੇ ਵਿੱਚ ਇਸ ਸਮੇਂ ਸਿੱਖ ਸ਼ਕਤੀ ਜਿਹੜੀ ਆ ਉਹ ਕੰਸੋਲੀਡੇਟ ਕਿਸ ਤਰੀਕੇ ਦੇ ਨਾਲ ਹੋਵੇ, ਇਸ ਗੱਲ ਦੇ ਉੱਪਰ ਦੇਖਿਆ ਜਾਣਾ ਚਾਹੀਦਾ। ਔਰ ਜਿਸ ਤਰ੍ਹਾਂ ਦਾ ਇਹ ਨਫ਼ਰਤ ਦਾ ਪ੍ਰਚਾਰ ਇਹ ਸਾਰਾ ਚੱਲ ਰਿਹਾ ਆ, ਇਹਨੂੰ ਆਪਾਂ ਕਾਊਂਟਰ ਕਿਸ ਤਰੀਕੇ ਦੇ ਨਾਲ ਕਰ ਰਹੇ ਹਾਂ, ਉਹਨੂੰ ਠੰਡੇ ਦਿਮਾਗ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਔਰ ਉਸ ਤਰ੍ਹਾਂ ਦੀ ਸਟ੍ਰੈਟਜੀ ਹੀ ਅਪਣਾਉਣ ਦੀ ਗੱਲ ਹੈਗੀ ਆ। ਮੈਂ ਬਹੁਤੀ ਲੰਬੀ ਗੱਲ ਨਹੀਂ ਕਰਦਾ, ਪਰ ਇੱਕ ਗੱਲ ਜਿਹੜੀ ਕਰਨੀ ਚਾਹੁੰਦਾ, ਕ੍ਰਿਸਚਨਾਂ ਵਾਲੇ ਮਸਲੇ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਚੱਲਦਾ ਰਿਹਾ। ਤੁਸੀਂ ਦੇਖੋ ਕਿ ਜਿਹੜੇ ਚਰਚ ਆਫ ਇੰਡੀਆ ਆ, ਉਹਨੇ ਕੰਪਲੇਂਟ ਕੀਤੀ ਹੋਈ ਆ ਪੰਜਾਬ ਦੇ ਵਿੱਚ ਜਿਹੜੇ ਆਹ ਡੇਰੇਦਾਰ ਉੱਭਰ ਰਹੇ ਨੇ, ਔਰ ਅੱਜ ਦੀ ਨਹੀਂ ਕੀਤੀ ਹੋਈ, 2-2.5 ਸਾਲ ਤੋਂ ਵੱਧ ਹੋ ਗਏ। ਇਹ ਕੌਨਫਲੈਕਟ ਹੋਣ ਤੋਂ ਪਹਿਲਾਂ ਦੀ ਕੀਤੀ ਹੋਈ ਹੈ। ਉਹ ਕਰ ਰਹੇ ਆ। ਇੱਥੇ ਕੁਰਾਲੀ ਦੇ ਵਿੱਚ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀਗਾ, ਉਦੋਂ ਵਾਢੀ ਦੇ ਦਿਨਾਂ ਦੇ ਦੌਰਾਨ ਕਣਕ ਦੀ ਵਾਢੀ ਸੀਗੀ ਤੇ ਕੰਬਾਈਨ ਲਾਈ ਹੋਈ ਸੀ ਕਿਸੇ ਨੇ, ਤੇ ਇੱਥੇ ਜਿਹੜਾ ਇੱਕ ਈਸਾਈ ਡੇਰੇਦਾਰ ਹੈਗਾ ਆ, ਉਹਦੇ ਵੱਲੋਂ ਆਪ ਦੀ ਮਜਲਿਸ ਲਾਈ ਹੋਈ ਸੀਗੀ। ਉਹਨਾਂ ਨੇ ਜਾ ਕੇ ਉਹਦੀ ਕੰਬਾਈਨ ਜਿਹੜੀ ਸੀਗੀ ਕਿਸਾਨ ਦੀ ਉਹ ਬੰਦ ਕਰਵਾ ਦਿੱਤੀ। ਉਹਨੇ ਆ ਕੇ ਕਿਹਾ, ਉਹਨੂੰ ਉਹਨਾਂ ਨੇ ਫੜ ਕੇ ਕੁੱਟ ਦਿੱਤਾ। ਉਹ ਮਸਲਾ ਬਣ ਗਿਆ। ਸਾਡਾ ਇੱਕ ਮਿੱਤਰ ਸੀਗਾ, ਉਹਨੇ ਗੱਲ ਦੱਸੀ, ਉਹ ਕਹਿੰਦਾ ਜੀ ਇਸ ਤਰ੍ਹਾਂ ਮਸਲਾ ਬਣ ਗਿਆ ਤੇ ਅਸੀਂ ਮਤਲਬ ਕਰਨਾ। ਮੈਂ ਵੀ ਕਿੱਥੇ ਇਕੱਠ ਕਰੋਗੇ? ਕਹਿੰਦਾ ਜੀ ਗੁਰਦੁਆਰੇ। ਮੈਂ ਯਾਰ ਵੀ ਇਹ ਸਿੱਖਾਂ ਦਾ ਮਸਲਾ ਤਾਂ ਹੈ ਨਹੀਂ, ਇਹ ਤਾਂ ਕਿਸਾਨ ਦਾ ਮਸਲਾ ਆ। ਤੇ ਕਿਸਾਨੀ ਐਜੀਟੇਸ਼ਨ ਮੈਂ ਬਿਲਕੁਲ ਸਿਰੇ ਤੇ ਚੱਲ ਰਹੀ ਆ, ਸਾਰਾ ਹਿੱਸਾ ਕਿਸਾਨੀ ਦੇ ਨਾਲ ਖੜਿਆ ਵੀ ਤੁਸੀਂ ਮੰਡੀ 'ਚ ਇਕੱਠ ਕਰੋ। ਮੰਡੀ 'ਚ ਇਕੱਠ ਕਰਕੇ ਵੀ ਉਹਦੇ ਨਾਲ ਜਿਹੜਾ ਟਕਰਾਅ ਵੀ ਹੋਇਆ, ਕੁਝ ਵੀ ਹੋਇਆ, ਉਹ ਕਿਸਾਨੀ ਕਿੱਤੇ ਕਰਕੇ ਹੋਇਆ ਆ। ਠੀਕ ਹੈ ਨਾ, ਵੀ ਤੁਸੀਂ ਕਿਸਾਨੀ ਦਾ ਇਕੱਠ ਕਰੋ। ਉਹ ਨਹੀਂ ਇਸੇ ਤਰ੍ਹਾਂ ਹੀ ਕੀਤਾ। ਉਹ ਕਹਿੰਦਾ ਵੀ ਸਭ ਤੋਂ ਵੱਧ ਪੁਲਿਸ ਵਾਲੇ ਔਖੇ ਸੀਗੇ। ਉਹ ਕਹਿਣ ਵੀ ਅਸੀਂ 295 ਦਾ ਕ੍ਰਾਸ ਪਰਚਾ ਕਰ ਦਿੰਨੇ ਆ, ਵੀ ਧਾਰਮਿਕ ਅਵਗਿਆ ਦਾ ਉਹਦੇ ਤੇ ਕਰ ਦਿੰਨੇ ਆ, ਧਾਰਮਿਕ ਅਵਗਿਆ ਦਾ ਜਿਹੜਾ ਹੈ ਉਹ ਕਿਸਾਨ ਦੇ ਉੱਤੇ ਕਰ ਦਿੰਨੇ ਆ। ਤੇ ਮਤਲਬ ਤੁਸੀਂ ਇਹ ਜਿਹੜਾ ਮਸਲਾ ਹੈਗਾ, ਜਾਂ ਈਵਨ ਮੰਡੀ 'ਚੋਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਇਕੱਠ ਰੱਖੋ। ਕਹਿੰਦਾ ਵੀ ਇਹਨੂੰ ਕਿਹਾ ਵੀ ਨਹੀਂ, ਅਸੀਂ ਤਾਂ ਇੱਥੇ ਰੱਖਾਂਗੇ, ਤਾਂ ਕਿਸਾਨੀ ਦਾ ਮਸਲਾ ਸਿੱਖਾਂ ਦਾ ਤੇ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ। ਕਹਿੰਦਾ ਵੀ ਸਭ ਤੋਂ ਵੱਧ ਉਹ ਜਿਹੜਾ ਥਾਣੇਦਾਰ ਮਜੌਕੇ ਦਾ ਸੀਗਾ ਉਹ ਸੀ, ਤੇ ਉਹਨੇ ਕਿਹਾ ਵੀ, ਉਹ ਕਹਿੰਦਾ ਤੁਸੀਂ ਬਿਲਕੁਲ ਗਲਤ ਗੱਲ ਲੈ ਕੇ ਜਾ ਰਹੇ, ਇਹ ਤਾਂ ਸਿੱਖਾਂ ਈਸਾਈਆਂ ਦਾ ਮਸਲਾ ਸੀਗਾ, ਤੁਸੀਂ ਇਹਨੂੰ ਕਿਸਾਨਾਂ ਦਾ ਬਣਾ ਰਹੇ ਆ। ਸੋ ਇਹਦੇ ਵਿੱਚੋਂ ਵੀ ਗੱਲ ਸਮਝ, ਇਹ ਖੰਨੇ ਦੇ ਵਿੱਚੋਂ ਇੱਕ ਪਾਸਟਰ ਫੜਿਆ ਗਿਆ, ਉਹਦੇ ਕੋਲੋਂ 16 ਕੇ 18 ਕਰੋੜ ਰੁਪਈਆ ਫੜਿਆ ਗਿਆ। ਪੁਲਿਸ ਨੇ 2 ਕਰੋੜ ਰੁਪਈਆ ਦਿਖਾਤਾ। ਠੀਕ ਹੈ ਜੀ, ਰਿਕਵਰੀ। ਉਹਨੇ ਅਦਾਲਤ ਦੇ ਵਿੱਚ ਜਾ ਕੇ ਕਹਿਤਾ, ਕਹਿੰਦਾ ਜੀ ਪੈਸੇ ਤਾਂ ਮੇਥੋਂ ਕਿਤੇ ਵੱਧ ਫੜੇ ਗਏ ਆ, ਵੀ ਬਾਕੀ ਪੈਸੇ ਪੁਲਿਸ ਵਾਲੇ ਲੈ ਗਏ। ਉਸ ਮਾਮਲੇ 'ਚ ਪੁਲਿਸ ਵਾਲੇ ਅੰਦਰ ਨੇ, ਪਰ ਉਹ ਪੈਸਾ ਕਿਹਨੇ ਦਿੱਤਾ,
ਕਿਹਦੇ ਕੋਲੋਂ ਆਇਆ, ਹੂੰ ਇਹਦੇ ਉੱਪਰ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਸਾਹਮਣੇ ਆਈ। ਹੂੰ ਸੋ ਇਹ ਜਿਸ ਤਰੀਕੇ ਦੇ ਨਾਲ ਉਸ ਸਮੇਂ ਨਿਰੰਕਾਰੀ ਅਖੌਤੀ ਨਿਰੰਕਾਰੀ ਜਿਹੜੇ ਸੀਗੇ ਉਹਨਾਂ ਨੂੰ ਸਟੇਟ ਬੈਕਿੰਗ ਕਰ ਰਹੀ ਸੀ, ਬਿਲਕੁਲ ਉਸੇ ਹਾਲਾਤ ਦੇ ਵਿੱਚ ਕਰ ਰਹੀ ਹੈ। ਔਰ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮਤਲਬ ਇੰਡੀਆ ਟੂਡੇ ਤੇ ਹੋਰ ਇਹਨਾਂ ਦਾ ਕੀ ਐਸਾ ਇੰਟਰਸਟ ਬਣਿਆ ਹੋਇਆ ਵੀ ਇਹ ਸਾਰੇ ਉਸ ਮਸਲੇ ਨੂੰ ਕਵਰ ਕਰਨ ਲੱਗੇ ਹੋਏ ਆ। ਸੋ ਇਹ ਦੇਖਣਾ ਚਾਹੀਦਾ, ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲੇ ਹੈਗੇ। ਹਾਲਾਂਕਿ ਇਹ ਗੱਲ ਠੀਕ ਰਹੀ ਕਿ ਈਸਾਈ ਭਾਈਚਾਰੇ ਦੇ ਜਿਹੜੇ ਚਰਚ ਆਫ ਇੰਡੀਆ ਦੇ ਨੁਮਾਇੰਦੇ ਜਾਂ ਹੋਰ ਸੀਗੇ ਉਹ ਆ ਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਮੁਲਾਕਾਤ ਵੀ ਕਰਕੇ ਗਏ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਚੱਲ ਰਿਹਾ ਆ ਸਾਰਾ ਡੇਰੇਵਾਦ ਦਾ ਕੰਮ, ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਸੋ ਤੁਹਾਨੂੰ ਇਹ ਦੇਖਣਾ ਪਊਗਾ ਕਿ ਉਸ ਭਾਈਚਾਰੇ ਦੇ ਵਿੱਚੋਂ ਵੀ ਆਥੈਂਟਿਕ ਆਵਾਜ਼ ਕਿਹੜੀ ਹੈ, ਕਿਹੜੀ ਹੋ ਸਕਦੀ ਹੈ, ਉਹ ਜੇ ਨਹੀਂ ਬੋਲ ਰਹੀ ਕਿਉਂ ਨਹੀਂ ਬੋਲ ਰਹੀ, ਕੀ ਮਤਲਬ ਇੱਕ ਬੇਭਰੋਸਗੀ ਵਿੱਚੋਂ ਹੀ ਨਹੀਂ ਬੋਲ ਰਹੀ। ਜੇ ਉਹ ਬੋਲ ਸਕਦੀ ਹੈ ਤੇ ਉਹਨੂੰ ਲਿਆ ਕੇ ਇਹਨਾਂ ਦੇ ਖਿਲਾਫ ਜਿਹੜੇ ਇਹ ਬੰਦੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਉਹ ਕਰਨਾ ਚਾਹੀਦਾ ਹੈ। ਸੋ ਇਹ ਗੱਲ ਕਿਸੇ ਨੂੰ ਲੱਗ ਸਕਦੀ ਹੈ ਵੀ ਇਹ ਤਾਂ ਸਿੱਖਾਂ ਨੂੰ ਹੀ ਮੱਤਾ ਦੇਣ ਲੱਗੇ ਹੋਏ ਆ, ਪਰ ਜੇ ਇਹ ਸਮਾਜ ਸਾਡਾ ਆ, ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਅਸੀਂ ਨਸਲਕੁਸ਼ੀ ਵਾਲਾ ਮਾਹੌਲ ਜਾਂ ਨਫ਼ਰਤ ਵਾਲਾ ਮਾਹੌਲ ਨਹੀਂ ਬਣਨ ਦੇਣਾ, ਉਹਦੀ ਸਾਡੀ ਕਾਊਂਟਰ ਸਟ੍ਰੈਟਜੀ ਵੀ ਤੇ ਕੋਈ ਨਾ ਕੋਈ ਹੋਣੀ ਚਾਹੀਦੀ ਹੈ ਨਾ। ਸੋ ਹਰ ਇੱਕ ਥਾਂ ਦੇ ਉੱਪਰ ਹੀ ਇਹ ਰਹੀ ਹੈ। ਸਿੱਖਾਂ ਨੇ ਦੇਖੋ ਪਹਿਲ ਕਦੀ ਨਹੀਂ ਕੀਤੀ ਹੈਗੀ, ਜੇਕਰ ਕੋਈ ਚੜ ਕੇ ਆਇਆ ਆ ਉਹਨੂੰ ਬਰਾਬਰ ਤੇ ਭਾਜੀ ਪਾਈ ਹੈ। ਪਰ ਹਰ ਸਮੇਂ ਤੱਕ ਸੰਤ ਜਰਨੈਲ ਸਿੰਘ ਨੇ ਵੀ ਬਿਲਕੁਲ ਆਖਰੀ ਮੌਕੇ ਤੱਕ ਦੇਖਿਆ ਸੀਗਾ ਕਿ ਜੇਕਰ ਸਰਕਾਰ ਨੂੰ ਹਰ ਮੁਮਕਿਨ ਮੌਕਾ ਦਿੱਤਾ ਸੀਗਾ ਕਿ ਤੁਸੀਂ ਮਸਲਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਮੰਨ ਕੇ ਉਹ ਹੱਲ ਕਰੋ, ਨਹੀਂ ਹੋਇਆ ਤੇ ਫਿਰ ਉਹ ਪਿੱਛੇ ਨਹੀਂ ਹਟੇ ਆਪਣੀ ਗੱਲ ਤੋਂ। ਉਹਨਾਂ ਨੇ ਜੋ ਗੱਲ ਕਹੀ ਸੀ ਵੀ ਐਤਕੀ ਜੂਸ ਦਾ ਗਲਾਸ ਮੂੰਹ ਨੂੰ ਲੱਗ ਕੇ ਨਹੀਂ ਹੋਊਗਾ, ਸ਼ਹੀਦੀਆਂ ਹੋਣਗੀਆਂ, ਉਹਨਾਂ ਨੇ ਫਿਰ ਸ਼ਹੀਦੀਆਂ ਦਿੱਤੀਆਂ। ਸੋ ਆਪਣੀ ਗੱਲ ਦੇ ਨਿਸ਼ਚੇ ਉੱਪਰ ਦ੍ਰਿੜ ਰਹਿਣਾ ਇੱਕ ਗੱਲ ਹੈ, ਪਰ ਹਰ ਇੱਕ ਪੋਸੀਬਿਲਿਟੀ ਬਣਾ ਕੇ ਰੱਖਣੀ ਇਹ ਵੀ ਨਾਲ ਦੀ ਨਾਲ ਸਿੱਖਾਂ ਦੇ ਵਿੱਚ ਤਾਂ ਹਮੇਸ਼ਾ ਹੀ ਇਹ ਰਿਹਾ। ਗੁਰੂ ਪੀਰੀਅਡ ਤੋਂ ਲੈ ਕੇ ਮਿਸਲਾਂ ਦੇ ਕਾਲ ਦੇ ਦੌਰਾਨ ਵੀ ਆਪਾਂ ਦੇਖਿਆ ਤੇ ਹੁਣ ਰੀਸੈਂਟ ਇਤਿਹਾਸ ਦੇ ਵਿੱਚ ਵੀ ਇਹ ਗੱਲ ਰਹੀ ਹੈ। ਤਾਂ ਅਖੀਰ ਦੇ ਵਿੱਚ ਮੈਂ ਇਹੀ ਹੁਣ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਦੀ ਲੋਕਾਂ ਦੀ ਸਾਈਕੀ ਕ੍ਰੀਏਟ ਕੀਤੀ ਜਾ ਰਹੀ ਹੈ, ਜਿਵੇਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਬੀਜੇਪੀ ਦਾ ਨਾਮ ਲੈਣਾ ਤੱਕ ਨਹੀਂ ਸੀ ਪਸੰਦ ਕਰਦੇ, ਪਰ ਖੇਤੀ ਬਿੱਲਾਂ ਨੂੰ ਜਿਹੜੇ ਚੰਗੀ ਤਰ੍ਹਾਂ ਇਹ ਲਾਗੂ ਵੀ ਨਹੀਂ ਸੀ ਹੋਏ ਉਹਨਾਂ ਨੂੰ ਸਰਕਾਰ ਨੇ ਵਾਪਸ ਲਿਆ ਤੇ ਉਸ ਤੋਂ ਬਾਅਦ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਕਿ ਜਿਹੜੇ ਕਿਸਾਨੀ ਆਗੂ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਦੀਆਂ ਜਿਹੜੀਆਂ ਲੋਕਾਂ ਦੇ ਮਨਾਂ 'ਚ ਭਾਵਨਾ ਸੀ ਕਿ ਅਸੀਂ ਇਹਨਾਂ ਦੀ ਸਰਕਾਰ ਬਣਾਉਣੀ ਹੈ, ਪਰ ਉਸ ਨੈਰੇਟਿਵ ਨੂੰ ਇਸ ਤਰ੍ਹਾਂ ਸਰਕਾਰ ਨੇ ਚੇਂਜ ਕੀਤਾ ਕਿ ਬੀਜੇਪੀ ਜਿਸ ਦੇ ਕੋਈ ਐਮਐਲਏ ਲੋਕਾਂ ਨੂੰ ਸੜਕ ਤੇ ਦਿਸ ਜਾਂਦਾ ਸੀ ਉਹਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਸੀ, ਉਹ ਬੀਜੇਪੀ ਦੀਆਂ 2 ਸੀਟਾਂ ਆਉਂਦੀਆਂ ਨੇ। ਉਸ ਤੋਂ ਬਾਅਦ ਕਿਸਾਨਾਂ ਦੀ ਪਾਰਟੀ ਦੀ ਬੁਰੀ ਤਰ੍ਹਾਂ ਪੰਜਾਬ 'ਚ ਹਾਰ ਹੁੰਦੀ ਹੈ। ਤਾਂ ਇਹ ਨੈਰੇਟਿਵ ਸਰਕਾਰ ਤਾਂ ਕ੍ਰੀਏਟ ਕਰ ਲੈਂਦੀ ਹੈ, ਪਰ ਇਸ ਨੂੰ ਸਮਝਣ ਤੇ ਟੈਕਲ ਕਰਨ ਦੇ ਲਈ ਸਿੱਖਾਂ ਕੋਲ ਜਾਂ ਪੰਜਾਬੀਆਂ ਕੋਲ ਕੋਈ ਵੱਡੀ ਰਣਨੀਤੀ ਨਹੀਂ ਹੈਗੀ। ਤਾਂ ਆਉਣ ਵਾਲੇ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਣ ਵਾਲਾ ਸਮਾਂ ਹੁਣ ਫਿਰ ਕਿਵੇਂ ਦਾ ਹੋਵੇਗਾ? ਸਰਕਾਰ ਤਾਂ ਹਰ ਜਿਹੜਾ ਆਪਣਾ ਸਿੱਖਾਂ ਦਾ ਪੰਜਾਬੀਆਂ ਦਾ ਜਿਹੜਾ ਚੰਗਾ ਨੈਰੇਟਿਵ ਹੈ ਉਸ ਨੂੰ ਢਾਹ ਕੇ ਆਪਣਾ ਨੈਰੇਟਿਵ ਉਹਦੇ ਉੱਪਰ ਕ੍ਰੀਏਟ ਕਰ ਲੈਂਦੀ ਹੈ, ਤਾਂ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ? ਦੇਖੋ ਅਸੀਂ ਤਾਂ ਤਕਰੀਬਨ ਕਿਸਾਨੀ ਵੇਲੇ ਤੋਂ ਹੀ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਸਟਰਗਲ ਦੀ ਪੋਲਿਟਿਕਸ ਦਾ ਸਮਾਂ ਹੈ। ਵੋਟ ਪੋਲਿਟਿਕਸ ਜਿਹੜੀ ਆ ਉਹਦੇ ਤੋਂ ਲੋਕਾਂ ਦੀ ਜਿਹੜੀ ਹੈਗੀ ਆ ਮਤਲਬ ਭਰੋਸੇਯੋਗਤਾ ਉਹ ਖਤਮ ਹੁੰਦੀ ਜਾ ਰਹੀ ਹੈ। ਆਪਾਂ ਦੇਖਿਆ ਹੀ ਹੈ, ਮਤਲਬ ਆਮ ਆਦਮੀ ਪਾਰਟੀ ਦੀ ਵੀ ਜਦੋਂ ਸਰਕਾਰ ਬਣੀ ਹੈ ਉਹਦੇ ਵਿੱਚ ਤੁਸੀਂ ਵੋਟ ਪਰਸੈਂਟੇਜ ਦੇਖੋ ਤੇ ਉਹ ਘਟੀ ਆ, ਲੋਕ ਘੱਟ ਵੋਟਾਂ ਪੋਲ ਕਰਨ ਗਏ ਆ। ਹਾਲਾਂਕਿ ਪੰਜਾਬ ਦੇ ਵਿੱਚ ਸਦਾ ਹੀ ਵੋਟ ਪੋਲਿੰਗ ਪਰਸੈਂਟੇਜ ਜਿਹੜੀ ਆ ਉਹ ਜ਼ਿਆਦਾ ਰਹਿੰਦੀ ਰਹੀ ਹੈ। ਔਰ ਦੂਸਰੀ ਗੱਲ ਜਿਹੜੀ ਇਹ ਹੈਗੀ ਵੀ ਜਿਹੜੀ ਉਹ ਸਰਕਾਰ ਬਣੀ ਵੀ ਸੀਗੀ ਉਹ ਸੰਗਰੂਰ ਦੀ ਬਾਈ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਸੀਗੀ ਉਹਨੇ ਕਲੀਅਰ ਕਰ ਦਿੱਤਾ ਵੀ ਮਤਲਬ ਪੈਰ ਕਿੰਨੇ ਕੁ ਸੀਗੇ ਵੀ ਨੈਗੇਟਿਵ ਜਾਂ ਇੱਕ ਵਿਰੋਧ ਦੀ ਵੋਟ ਉਹਨਾਂ ਨੂੰ ਪਈ ਸੀਗੀ। ਸੋ ਇਹ ਹਾਲਾਤ ਇਸੇ ਤਰ੍ਹਾਂ ਹੀ ਰਹਿਣੇ ਆ। ਪੰਜਾਬ ਦੇ ਲੋਕਾਂ ਨੇ ਵੋਟ ਪੋਲਿਟਿਕਸ ਦੇ ਮਾਮਲੇ 'ਚ ਤਾਂ ਉਹਨੇ ਐਕਸਪੈਰੀਮੈਂਟੇਸ਼ਨ ਦੀ ਸਟੇਜ ਦੇ ਉੱਪਰ ਸੀਗੇ, ਉਹਦੇ ਵਿੱਚ ਉਹਨਾਂ ਨੇ 2 ਤਜਰਬੇ ਮਤਲਬ ਵਿਧਾਨ ਸਭਾ ਦਾ ਲੋਕ ਸਭਾ ਵਾਲਾ ਦੋਵੇਂ ਕਰਕੇ ਦੇਖ ਲਿਆ। ਅੱਗੇ ਵੀ ਇਲੈਕਸ਼ਨ ਹੋਊਗੀ ਤਾਂ ਉਹਨਾਂ ਨੇ ਕੁਛ ਨਾ ਕੁਛ ਤਜਰਬਾ ਜਿਹੜਾ ਉਹ ਕਰਨਾ। ਔਰ ਜਦੋਂ ਵੀ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਉਹਦੇ ਵਿੱਚ ਹਰ ਇੱਕ ਧਿਰੀ ਆਪ ਦਾ ਦਾਅ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਬੀਜੇਪੀ ਵੀ ਜਿਹੜੀ ਆ ਕੋਸ਼ਿਸ਼ ਕਰ ਹੀ ਰਹੀ ਹੈ। ਸੋ ਇਸ ਸਾਰੇ ਕਾਸੇ ਦੇ ਦੌਰਾਨ ਜਿੰਨੀਆਂ ਵੀ ਸਿੱਖ ਧਿਰਾਂ ਹੈਗੀਆਂ ਨੇ ਵੋਟ ਪੋਲਿਟਿਕਸ ਵਾਲੀਆਂ, ਉਹਨਾਂ ਦੀ ਪੋਲਿਟਿਕਸ ਦਾ ਆਧਾਰ ਕੀ ਹੋਵੇ? ਕੀ ਉਹਨਾਂ ਨੇ ਪੰਥ ਦੇ ਨਾਂ ਦੇ ਉੱਤੇ ਪੋਲਿਟਿਕਸ ਕਰਨੀ ਹੈ? ਕੀ ਉਹਨਾਂ ਨੇ ਸਿੱਖਾਂ ਦੇ ਨਾਂ ਦੇ ਉੱਤੇ ਪੋਲਿਟਿਕਸ ਕਰਨੀ ਹੈ? ਕੀ ਉਹਨਾਂ ਨੇ ਪੰਜਾਬ ਦੇ ਵੱਧ ਅਧਿਕਾਰਾਂ ਦੇ ਨਾਂ ਦੇ ਉੱਤੇ ਪੋਲਿਟਿਕਸ ਕਰਨੀ ਹੈ? ਕਿ ਜਾਂ ਉਹਨਾਂ ਨੇ ਮਤਲਬ ਕਿਸੇ ਵੀ ਤਰ੍ਹਾਂ ਪਾਵਰ ਦੇ ਵਿੱਚ ਆਉਣਾ ਆ ਜਾਈਏ ਵੀ ਇਸ ਗੱਲ ਦੇ ਉੱਪਰ ਪੋਲਿਟਿਕਸ ਕਰਨੀ ਹੈ? ਇਸ ਗੱਲ ਦੇ ਉੱਪਰ ਕੋਈ ਵੀ ਵਿਚਾਰ ਜਿਹੜੀ ਹੈ ਉਹ ਨਹੀਂ ਚੱਲ ਰਹੀ। ਫਿਰ ਸਾਰੇ ਹਿੱਸਾ ਵੰਡ ਹੋਈ ਹੈ। ਦੇਖੋ ਹੁਣ ਇਹ ਵੀ ਗੱਲ ਚੱਲ ਰਹੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆਉਣੀ ਹੈ, ਮੇਰੇ ਖਿਆਲ 6-7 ਧੜੇ ਬਣੇ ਹੋਏ ਆ। ਇਹੀ ਸਥਿਤੀ ਰਹੀ ਤਾਂ ਦਿੱਲੀ ਨਾਲੋਂ ਕੀ ਵੱਖਰਾ ਨਤੀਜਾ ਨਿਕਲੂਗਾ? ਠੀਕ ਹੈ, ਇਹਦੇ ਬਾਰੇ ਇਹ ਕਿਸ ਤਰ੍ਹਾਂ ਹੋਵੇ ਇਹਦੇ ਬਾਰੇ ਦੇ ਵਿੱਚ ਜਿਹੜਾ ਆ ਕੋਈ ਵੀ ਡਾਇਲੋਗ ਜਾਂ ਸੰਵਾਦ ਜਿਹੜਾ ਆ ਉਹ ਬਿਲਕੁਲ ਵੀ ਨਹੀਂ ਚੱਲ ਰਿਹਾ, ਕਿਸੇ ਵੀ ਹਿੱਸੇ ਦੇ ਵਿੱਚ ਨਹੀਂ ਚੱਲ ਰਿਹਾ। ਔਰ ਜਿਹੜੀ ਇੱਕ ਗੱਲ ਹੋਰ ਅਹਿਮ ਹੈਗੀ ਸਟਰਗਲ ਦੀ ਪੋਲਿਟਿਕਸ ਦੀ,
ਉਹ ਵੀ ਲੀਡਰਲੈਸ ਸਟਰਗਲ ਜਿਹੜੀ ਆ ਉਹ ਹੀ ਕਾਮਯਾਬ ਹੋ ਰਹੀ ਹੈ। ਤੁਸੀਂ ਦੇਖੋ ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਸ ਤਰ੍ਹਾਂ ਦੀ ਸੈਂਟਰਲਾਈਜ਼ਡ ਲੀਡਰਸ਼ਿਪ ਨਹੀਂ ਸੀਗੀ। ਔਰ ਅਸੀਂ ਕਿੰਨੀ ਵਾਰ ਇਹ ਦੇਖਿਆ, ਮਤਲਬ ਜਿਹੜਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀਗਾ 26 ਨਵੰਬਰ ਵਾਲਾ, ਜਦੋਂ ਦਿੱਲੀ ਗਏ ਆ, ਉਹ ਸਾਰੀ ਲੀਡਰਸ਼ਿਪ ਦੇ ਮਤਲਬ ਰਿਜੈਕਟ ਕਰਕੇ ਲੋਕ ਦਿੱਲੀ ਗਏ ਸੀਗੇ। ਉਹ ਠੀਕ ਹੈ, ਉੱਥੇ ਜਾ ਕੇ ਉਹਨਾਂ ਨੇ ਦੁਬਾਰਾ ਫਿਰ ਉਹਨਾਂ ਨੂੰ ਮੌਕਾ ਦਿੱਤਾ। ਸੋ ਉਹਦੇ ਵਿੱਚ ਵੀ ਸਟਰਗਲ ਦੀ ਪੋਲਿਟਿਕਸ ਦੇ ਵਿੱਚ ਲੋਕ ਦਿਖਾ ਰਹੇ ਨੇ, ਸੰਘਰਸ਼ ਦੀ ਸਿਆਸਤ ਦੇ ਵਿੱਚ ਬੜੀ ਦ੍ਰਿੜਤਾ ਦੇ ਨਾਲ ਆ ਰਹੇ ਆ, ਪਰ ਉਹਦੇ ਵਿੱਚ ਵੀ ਜਿਸ ਤਰ੍ਹਾਂ ਦੀ ਸਟਰਗਲ ਦੀ ਲੀਡਰਸ਼ਿਪ ਉੱਭਰਨੀ ਚਾਹੀਦੀ ਹੈ, ਓਨੀ ਮੈਚੁਰ ਤੇ ਓਨੀ ਸਮਰੱਥ ਨਹੀਂ ਉੱਭਰ ਪਾ ਰਹੀ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੈ ਤਾਂ ਇਹ ਸੰਘਰਸ਼ ਦਾ ਹੀ ਜਿਹੜਾ ਸਮਾਂ ਆ ਉਹੀ ਰਹੂਗਾ। ਸੰਘਰਸ਼ ਦੀ ਸਿਆਸਤ ਹੀ ਜਿਹੜੀ ਆ ਉਹ ਪ੍ਰੋਮੀਨੈਂਟ ਸਿਆਸਤ ਰਹੂਗੀ। ਉਹਦੇ ਢੰਗ ਤਰੀਕੇ ਕਿਹੜੇ ਹੋਣ, ਤੇ ਜਿੰਨੀਆਂ ਵੀ ਸਿੱਖ ਧਿਰਾਂ ਹੈਗੀਆਂ ਤੇ ਪਲੱਸ ਜਿੰਨੀ ਇਹ ਪੰਜਾਬ ਦੀ ਵਾਈਡਰ ਸੁਸਾਇਟੀ ਹੈਗੀ ਆ, ਉਹਦੇ ਜਿਹੜੇ ਰੈਲੇਵੈਂਟ ਹਿੱਸੇ ਹੈਗੇ ਆ, ਉਹਨਾਂ ਦੇ ਵਿੱਚ ਆਪਸੀ ਭਰੋਸੇਯੋਗਤਾ ਕਿਸ ਤਰ੍ਹਾਂ ਸਥਾਪਿਤ ਕੀਤੀ ਜਾਵੇ, ਇਹ ਗੱਲ ਜ਼ਰੂਰ ਦੇਖਣੀ ਚਾਹੀਦੀ ਹੈ ਜੀ। ਹੁਣ ਤਾਂ ਮਤਲਬ ਇਸ ਤਰ੍ਹਾਂ ਹੈਗਾ ਕਿ ਹਰ ਇੱਕ ਦੇ ਵੱਲੋਂ ਹੀ ਇਹ ਹੈ ਕਿ ਮਤਲਬ ਦੂਸਰੇ ਨੂੰ ਰਿਜੈਕਟ ਕਰਕੇ ਆਪਣੇ ਉੱਪਰ ਭਰੋਸੇਯੋਗਤਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿੰਨਾ ਵੱਡਾ ਟਾਕਰਾ ਆ ਉਹਦੇ ਵਿੱਚ ਕੰਸੋਲੀਡੇਸ਼ਨ ਕਰਨੀ ਜ਼ਰੂਰੀ ਆ, ਔਰ ਉਹਦਾ ਮੁੱਢਲਾ ਜਿਹੜੀ ਸ਼ਰਤ ਆ ਉਹ ਸੰਵਾਦ ਦੀ ਹੁੰਦੀ ਕਿ ਆਪਸ ਦੇ ਵਿੱਚ ਗੱਲਬਾਤ ਤਾਂ ਘੱਟੋ ਘੱਟ ਸ਼ੁਰੂ ਹੋਵੇ ਜੀ। ਹਾਂਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਸ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਹੈ ਭਾਈ ਪਰਮਜੀਤ ਸਿੰਘ ਗਾਜੀ ਹੋਰਾਂ ਦੇ ਨਾਲ, ਜਿਨ੍ਹਾਂ ਨੇ ਨਸਲਕੁਸ਼ੀ ਅਤੇ ਉਸ ਦੇ ਨਾਲ ਦੇ ਜਿਹੜੇ ਪਹਿਲੂ ਨੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਨੇ, ਚਾਹੇ ਉਹ ਸਿਆਸਤ ਦਾ ਪਹਿਲੂ ਹੈ, ਚਾਹੇ ਧਰਮ ਨੂੰ ਟੂਲ ਦੀ ਤਰ੍ਹਾਂ ਵਰਤਣ ਦਾ ਪਹਿਲੂ ਹੈ, ਚਾਹੇ ਜਿਹੜੀ ਲੋਕ ਰਾਏ ਹੈ, ਉਹਨਾਂ ਸਾਰਿਆਂ ਦੇ ਉੱਤੇ ਇੱਕ ਗੰਭੀਰ ਚਿੰਤਨ ਕੀਤਾ ਤੇ ਤੱਥ ਭਰਪੂਰ ਜਾਣਕਾਰੀ ਜਿਹੜੀ ਸਾਡੇ ਨਾਲ ਉਹ ਸਾਂਝੀ ਕੀਤੀ ਹੈ। ਤਾਂ ਹੁਣ ਮੌਜੂਦਾ ਦੌਰ ਦੇ ਵਿੱਚ ਇਹ ਫਰਜ਼ ਪੰਜਾਬ ਦੇ ਲੋਕਾਂ ਦਾ ਬਣ ਜਾਂਦਾ ਕਿ ਆਖਰ ਉਹ ਪੰਜਾਬ ਨੂੰ ਕਿਵੇਂ ਦਾ ਦੇਖਣਾ ਚਾਹੁੰਦੇ ਨੇ, ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਭਾਈਚਾਰਕ ਸਾਂਝ ਦੇਖਣੀ ਚਾਹੁੰਦੇ ਨੇ, ਜਿਹੜੀਆਂ ਧਿਰਾਂ ਚੁੱਪ ਨੇ ਆਖਰ ਉਹ ਚੁੱਪ ਕਿਉਂ ਨੇ, ਉਹ ਕਿਉਂ ਨਹੀਂ ਰਿਐਕਟ ਕਰਦੀਆਂ। ਇਹ ਗੱਲਾਂ ਵੀ ਕਾਫੀ ਗੰਭੀਰ ਹੋ ਜਾਂਦੀਆਂ ਨੇ। ਤਾਂ ਇਸ ਮਸਲੇ, ਅਜਿਹੇ ਮਸਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਬਣੇ ਰਹੋ ਪੰਜਾਬ KTV ਦੇ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।